ਕਮਲੇਸ਼ਵਰ ਦਾ ਨਾਵਲ ਡਾਕ ਬੰਗਲਾ ਤੀਸਰਾ ਭਾਗ। ਕਦੇ ਕਦੇ ਇਕਾਂਤ 'ਚ ਮੈਂ ਬਤਰਾ ਦੀ ਹਾਲਤ ਬਾਰੇ ਸੋਚ ਕੇ ਰੋ ਲੈਂਦੀ ਸੀ। ਆਪਣਾ ਤੇ ਉਹਦਾ ਇਕੱਲਾਪਨ ਬਹੁਤ ਅਲੱਗ-ਅਲੱਗ ਵੀ ਨਹੀਂ ਲੱਗਦਾ ਸੀ। ਇੱਕ ਇਹੋ ਜਿਹੀ ਟੁੱਟੀ ਹੋਈ ਜ਼ਿੰਦਗੀ ਸੀ। ਸ਼ੀਲਾ ਸਿਰਫ 6 ਮਹੀਨੇ ਰੁਕੀ ਸੀ, ਪਰ ਉਹਦੇ ਜਾਣ ਤੋਂ 2 ਮਹੀਨੇ ਬਾਅਦ ਹੀ ਘਰ ਜਿਉਂ ਦਾ ਤਿਉਂ ਹੋ ਗਿਆ ਸੀ। ਉਹੀ ਉਖੜੀ ਜਿਹੀ ਜ਼ਿੰਦਗੀ ਚੱਲ ਪਈ ਸੀ। ਪਿਛਵਾੜੇ ਖੜੇ ਸੁੱਕੇ ਬਿਰਛ ਦੀਆਂ ਰਾਖਸ਼ੀ ਬਾਹਾਂ 'ਚ ਬਤਰੇ ਦੀ ਵਿਆਕੁਲ ਪਰਛਾਈ ਫੇਰ ਕੈਦ ਹੋ ਗਈ ਸੀ। ਰਾਤ ਨੂੰ ਕਲੱਬ ਤੋਂ ਮੁੜਨ ਬਾਅਦ ਉਹੀ ਰਿਕਾਰਡ ਸੁਣਾਈ ਦੇਣ ਲੱਗ ਪਿਆ ਸੀ। ਗੈਰ ਕੀ ਬਸਤੀ ਮੇਂ ਕਬ ਤੱਕ ਦਰ ਬਦਰ ਮਾਰਾ ਫਿਰੂੰ, ਇਹ ਗਮੇ ਦਿਲ ਕਿਆ ਕਰੂੰ, ਇਹ ਵਹਿਸ਼ਤੇ ਦਿਲ ਕਿਆ ਕਰੂੰ। ਜਦੋਂ ਰਿਕਾਰਡ ਦੀ ਗੂੰਜ ਡੁੱਬ ਜਾਂਦੀ ਸੀ ਤੇ ਬਾਰੀਆਂ ਅੰਦਰ ਉਹਦੀ ਪਰਛਾਈ ਦੇਰ ਤੱਕ ਬੇਚੈਨ ਘੁੰਮਦੀ ਰਹਿੰਦੀ, ਤਾਂ ਉਹ ਖਾਮੋਸ਼ ਉਜੜੇ ਹੋਏ ਬਗੀਚੇ ਤੋਂ ਇੱਕ ਹੀ ਆਵਾਜ਼ ਸਦਾ ਆਉਂਦੀ ਸੀ, ਓ ਗॉड, ਓ ਗॉड। 4-5 ਦਿਨ ਬਾਅਦ ਚਾਹ ਵੇਲੇ ਮੈਂ ਜਾਣਬੁੱਝ ਕੇ ਬਤਰੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਇਹੀ ਵੇਲਾ ਸੀ ਜਦੋਂ ਉਹਨੂੰ ਮਿਲਿਆ ਜਾ ਸਕਦਾ ਸੀ। ਮੈਂ ਵੀ ਉੱਥੇ ਚਾਹ ਪੀਣ ਲਈ ਗਈ। ਬਹੁਤ ਸੰਭਲ ਕੇ ਮੈਂ ਗੱਲ ਸ਼ੁਰੂ ਕੀਤੀ, ਸ਼ੀਲਾ ਜੀ ਕਦੋਂ ਵਾਪਸ ਆਉਣਗੇ? ਵਹਿਸ਼ੀ ਅੱਖਾਂ ਨਾਲ ਮੈਨੂੰ ਘੂਰਦਾ ਹੋਏ ਬੋਲਿਆ, ਸ਼ਾਇਦ ਕਦੇ ਨਹੀਂ। ਕਿਉਂ? ਕੋਈ ਗੱਲ ਨਹੀਂ, ਐਵੇਂ ਹੀ ਪੁੱਛਿਆ ਸੀ। ਹੋਰ ਮੈਂ ਕੀ ਕਹਿੰਦੀ? ਮੈਂ ਉਹਦੇ ਚਿਹਰੇ ਉੱਤੇ ਆਉਂਦੇ ਜਾਂਦੇ ਭਾਵਾਂ ਨੂੰ ਵੇਖਣ ਦੀ ਕੋਸ਼ਿਸ਼ ਕੀਤੀ। ਸਵੇਰ ਵੇਲੇ ਉਹ ਵੈਸੇ ਵੀ ਵਹਿਸ਼ੀ ਲੱਗਦਾ ਸੀ। ਉਹਦੇ ਚਿਹਰੇ ਜਾਂ ਅੱਖਾਂ ਵਿੱਚ ਕੋਈ ਦੁੱਖ ਦਾ ਭਾਵ ਨਹੀਂ ਸੀ, ਸਗੋਂ ਇੱਕ ਕਮਜ਼ੋਰ ਹਿੰਸਕ ਪਸ਼ੂ ਝਾਕਦਾ ਪਿਆ ਸੀ। ਬਤਰਾ ਇਹਨਾਂ ਸਾਰੀਆਂ ਗੱਲਾਂ ਨੂੰ ਕਿਵੇਂ ਪੀ ਲੈਂਦਾ ਹੈ, ਕਿਵੇਂ ਇੰਨਾ ਬਰਦਾਸ਼ਤ ਕਰਦਾ ਹੈ, ਮੈਂ ਇਹ ਨਾ ਸਮਝ ਸਕੀ। ਕੁਝ ਦਿਨ ਪਹਿਲੇ ਤੱਕ ਜੋ ਭੌਰੇ ਵਾਂਗ ਉੱਡ ਰਿਹਾ ਸੀ ਤੇ ਹਰ ਪਲ ਗੂੰਜ ਮਚਾ ਰਿਹਾ ਸੀ, ਉਹੀ ਟਿੱਡੇ ਵਾਂਗ ਖਾਮੋਸ਼ ਤੇ ਸਥਿਰ ਹੋ ਗਿਆ ਸੀ। ਮੈਂ ਚਾਹ ਪੀਂਦੀ ਰਹੀ ਤਾਂ ਸਿਗਾਰ ਬਾਲ ਕੇ ਉਹ ਬੋਲਿਆ, ਸ਼ੀਲਾ ਬਹੁਤ ਬੁਰੀ ਹੈ। ਬਸ ਇੰਨਾ ਕਹਿ ਕੇ ਉਹ ਫਿਰ ਚੁੱਪ ਹੋ ਗਿਆ। ਮੇਰੇ ਮਨ ਅੰਦਰ ਚਿੰਤਨ ਹੋਣ ਲੱਗਾ। ਬਤਰਾ ਔਖੀ ਬੁਝਾਰਤ ਵਾਂਗ ਉਲਝਿਆ ਹੋਇਆ ਸੀ। ਦੁਪਹਿਰ ਨੂੰ ਮੈਂ ਪਹਿਲੀ ਵਾਰ ਬਤਰੇ ਦੇ ਕਮਰੇ ਦੀ ਤਲਾਸ਼ੀ ਲਈ। 3 ਐਲਬਮ ਸਨ, ਸਾਰਿਆਂ ਵਿੱਚ ਹੀ ਕੁਝ ਥਾਵਾਂ ਖਾਲੀ ਸਨ, ਜਿਨ੍ਹਾਂ ਦੀਆਂ ਤਸਵੀਰਾਂ ਕੱਢੀਆਂ ਹੋਈਆਂ ਸਨ। ਮੈਨੂੰ ਲੱਗਿਆ ਨਾਰਾਜ਼ਗੀ ਕਾਰਨ ਬਤਰੇ ਨੇ ਸ਼ੀਲਾ ਦੀਆਂ ਸਾਰੀਆਂ ਤਸਵੀਰਾਂ ਕੱਢ ਕੇ ਫਾੜ ਦਿੱਤੀਆਂ ਹੋਣਗੀਆਂ ਜਾਂ ਸ਼ੀਲਾ ਕਦੇ ਆਪ ਹੀ ਕੱਢ ਕੇ ਲੈ ਗਈ ਹੋਏਗੀ। ਦੋਹਾਂ ਵਿਚਕਾਰ ਗੰਭੀਰ ਮਨ ਮੁਟਾਅ ਦਾ ਮੈਨੂੰ ਅਹਿਸਾਸ ਹੁੰਦਾ ਸੀ। ਸ਼ੀਲਾ ਬਹੁਤ ਬੁਰੀ ਹੈ, ਇਹ ਕਹਿਣ ਦਾ ਉਹਦਾ ਕੀ ਭਾਵ ਸੀ? ਸ਼ਾਇਦ ਉਹਨੇ ਕਿਸੇ ਹੋਰ ਨਾਲ ਸੰਬੰਧ ਬਣਾ ਲਏ ਹੋਣਗੇ, ਪਰ ਸ਼ੀਲਾ ਵਰਗੀ ਸ਼ੀਲ ਤੇ ਸਮਝਦਾਰ ਦਿਸਣ ਵਾਲੀ ਔਰਤ ਇਹ ਕਰੇਗੀ, ਮੈਂ ਮੰਨ ਨਾ ਸਕੀ। ਜਿੰਨੇ ਦਿਨ ਉਹ ਰਹੀ ਬਤਰਾ ਲਈ ਜਾਨ ਦਿੰਦੀ ਰਹੀ। ਆਪਣਾ ਦਿਲ ਕਿਧਰੇ ਹੋਰ ਰੱਖ ਕੇ ਕੋਈ ਇਸ ਤਰ੍ਹਾਂ ਦੀ ਦੋਹਰੀ ਜ਼ਿੰਦਗੀ ਜੀ ਸਕਦਾ ਹੈ ਕਿ ਮੈਂ ਸਵੀਕਾਰ ਨਾ ਕਰ ਸਕੀ। ਇਹ ਕਿਵੇਂ ਹੋ ਸਕਦਾ ਹੈ? ਪਰ ਦਿਲ ਕੇ ਵੀ ਹੁੰਦਾ ਹੈ ਤੇ ਸ਼ਾਇਦ ਜ਼ਿਆਦਾਤਰ ਹੁੰਦਾ ਰਹਿੰਦਾ ਹੈ। ਮਨ ਕਿਧਰੇ ਹੋਰ ਅਟਕਿਆ ਰਹਿੰਦਾ ਹੈ ਤੇ ਫਰਜ਼ ਅਧੀਨ ਇੱਕ ਚੰਗੀ ਭਲੀ ਜ਼ਿੰਦਗੀ ਵੀ ਜੀਵੀ ਜਾ ਸਕਦੀ ਹੈ। 100 ਵਿੱਚੋਂ 75 ਔਰਤਾਂ ਅਜਿਹੀ ਜ਼ਿੰਦਗੀ ਜਿਉਣ ਦੀਆਂ ਆਦੀ ਹੋ ਚੁੱਕੀਆਂ। ਜੇ ਉਹਨਾਂ ਦਾ ਮਨ ਕਿਧਰੇ ਹੋਰ ਨਹੀਂ ਤਾਂ ਉੱਥੇ ਵੀ ਨਹੀਂ ਜਿੱਥੇ ਉਹ ਆਪ ਹਨ। ਉਹਨਾਂ ਦਾ ਮਨ ਭਰ ਚੁੱਕਾ ਹੈ। ਪਤਨੀ ਦੇ ਰੂਪ 'ਚ ਉਹੀ ਜ਼ਿਆਦਾ ਸਫਲ ਸਿੱਧ ਹੁੰਦੀਆਂ ਹਨ ਜਿਨ੍ਹਾਂ ਨੇ ਆਪਣੇ ਮਨ ਨੂੰ ਮਾਰ ਲਿਆ, ਯਾਨੀ ਜੋ ਜ਼ਿੰਦਗੀ ਭੋਗਣ ਆਉਂਦੀਆਂ। ਇਸ ਭੋਗ ਵਿੱਚ ਵਿਲਾਸ ਨਹੀਂ, ਪੀੜਾ ਭਰੀ ਇੱਕ ਮਜਬੂਰੀ ਹੈ। ਹਰ ਔਰਤ ਮੇਰੀ ਤਰ੍ਹਾਂ ਦੀ ਜ਼ਿੰਦਗੀ ਭੋਗ ਰਹੀ ਹੈ। ਸ਼ੀਲਾ ਜਿਹੜੀ ਬਤਰੇ ਨੂੰ ਛੱਡ ਕੇ ਚਲੀ ਗਈ ਸੀ, ਉਹ ਵੀ ਇਸੇ ਗੱਲ ਦਾ ਸ਼ਿਕਾਰ ਸੀ। ਜੇ ਇੰਜ ਨਾ ਹੁੰਦਾ ਤਾਂ ਇਸ ਤਰ੍ਹਾਂ ਭਟਕਦੀ ਨਾ। ਸ਼ੀਲਾ ਬਾਰੇ ਪੂਰੀ ਗੱਲ ਮੈਨੂੰ ਬਾਅਦ 'ਚ ਇੱਕ ਦਿਨ ਬੜੇ ਨਾਟਕੀ ਅੰਦਾਜ਼ ਨਾਲ ਪਤਾ ਲੱਗੀ। ਮੇਰੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ ਤੇ ਮੈਂ ਯਕੀਨ ਹੀ ਨਾ ਕਰ ਸਕੀ ਕਿ ਸ਼ੀਲਾ ਦਾ ਇਹ ਰੂਪ ਵੀ ਹੋ ਸਕਦਾ ਹੈ। ਬਤਰੇ ਨੇ ਮੇਰਾ ਭਰਮ ਤੋੜਿਆ ਸੀ। ਉਨੀ ਦਿਨੀ ਜਦੋਂ ਸ਼ਾਮ ਨੂੰ ਬਤਰਾ ਕਲੱਬ ਚਲਾ ਜਾਂਦਾ ਸੀ, ਮੈਂ ਆਪਣੇ ਆਪ ਨੂੰ ਸਜਾਉਂਦੀ ਸੀ, ਬੜਾ ਸ਼ਿੰਗਾਰ ਕਰਦੀ ਸੀ। ਇੱਕ ਇੱਕ ਅੰਗ ਨੂੰ ਸੁਘੜ ਬਣਾਉਂਦੀ, ਸਾੜੀ ਬਦਲ ਕੇ ਲੌਨ 'ਚ ਇਕੱਲੀ ਘੁੰਮਦੀ ਰਹਿੰਦੀ। ਮੈਂ ਇੰਜ ਤਿਆਰ ਹੁੰਦੀ ਸੀ ਜਿਵੇਂ ਮੈਂ ਕਿਸੇ ਨਾਲ ਬਾਹਰ ਜਾਣਾ ਹੋਵੇ। ਸ਼ੀਲਾ ਦੇ ਆਉਣ ਮਗਰੋਂ ਮੇਰਾ ਖਾਣਾ ਵੀ ਬਤਰੇ ਦੀ ਕਿਚਨ 'ਚ ਹੀ ਬਣਨ ਲੱਗ ਪਿਆ ਸੀ। ਤਨਖਾਹ ਇੱਕਦਮ ਬਚ ਜਾਂਦੀ ਸੀ ਤੇ ਮੈਂ ਢੋਂਗ ਕਰਦੀ ਤੇ ਢੋਂਗ ਕਰ ਚੁੱਕਣ ਮਗਰੋਂ ਬੜਾ ਹੀ ਰੋਂਦੀ ਸੀ। ਬਹੁਤ ਵਾਰ ਇੰਜ ਵੀ ਹੁੰਦਾ ਸੀ ਕਿ ਦੁੱਖ ਦਾ ਅਹਿਸਾਸ ਵੀ ਨਹੀਂ ਹੁੰਦਾ ਸੀ ਤੇ ਹੰਝੂ ਨਿਕਲ ਆਉਂਦੇ ਸਨ। ਮੇਰੇ ਨਾਲ ਬਹੁਤ ਵਾਰ ਇਸ ਤਰ੍ਹਾਂ ਹੋਇਆ, ਜਿਹਦੀ ਜ਼ਿੰਦਗੀ ਕਾਫਲੇ ਵਾਂਗ ਮੰਜ਼ਿਲ ਦੇ ਆਸਰੇ 'ਚ ਭਟਕਦੀ ਰਹੀ, ਉਹੀ ਇਸ ਗੱਲ ਨੂੰ ਡੂੰਘਾਈ ਨਾਲ ਸਮਝੇਗਾ। ਤਿਲਕ ਕੋਈ ਗੱਲ ਨਾ ਹੋਵੇ ਤੇ ਹੰਝੂ ਆਪਣੇ ਆਪ ਹੀ ਆ ਜਾਣ। ਬਹੁਤ ਵਾਰ ਮੈਂ ਬਗੈਰ ਕਿਸੇ ਗੱਲ ਦੇ ਰੋਈ ਹਾਂ। ਮਨ 'ਚ ਇੰਨੇ ਜ਼ਖਮ ਹਨ ਕਿ ਪਤਾ ਨਹੀਂ ਲੱਗਦਾ ਕਿ ਕਦੋਂ ਕਿਹੜਾ ਰਿਸਣ ਲੱਗੇ, ਕਿਸ 'ਚ ਕਸਕ ਹੋਣ ਲੱਗੇ। ਬਸ ਬੈਠੇ ਬੈਠੇ ਅੱਖਾਂ ਭਰ ਆਉਂਦੀਆਂ ਹਨ ਤੇ ਬਹੁਤ ਰੋ ਚੁੱਕਣ ਬਾਅਦ ਮਨ ਹਲਕਾ ਹੋ ਜਾਂਦਾ ਹੈ। ਸ਼ਿੰਗਾਰ ਕਰਕੇ ਮੈਂ ਕਿਉਂ ਰੋਂਦੀ ਸੀ, ਇਹਦਾ ਮੈਨੂੰ ਕੋਈ ਪਤਾ ਨਹੀਂ। ਮੈਨੂੰ ਆਪਣੇ ਰੂਪ ਨਾਲ ਈਰਖਾ ਹੁੰਦੀ ਸੀ ਤੇ ਮੈਂ ਕਈ ਮਿੰਟ ਤੱਕ ਆਪਣੇ ਆਪ ਨੂੰ ਸ਼ੀਸ਼ੇ 'ਚ ਵੇਖਦੀ ਰਹਿ ਜਾਂਦੀ ਸੀ। ਇੱਕ ਰਾਤ ਜਦੋਂ ਮੈਂ ਰੋ ਰਹੀ ਸੀ, ਪਤਾ ਨਹੀਂ ਕੀ ਹੋਇਆ, ਸੁੱਤੇ ਸੁੱਤੇ ਮੇਰੀਆਂ ਅੱਖਾਂ ਭਰ ਆਈਆਂ ਤੇ ਮੈਂ ਜਾਗ ਪਈ।
ਜਾਗਣ ਤੇ ਮੈਂ ਬਹੁਤ ਸੋਚਿਆ, ਬਾਰ-ਬਾਰ ਦਿਮਾਗ ਤੇ ਜ਼ੋਰ ਪਾਇਆ ਕਿ ਸੁਪਨਾ ਹੀ ਯਾਦ ਆ ਜਾਏ, ਪਰ ਮੈਂ ਕੋਈ ਸੁਪਨਾ ਵੇਖਿਆ ਹੀ ਨਹੀਂ ਸੀ। ਇੱਕਦਮ ਮੇਰਾ ਧਿਆਨ ਨੇੜਿਓਂ ਆਉਂਦੀ ਰੋਣ ਦੀ ਆਵਾਜ਼ ਵੱਲ ਗਿਆ। ਕੋਈ ਨੇੜੇ ਵਾਲੇ ਕਮਰੇ 'ਚ ਰੋ ਰਿਹਾ ਸੀ। ਮੈਂ ਹਨੇਰੇ 'ਚ ਨਿਕਲ ਕੇ ਗੈਲਰੀ 'ਚ ਪਹੁੰਚੀ। ਅਜੇ ਉੱਪਰ ਵੇਖ ਹੀ ਰਹੀ ਸੀ ਕਿ ਬੱਤਰੇ ਦੇ ਕਮਰੇ ਦਾ ਬੂਹਾ ਖੋਲ੍ਹਿਆ ਤੇ ਲਪਕ ਕੇ ਮੇਰੇ ਕੋਲ ਆਇਆ ਤੇ ਬੱਚਿਆਂ ਵਾਂਗ ਮੈਨੂੰ ਬਾਹਾਂ 'ਚ ਪਕੜ ਕੇ ਆਪਣੇ ਕਮਰੇ 'ਚ ਲੈ ਗਿਆ ਤੇ ਬੱਤੀ ਜਗਾ ਕੇ ਬਾਥਰੂਮ 'ਚ ਮੂੰਹ ਧੋਣ ਚਲਾ ਗਿਆ। ਮੈਂ ਹੈਰਾਨ ਜਿਹੀ ਬੈਠੀ ਰਹਿ ਗਈ। ਵਾਪਸ ਆਉਂਦੀ ਉਹਨੇ ਅੱਧੀ ਰਾਤ ਨੂੰ ਪਰੇਸ਼ਾਨ ਕਰਨ ਲਈ ਮਾਫ਼ੀ ਮੰਗੀ ਤੇ ਬੜੀ ਗੰਭੀਰਤਾ ਨਾਲ ਬੋਲਿਆ, ਇਰਾ, ਮੈਂ ਸ਼ੀਲਾ ਨੂੰ ਇੱਕਦਮ ਭੁੱਲ ਜਾਣਾ ਚਾਹੁੰਦਾ। ਕੋਈ ਅਜਿਹਾ ਹੋਵੇ ਜੋ ਮੇਰੀ ਮਦਦ ਕਰ ਸਕੇ। ਆਖਿਰ ਗੱਲ ਕੀ ਹੈ? ਮੈਂ ਪੁੱਛਿਆ। ਬੱਤਰੇ ਦਾ ਇੰਨੇ ਦਿਨਾਂ ਦਾ ਰੁਕਿਆ ਹੋਇਆ ਬੰਨ ਟੁੱਟ ਗਿਆ। ਗੱਲ ਬਹੁਤ ਡੂੰਘੀ ਹੈ, ਤੈਨੂੰ ਕਿਸ ਤਰ੍ਹਾਂ ਦੱਸਾਂ? ਫਿਰ ਠੀਕ ਹੁੰਦੇ ਉਹਨੇ ਕਿਹਾ, ਸ਼ੀਲਾ ਮੇਰੀ ਬੀਵੀ ਨਹੀਂ ਹੈ। ਸੁਣ ਕੇ ਮੈਂ ਅਸਮਾਨ ਤੋਂ ਡਿੱਗੀ। ਤਾਂ ਹੋਰ ਕੀ ਹੈ? ਸ਼ੀਲਾ ਦਾ ਹਾਲ ਸੁਣੇਗੀ ਤਾਂ ਜ਼ਿੰਦਗੀ ਤੋਂ ਮਨ ਹਟ ਜਾਏਗਾ ਤੇਰਾ। ਕੀ ਨਹੀਂ ਹੈ ਸ਼ੀਲਾ ਕੋਲ? ਉਹ ਖੂਬਸੂਰਤ ਹੈ, ਪੜ੍ਹੀ ਲਿਖੀ ਹੈ, ਸਲੀਕੇਦਾਰ ਹੈ। ਸੁਸਾਇਟੀ 'ਚ ਕੋਈ ਵੀ ਉਸ ਨਾਲ ਸ਼ਾਨ ਨਾਲ ਜਾ ਸਕਦਾ ਹੈ, ਉਸ ਨਾਲ ਖੁਸ਼ ਹੋ ਸਕਦਾ ਹੈ, ਪਰ ਸਾਰੀ ਜ਼ਿੰਦਗੀ ਉਸ ਨਾਲ ਨਹੀਂ ਗੁਜ਼ਾਰੀ ਜਾ ਸਕਦੀ। ਮੈਂ ਸਮਝੀ ਨਹੀਂ। ਬੱਤਰਾ ਅੱਗੇ ਦੱਸਣ ਲੱਗਾ, ਰਾਵਲਪਿੰਡੀ 'ਚ ਸ਼ੀਲਾ ਸਾਡੇ ਘਰ ਦੇ ਕੋਲ ਰਹਿੰਦੀ ਸੀ। ਅਸੀਂ ਇੱਕ ਦੂਜੇ ਨੂੰ ਚਾਹੁੰਦੇ ਵੀ ਸੀ, ਪਰ ਦੰਗਿਆਂ 'ਚ ਅਸੀਂ ਜੁਦਾ ਹੋ ਗਏ। ਜਦੋਂ ਸੰਨ 1950 'ਚ ਮੈਂ ਦਿੱਲੀ ਆਇਆ ਤਾਂ ਇੱਕ ਦਿਨ ਸ਼ੀਲਾ ਮੈਨੂੰ ਇੱਕ ਜਾਣ ਪਛਾਣ ਵਾਲੇ ਦੇ ਘਰ ਨਜ਼ਰ ਆਈ। ਉਹਨੇ ਮੇਰੀ ਜਾਣ ਪਛਾਣ ਕਰਾਈ। ਇਹ ਮੇਰੀ ਬੀਵੀ ਹੈ ਵੀਨਾ, ਤੇ ਵੀਨਾ ਇਹ ਹਨ ਮੇਰੇ ਮਿੱਤਰ ਹਰਮਿੰਦਰ ਬੱਤਰਾ। ਅਸੀਂ ਦੋਵਾਂ ਨੇ ਇੱਕ ਦੂਜੇ ਨੂੰ ਵੇਖ ਕੇ ਵੀ ਨਾ ਪਛਾਣਿਆ। ਬੜੇ ਓਪਰੇ ਢੰਗ ਨਾਲ ਅਸੀਂ ਗੱਲਾਂ ਕੀਤੀਆਂ ਤੇ ਸ਼ਾਮ ਹੁੰਦੇ ਹੀ ਮੈਂ ਵਾਪਸ ਆ ਗਿਆ। ਮੈਂ ਸ਼ੀਲਾ ਦਾ ਵੀਨਾ ਨਾਂ ਸੁਣ ਕੇ ਚਕਰਾਇਆ, ਪਰ ਹੁਣ ਤੱਕ ਤਾਂ ਉਹਦੇ ਕਈ ਨਾਂ ਜਾਣ ਚੁੱਕਾ ਸੀ। ਉਸ ਮੁਲਾਕਾਤ ਤੋਂ ਬਾਅਦ ਮੈਂ ਅਜਿਹਾ ਮੌਕਾ ਲੱਭਣ ਲੱਗਾ ਜਦੋਂ ਮੈਂ ਉਹਨੂੰ ਇਕੱਲਾ ਮਿਲ ਸਕਾਂ। ਇੱਕ ਸ਼ਾਮ ਇੰਡੀਆ ਗੇਟ ਦੇ ਕੋਲ ਨਹਿਰ ਕਿਨਾਰੇ ਉਹ ਮੈਨੂੰ ਘੁੰਮਦੀ ਹੋਈ ਦਿਸੀ। ਮੈਂ ਕਾਰ ਰੋਕ ਕੇ ਉਸ ਕੋਲ ਪਹੁੰਚਿਆ। ਉਹ ਇਕੱਲੀ ਸੀ। ਮੈਂ ਆਵਾਜ਼ ਦਿੱਤੀ, ਸ਼ੀਲਾ, ਤੇ 2 ਮਹੀਨੇ ਪਹਿਲਾਂ ਦੀ ਵੀਨਾ ਆਪਣਾ ਨਾਂ ਸੁਣ ਕੇ ਮੁੜ ਪਈ। ਮੈਂ ਬਹੁਤ ਸਾਰੀਆਂ ਗੱਲਾਂ ਉਹਨੂੰ ਕਹਿਣਾ ਚਾਹੁੰਦਾ ਸੀ, ਪਰ ਮੈਂ ਇੰਨਾ ਹੀ ਕਿਹਾ, ਤੂੰ ਘਰ ਵਸਾ ਲਿਆ, ਇਹ ਚੰਗਾ ਕੀਤਾ। ਸ਼ੀਲਾ ਹੱਸ ਪਈ, ਸ਼ੌਖੀ ਨਾਲ ਬੋਲੀ, ਮੈਂ ਹੁਣ ਵੀ ਤੇਰੇ ਨਾਲ ਵਿਆਹ ਕਰ ਸਕਦੀ ਹਾਂ, ਕਰੋਗੇ? ਉਹਦੇ ਇਸ ਸਿੱਧੇ ਸਵਾਲ ਲਈ ਮੈਂ ਤਿਆਰ ਨਹੀਂ ਸੀ। ਕੁਝ ਵੀ ਨਾ ਕਹਿ ਸਕਿਆ ਤਾਂ ਅੱਗੇ ਬੋਲੀ, ਹਰਮਿੰਦਰ, ਚਾਹੇ ਤਾਂ ਮੈਂ ਤੇਰੇ ਘਰ ਤੇਰੀ ਮਰਜ਼ੀ ਨਾਲ ਬੀਵੀ ਬਣ ਕੇ ਰਹਿ ਸਕਦੀ ਹਾਂ। ਮੇਰੇ ਮਨ ਤੇ ਸੱਟ ਲੱਗੀ। ਉਹ ਸ਼ੀਲਾ ਜਿਹਨੂੰ ਮੈਂ ਪਿਆਰ ਕੀਤਾ ਸੀ ਕਿਸ ਤਰ੍ਹਾਂ ਪੇਸ਼ ਆ ਰਹੀ ਸੀ। ਨਾ ਹਿਆ, ਨਾ ਸ਼ਰਮ, ਨਾ ਲਿਹਾਜ਼। ਮੈਂ ਵਿਗੜ ਗਿਆ। ਕੀ ਬੇਹੂਦਾ ਗੱਲਾਂ ਕਰ ਰਹੀ ਹੈ? ਸ਼ੀਲਾ ਨੇ ਸ਼ਾਂਤੀ ਨਾਲ ਜਵਾਬ ਦਿੱਤਾ, ਇਸ 'ਚ ਬੇਹੂਦਗੀ ਕੀ ਹੈ? ਅਸਲੀਅਤ ਜੇ ਬੇਹੂਦਾ ਹੈ ਤਾਂ ਹੈ, ਪਰ ਤੁਸੀਂ ਉਹਨੂੰ ਕਿਵੇਂ ਬਦਲ ਸਕਦੇ ਹੋ? ਕਹਿੰਦੇ ਕਹਿੰਦੇ ਸ਼ੀਲਾ ਉਦਾਸ ਹੋ ਗਈ, ਚੁੱਪ ਹੋ ਗਈ। ਅੱਗੇ ਉਹ ਕੁਝ ਵੀ ਨਾ ਕਹਿ ਸਕੀ। ਬਸ ਇਹੀ ਜ਼ਿੰਦਗੀ ਹੈ ਸ਼ੀਲਾ ਦੀ। ਕੀ ਤੂੰ ਸੋਚ ਸਕਦੀ ਹੈ ਇਹਦਾ? ਪੈਸੇ ਦੀ ਮਾਰ ਨੇ ਤੇ ਘਰ ਦੀਆਂ ਜ਼ਿੰਮੇਵਾਰੀਆਂ ਨੇ ਸ਼ੀਲਾ ਨੂੰ ਇੰਜ ਬਣਾ ਦਿੱਤਾ ਸੀ। ਉਹਦਾ ਬਾਪ ਦੰਗਿਆਂ 'ਚ ਮਾਰਿਆ ਗਿਆ ਸੀ ਤੇ ਉਹ ਕਿਸੇ ਤਰ੍ਹਾਂ ਬਚਾ ਕੇ ਆਪਣੀਆਂ ਭੈਣਾਂ ਤੇ ਮਾਂ ਨੂੰ ਲੈ ਕੇ ਭੱਜੀ ਸੀ। ਫਿਰ ਕੀ ਨਹੀਂ ਭੋਗਿਆ ਉਹਨੇ ਜਿਉਂਦਿਆਂ ਰਹਿਣ ਲਈ, ਕੀ ਨਹੀਂ ਕੀਤਾ। ਆਖਰ ਉਹ ਜਿਸ ਚੱਕਰ 'ਚ ਪੈ ਗਈ ਸੀ ਉਸ ਬਾਰੇ ਉਹਨੇ ਆਪਣੀ ਮਾਂ ਨੂੰ ਇਹੀ ਦੱਸਿਆ ਹੋਇਆ ਸੀ ਕਿ ਉਹਦੀ ਨੌਕਰੀ ਦੌਰੇ ਦੀ ਸੀ। ਵਕਤ ਬੇਵਕਤ ਕਦੇ ਵੀ ਜਾਣਾ ਪੈ ਸਕਦਾ ਤੇ 3-3 4-4 ਮਹੀਨੇ ਬਾਹਰ ਰਹਿਣਾ ਪੈ ਸਕਦਾ। ਤੈਨੂੰ ਯਾਦ ਹੋਏਗਾ ਜਦੋਂ ਅਸੀਂ ਸ਼ਿਮਲੇ ਗਏ ਸੀ, ਉਦੋਂ ਉਹਨੇ ਆਪਣੀ ਮਾਂ ਨੂੰ ਉੱਥੋਂ 1000 ਰੁਪਏ ਦਾ ਡਰਾਫਟ ਭਿਜਵਾਇਆ ਸੀ। ਉਹ ਇਸੇ ਤਰ੍ਹਾਂ ਆਦਮੀਆਂ ਦੀ ਬੀਵੀ ਬਣ ਕੇ ਰਹਿੰਦੀ ਹੈ ਜਦੋਂ ਤੱਕ ਉਹ ਚਾਹੁੰਦੇ ਹਨ। ਜਦੋਂ ਨਹੀਂ ਚਾਹੁੰਦੇ ਉਹ ਆਪਣੇ ਘਰ ਮੁੜ ਜਾਂਦੀ ਹੈ। ਜੇ ਵਿਚਕਾਰ ਲੋੜ ਪੈ ਜਾਏ ਤਾਂ ਸ਼ੀਲਾ ਨੂੰ ਘਰੋਂ ਹਟਾਉਣਾ ਹੋਵੇ ਤਾਂ ਉਹ ਕਿਧਰੇ ਹੋਰ ਵੀ ਚਲੀ ਜਾਂਦੀ ਹੈ। ਕੁਝ ਦਿਨ ਬਾਅਦ ਫਿਰ ਆ ਜਾਂਦੀ ਹੈ। ਉਹ ਹਰ ਘਰ 'ਚ ਬੀਵੀ ਦਾ ਨਕਾਬ ਲਗਾ ਕੇ ਰਹਿੰਦੀ ਹੈ ਤੇ ਘਰ ਦਾ ਇਸ ਤਰ੍ਹਾਂ ਦਾ ਧਿਆਨ ਰੱਖਦੀ ਹੈ ਜਿੰਨਾ ਕਿ ਬੀਵੀਆਂ ਵੀ ਨਹੀਂ ਰੱਖ ਸਕਦੀਆਂ। ਆਪਣੀਆਂ ਸਰੀਰਕ ਤੇ ਆਰਥਿਕ ਲੋੜਾਂ ਨੂੰ ਪੂਰਾ ਕਰਨ ਦਾ ਇਹੀ ਸਾਧਨ ਹੈ ਉਸ ਕੋਲ। ਵੱਡੇ ਵੱਡੇ ਘਰਾਂ ਨਾਲ ਮੇਲ ਮੁਲਾਕਾਤ ਹੈ ਉਹਦੀ, ਤੇ ਹੁਣ ਸ਼ਾਇਦ 10-20 ਹਜ਼ਾਰ ਰੁਪਇਆ ਵੀ ਉਸ ਕੋਲ ਹੈ। ਇਸ ਵਾਰ ਕਹਿ ਰਹੀ ਸੀ, ਮਨ ਬੜਾ ਦੁਖੀ ਹੁੰਦਾ ਹੈ, ਪਰ ਕੀ ਕਰਾਂ। ਉਹ ਇੱਕ ਸ਼ਰੀਫ ਔਰਤ ਹੈ। ਵਕਤ ਤੇ ਪੈਸੇ ਦੀ ਮਾਰ ਨੇ ਉਹਨੂੰ ਬੁਰਾ ਬਣਾਇਆ। ਵਕਤ ਦੀ ਮਾਰ ਖਾਂਦੇ ਖਾਂਦੇ ਹੁਣ ਉਹ, ਮੈਂ ਕੀ ਕਹਾਂ, ਕੀ ਕਰਾਂ ਉਸ ਲਈ। ਤੁਸੀਂ ਉਸ ਨਾਲ ਵਿਆਹ ਕਿਉਂ ਨਹੀਂ ਕਰ ਲੈਂਦੇ? ਮੈਂ ਕਿਹਾ। ਬੱਤਰਾ ਕੁਝ ਦੇਰ ਚੁੱਪ ਰਿਹਾ, ਫਿਰ ਬੋਲਿਆ, ਵਿਆਹ ਕਰ ਲਵਾਂ ਤਾਂ ਜਿੱਥੇ ਉੱਠਦਾ ਬੈਠਦਾ ਉੱਥੇ ਇੰਨੀ ਇੱਜ਼ਤ ਰਹਿ ਜਾਏਗੀ, ਤੇ ਸ਼ੀਲਾ ਨੇ ਜੇ ਫਿਰ ਵੀ ਧੋਖਾ ਦਿੱਤਾ ਤਾਂ ਕਿਸੇ ਪਾਸੇ ਦਾ ਰਹਿ ਨਹੀਂ ਜਾਵਾਂਗਾ। ਮੈਨੂੰ ਬੜੀ ਯਾਦ ਆਉਂਦੀ ਹੈ ਉਹਦੀ। ਹੁਣ ਪਤਾ ਨਹੀਂ ਉਹ ਕਿਸ ਨਾਂ ਤੋਂ ਕਿੱਥੇ ਦਿਨ ਗੁਜ਼ਾਰ ਰਹੀ ਹੋਏਗੀ। ਉਹਦੀ ਇੱਜ਼ਤ ਕਰਨ ਲਈ ਹੀ ਮੈਂ ਤੇਰੇ ਨਾਲ ਉਹਨੂੰ ਆਪਣੀ ਬੀਵੀ ਦੇ ਰੂਪ 'ਚ ਜਾਣ ਪਛਾਣ ਕਰਾਈ ਸੀ। ਮੈਂ ਉਹਨੂੰ ਬਹੁਤ ਚਾਹੁੰਦਾ ਆਇਰਾ। ਮੇਰਾ ਮਨ ਅੰਦਰ ਹੀ ਅੰਦਰ ਰੋਂਦਾ ਹੈ। ਮੈਨੂੰ ਕਿਧਰੇ ਵੀ ਚੈਨ ਨਹੀਂ ਮਿਲਦਾ ਤੇ ਇਸ ਇਕੱਲੇਪਨ ਤੋਂ ਜਦੋਂ ਮੈਂ ਘਬਰਾਉਣਾ ਤਾਂ ਰਿਕਾਰਡ ਸੁਣਦਾ, ਰੱਬ ਨੂੰ ਆਵਾਜ਼ਾਂ ਮਾਰਦਾ। ਮੇਰਾ ਇਕੱਲਾਪਨ ਦੂਰ ਹੈ। ਇੱਕ ਪਰਤ ਮੇਰੀ ਹੈ, ਇੱਕ ਪਰਤ ਸ਼ੀਲਾ ਦੀ। ਉਹਨਾਂ ਦੋਹਾਂ ਪਰਤਾਂ ਵਿਚਕਾਰ ਮੇਰਾ ਸਾਹ ਘੁੱਟਦਾ ਹੈ।
ਇਹ ਕਹਿ ਕੇ ਉੱਠਿਆ ਤੇ ਪਰੇਸ਼ਾਨੀ ਨਾਲ ਘੁੰਮਣ ਲੱਗਾ। ਜੇ ਮੈਂ ਲੌਨ 'ਚ ਹੁੰਦੀ ਤਾਂ ਉਹਦੀ ਕੈਦ ਪਰਛਾਈ ਮੈਨੂੰ ਦਿਖਾਈ ਦਿੰਦੀ, ਪਰ ਇਸ ਪਲ ਮੈਨੂੰ ਉਹਦੀ ਕੈਦ ਆਤਮਾ ਦੇ ਦਰਸ਼ਨ ਹੋ ਰਹੇ ਸਨ। ਬੋਰ ਹੋ ਕੇ ਮੈਂ ਖੜੀ ਹੋ ਗਈ ਸੀ। ਮੈਨੂੰ ਇਸ ਵੇਲੇ ਬੱਤਰਾ ਦੀ ਉਹ ਦੁਨੀਆ ਝੂਠ ਤੇ ਵਿਲਾਸਤਾ ਦੀ ਨਕਾਬ ਪਾ ਕੇ ਅਸਲੀਅਤ ਸਾਬਤ ਕਰਨ ਦੀ ਦੁਨੀਆ ਲੱਗੀ ਸੀ। ਪਰ ਅੱਜ ਜਦੋਂ ਮੈਂ ਉਹਨਾਂ ਰਾਹਾਂ ਤੋਂ ਲੰਘ ਕੇ ਆਈ ਹਾਂ ਤਾਂ ਕੁਝ ਵੀ ਮੰਨ ਸਕਣ ਲਈ ਤਿਆਰ ਹਾਂ। ਉਹਦੀ ਦੁਨੀਆ ਝੂਠੀ ਤੇ ਉਹਦੀਆਂ ਪਰੇਸ਼ਾਨੀਆਂ ਜਾਂ ਦੁੱਖ ਖਾਮਖਾ ਲੱਗਣ ਦੇ ਬਾਵਜੂਦ ਬੱਤਰਾ ਦੀ ਬੇਹਾਲੀ ਮੈਨੂੰ ਸਤਾ ਰਹੀ ਸੀ। ਉਹਨੂੰ ਇਸ ਤਰ੍ਹਾਂ ਛਟਪਟਾਉਂਦੇ ਤੇ ਘੁੰਮਦੇ ਦੇਖ ਕੇ ਮੇਰਾ ਦਿਲ ਭਰ ਆਉਂਦਾ ਸੀ ਤੇ ਕਦੇ-ਕਦੇ ਇੱਕ ਪਲ ਲਈ ਮੈਨੂੰ ਇਸ ਵਿੱਚ ਵਿਮਲ ਦਾ ਪਰਛਾਵਾਂ ਵੀ ਵਿਖਾਈ ਪੈਂਦਾ ਸੀ। ਪਰੇਸ਼ਾਨ ਹੋਣ ਤੇ ਵੀ ਉਹ ਇੰਜੀ ਝੁੰਝਲਾ ਕੇ ਘੁੰਮਿਆ ਕਰਦਾ ਸੀ। ਮੈਂ ਖਾਮੋਸ਼ ਖੜੀ ਸੀ ਕਿ ਸਾਹਮਣੇ ਸ਼ੀਸ਼ੇ 'ਚ ਨਜ਼ਰ ਪਈ ਪਿਛਲੀ ਸ਼ਾਮ ਸਵਾਰੇ ਹੋਏ ਰੂਪ ਦਾ ਕੁਝ ਅਸਰ ਬਾਕੀ ਸੀ। ਕਾਸ਼ ਵਿਮਲ ਹੁੰਦਾ ਤਾਂ ਮੈਂ ਕੀ ਬਣਦੀ। ਉਹ ਇਹ ਸੁਜਲੀ ਰਾਤ 'ਚ ਮੈਂ ਬੱਤਰੇ ਦੇ ਦੁੱਖ ਦੀ ਗਵਾਹ ਨਾ ਹੋ ਕੇ ਭਰਪੂਰ ਸੁੱਖਾਂ ਨੂੰ ਭੋਗ ਰਹੀ ਹੁੰਦੀ। ਇੱਕਦਮ ਬੱਤਰਾ ਮੇਰੇ ਸਾਹਮਣੇ ਆ ਕੇ ਰੁਕ ਗਿਆ। ਉਹਦੀਆਂ ਨਜ਼ਰਾਂ ਮੈਨੂੰ ਬਹੁਤ ਪਛਾਣੀਆਂ ਜਿਹੀਆਂ ਲੱਗੀਆਂ, ਬਿਲਕੁਲ ਵਿਮਲ ਵਰਗੀਆਂ। ਜਦੋਂ ਮੈਂ ਰਾਤ ਨੂੰ ਘਰ ਵਾਪਸ ਪਹੁੰਚਦੀ ਸੀ ਤਾਂ ਗੁੰਮਸੁੰਮ ਪਿਆ ਵਿਮਲ ਮੇਰੇ ਰੂਪ ਸਹਾਰੇ ਜਾਗਦਾ ਸੀ। ਉਹਦਾ ਮੁਰਝਾਇਆ ਹੋਇਆ ਮਨ ਕਮਲ ਖਿੜਦਾ ਸੀ ਤੇ ਮੈਨੂੰ ਬਿਲਕੁਲ ਇਸੇ ਤਰ੍ਹਾਂ ਵੇਖਦਾ ਸੀ। ਬੱਤਰਾ ਦੇ ਹੱਥ ਮੇਰੇ ਲੱਕ ਦੁਆਲੇ ਹੋ ਗਏ ਸਨ। ਉਹ ਕਿੰਨੀ ਸਮਾਨਤਾ ਸੀ ਉਹਦੇ ਸਪਰਸ਼ ਵਿੱਚ। ਤੇ ਬੱਤਰੇ ਨੇ ਮੈਨੂੰ ਨਜ਼ਦੀਕ ਲੈਂਦੇ ਹੋਏ ਬੜੀ ਗਹਿਰਾਈ ਨਾਲ ਚੁੰਮ ਲਿਆ ਤੇ ਫਿਰ ਬੁੱਲਾਂ ਤੇ ਬੁੱਲ ਰੱਖ ਕੇ ਨੀਂਦੀਆਂ ਅੱਖਾਂ ਨਾਲ ਮੇਰੀਆਂ ਅੱਖਾਂ 'ਚ ਵੇਖਣ ਦੀ ਕੋਸ਼ਿਸ਼ ਕਰਦਾ ਰਿਹਾ। ਉਹਦੇ ਗਰਮ ਸਾਹ ਤੇ ਕੱਸਦੀਆਂ ਬਾਹਾਂ ਮੈਨੂੰ ਬੇਹਾਲ ਕਰਦੇ ਜਾ ਰਹੇ ਸਨ। ਉਹਦਾ ਚਿਹਰਾ, ਉਹਦੇ ਸਪਰਸ਼, ਉਹਦੇ ਸਾਹ ਤੇ ਉਹਦੀਆਂ ਮਾਦਕਤਾ ਭਰੀਆਂ ਅੱਖਾਂ ਬਿਲਕੁਲ ਵਿਮਲ ਵਾਂਗ ਸਨ। ਉਹੀ ਉਮਸ ਤੋਂ ਉਖੜੇ ਸਾਹ ਸਨ, ਵੈਸਾ ਹੀ ਸਮਰਪਣ ਸੀ। ਨੈਕਸਟ। ਪਰ ਸਵੇਰ ਵੇਲੇ ਮੇਰਾ ਮਨ ਸ਼ਰਮਿੰਦਗੀ ਨਾਲ ਭਰਿਆ ਹੋਇਆ ਸੀ। ਬੱਤਰਾ ਵੀ ਮੈਨੂੰ ਦੱਸੇ ਬਗੈਰ ਸਵੇਰੇ ਨਿਕਲ ਗਿਆ ਸੀ ਤੇ ਮੈਂ ਇਕੱਲੀ ਕਮਰਿਆਂ 'ਚ ਘੁੰਮਦੀ ਰਹੀ। ਇੱਕ ਪਾਸੇ ਕੁਝ ਸੁੱਖ ਦੀ ਅਨੁਭੂਤੀ ਸੀ, ਦੂਜੇ ਪਾਸੇ ਸ਼ਰਮਿੰਦਗੀ ਸੀ। ਮੇਰੇ ਨਾਲ ਹੀ ਸਾਰਾ ਘਰ ਹੁਣ ਮੈਨੂੰ ਆਪਣਾ ਲੱਗ ਰਿਹਾ ਸੀ। ਪਰ ਦੂਜੇ ਪਲ ਖਿਆਲ ਆਉਂਦਾ ਕਿ ਕਿਧਰੇ ਆਰਥਿਕ ਦਾਸਤਾਂ ਕਾਰਨ ਠੱਗੀ ਤਾਂ ਨਹੀਂ ਗਈਆਂ। ਕੀ ਭਰੋਸਾ ਸੀ ਕਿਸੇ ਦਾ। ਵਿਮਲ ਤੋਂ ਜੋ ਵਿਸ਼ਵਾਸ ਮਿਲਦਾ ਸੀ ਉਹ ਇੱਥੇ ਨਹੀਂ ਸੀ। ਇਹ ਮੈਂ ਬਾਅਦ 'ਚ ਮਹਿਸੂਸ ਕੀਤਾ। ਇਹ ਸਿਰਫ ਇੱਕ ਜ਼ਰੂਰਤ ਸੀ ਤੇ ਇਹ ਜ਼ਰੂਰਤ ਬਹੁਤੀ ਵੱਡੀ ਨਾ ਹੁੰਦੇ ਹੋਏ ਵੀ ਇੱਕ ਪਲ ਵਿਸ਼ੇਸ਼ ਤੇ ਵਿਕਰਾਲ ਬਣ ਜਾਂਦੀ ਹੈ। ਸਾਰੀਆਂ ਮਾਨਤਾਵਾਂ ਧਰੀਆਂ ਰਹਿ ਜਾਂਦੀਆਂ। ਇਸ ਤੋਂ ਬਾਅਦ ਬੱਤਰੇ ਨੇ ਮੈਨੂੰ ਤਨਖਾਹ ਦੇਣੀ ਬੰਦ ਕਰਤੀ। ਜੇ ਉਹ ਦਿੰਦਾ ਤਾਂ ਸੱਚਮੁੱਚ ਮੈਨੂੰ ਬੜੀ ਸੱਟ ਲੱਗਦੀ, ਪਰ ਖਰਚ ਕਰਨ ਲਈ ਉਹ ਮੇਜ਼ ਉੱਤੇ 150 ਰੁਪਏ ਛੱਡ ਜਾਂਦਾ ਸੀ। ਚਾਹੁੰਦੇ ਨਾ ਚਾਹੁੰਦੇ ਹੋਏ ਵੀ ਇਹ ਕ੍ਰਮ ਚੱਲਦਾ ਰਿਹਾ। ਮੈਨੂੰ ਪਹਿਲੀ ਵਾਰ ਲੱਗਾ ਕਿ ਆਤਮਾ ਦੀ ਸਵੀਕ੍ਰਿਤੀ ਬਗੈਰ ਵੀ ਇਹ ਸਭ ਕੁਝ ਹੋ ਸਕਦਾ ਹੈ। ਸਿਰਫ ਭਾਵਨਾਵਾਂ ਦੇ ਬੁਲਬੁਲੇ ਸਰੀਰਕ ਸੰਪਰਕ ਲਈ ਕਾਫੀ ਹੁੰਦੇ ਹਨ ਤੇ ਇਕੱਠਿਆਂ ਦੋਹਰੀ ਜ਼ਿੰਦਗੀ ਚੱਲ ਸਕਦੀ ਹੈ। ਕਿਸੇ ਨੂੰ ਨਾ ਚਾਹੁੰਦੇ ਹੋਏ ਵੀ ਦੁਨਿਆਵੀ ਗੱਲਾਂ ਠੀਕ ਠਾਕ ਚੱਲਦੀਆਂ ਰਹਿ ਸਕਦੀਆਂ ਤੇ ਸ਼ਾਦੀ ਕਰਨ ਨਾਲ ਕੋਈ ਵੱਡਾ ਫਰਕ ਨਹੀਂ ਆਉਂਦਾ, ਕਿਉਂਕਿ ਸ਼ਾਦੀ ਦਾ ਆਤਮਾ ਨਾਲ ਕੋਈ ਸੰਬੰਧ ਨਹੀਂ ਹੈ। ਜੇ ਆਤਮਕ ਮਿਲਣ ਦੀ ਹੀ ਗੱਲ ਹੁੰਦੀ ਤਾਂ ਸ਼ਾਦੀਆਂ ਕਰਨ ਦੀ ਉਮਰ 50 ਤੋਂ ਬਾਅਦ ਦੀ ਹੁੰਦੀ। ਇਹ ਮਹਿਜ਼ ਇੱਕ ਸਰੀਰਕ ਲੋੜ ਹੈ ਜਿਹਨੂੰ ਆਦਰਸ਼ ਦਾ ਤਾਜ ਪਵਾ ਕੇ ਗਰਿਮਾ ਪ੍ਰਦਾਨ ਕਰ ਦਿੱਤੀ ਗਈ ਹੈ। ਹਰ ਵਿਆਹੁਤਾ ਜੋੜਾ 25 ਤੋਂ 35 ਤੱਕ ਆਦਮੀ ਤੇ ਔਰਤ ਵਾਂਗ ਰਹਿੰਦਾ ਹੈ, 35 ਤੋਂ 45 ਤੱਕ ਪਤੀ ਪਤਨੀ ਵਾਂਗ, 45 ਤੋਂ 55 ਤੱਕ ਦੋਸਤਾਂ ਵਾਂਗ, 55 ਤੋਂ 65 ਤੱਕ ਭੈਣ ਭਰਾ ਵਾਂਗ ਤੇ 65 ਦੀ ਉਮਰ ਤੋਂ ਪਾਰ ਕਰਦੇ ਹੀ ਉਹ ਮਾਂ ਤੇ ਪੁੱਤਰ ਵਾਂਗ ਹੋ ਜਾਂਦੇ ਹੈ। ਅਧਿਆਤਮਕ ਮਿਲਣ ਦੀ ਗੱਲ 65 ਤੋਂ ਬਾਅਦ ਹੀ ਆਉਂਦੀ ਹੈ। ਇਸ ਯਥਾਰਥ ਵਿੱਚ ਵੀ ਇੱਕ ਖੂਬਸੂਰਤੀ ਹੈ। ਅਜਿਹਾ ਹੁੰਦਾ ਹੈ ਤਿਲਕ ਜਿਨ੍ਹਾਂ ਨੇ 25 ਦੀ ਉਮਰ ਤੋਂ ਵਿਆਹਤਾ ਜੀਵਨ ਸ਼ੁਰੂ ਕੀਤਾ, ਉਹ ਇਹਨਾਂ ਪੌੜੀਆਂ ਤੋਂ ਹੇਠਾਂ ਉਤਰੇ ਹਨ। ਨੈਕਸਟ। ਇਰਾ ਦੀ ਗੱਲ ਸੁਣ ਕੇ ਮੈਨੂੰ ਹਾਸਾ ਆ ਗਿਆ ਸੀ। ਸੋਚ ਕੇ ਮੈਂ ਕਾਫੀ ਦੇਰ ਤੱਕ ਹੱਸਦਾ ਰਿਹਾ। ਮੈਨੂੰ ਹੱਸਦੇ ਵੇਖ ਕੇ ਇਰਾ ਵੀ ਹੱਸ ਪਈ। ਕਿਉਂ ਬੇਹੂਦੀਆਂ ਗੱਲਾਂ ਕਰ ਰਹੀ ਹੈ? ਕੁਝ ਨਾ ਕੁਝ ਬੇਹੂਦਗੀ ਤਾਂ ਹੈ ਹੀ, ਮੈਂ ਕਿਹਾ ਤਾਂ ਉਹ ਹੱਸ ਪਈ। ਬੋਲੀ ਤੇ ਇਹ ਕੋਈ ਘੱਟ ਬੇਹੂਦਗੀ ਹੈ ਕਿ ਮੈਂ ਸੋਲੰਕੀ ਨੂੰ ਆਪ ਪਹਿਲਗਾਮ ਤੋਂ ਬੁਲਾ ਕੇ ਲਿਆਈ। ਉਦੋਂ ਸਾਡੀ ਨਜ਼ਰ ਡਾਕ ਬੰਗਲੇ ਦੇ ਵਰਾਂਡੇ ਵੱਲ ਗਈ। ਇੱਕ ਵੱਡਾ ਜਿਹਾ ਕਾਲਾ ਧੱਬਾ ਉੱਥੇ ਚੱਲਦਾ ਹੋਇਆ ਨਜ਼ਰ ਆ ਰਿਹਾ ਸੀ। ਮੈਂ ਇਰਾ ਨੂੰ ਦਿਖਾਇਆ ਤਾਂ ਉਹ ਬੋਲੀ ਸੋਲੰਕੀ ਹੋਏਗਾ। ਅੱਖ ਖੋਲ੍ਹਣ ਤੇ ਜਦੋਂ ਮੈਂ ਵਿਖਾਈ ਨਹੀਂ ਦਿੱਤੀ ਹੋਵਾਂਗੀ ਤਾਂ ਮੈਨੂੰ ਵੇਖਣ ਲਈ ਨਿਕਲਿਆ ਹੋਏਗਾ। ਹੁਣ ਉਹ ਕੀ ਸੋਚ ਰਿਹਾ ਹੋਏਗਾ? ਮੈਂ ਪੁੱਛਿਆ ਤੇ ਇਰਾ ਕਹਿੰਦੀ ਉਹ ਸਾਨੂੰ ਇੱਥੇ ਲੱਭਣ ਨਹੀਂ ਆਏਗਾ। ਸੋਲੰਕੀ ਬਹੁਤ ਡਰਪੋਕ ਵੀ ਹੈ। ਨੈਕਸਟ। ਉਦੋਂ ਹੀ ਆਰਾਮ ਨਾਲ ਲੰਮੀ ਪਈ ਇਰਾ ਨੂੰ ਮੋਢੇ ਤੋਂ ਚੁੱਕਦੇ ਹੋਏ ਮੈਂ ਵੀ ਖੜਾ ਹੋ ਗਿਆ। ਰਾਤ ਬੀਤ ਚੁੱਕੀ ਸੀ। ਸਵੇਰ ਦਾ ਪੰਛੀ ਖੰਭਾਂ 'ਚ ਰੌਸ਼ਨੀ ਲੈ ਕੇ ਆਉਣ ਹੀ ਵਾਲਾ ਸੀ। ਸਾਡੇ ਦੋਵਾਂ ਦੇ ਕੱਪੜੇ ਗਿੱਲੇ ਜਿਹੇ ਹੋ ਗਏ ਸੀ। ਘਾਹ ਤੋਂ ਗੰਧ ਉੱਠ ਰਹੀ ਸੀ।
ਧੁੰਦਲਕਾ ਥਾਂ ਤੇ ਜ਼ਿਆਦਾ ਗਹਿਰਾ ਹੋ ਕੇ ਲਟਕਿਆ ਹੋਇਆ ਸੀ। ਸਰਦੀ ਵੱਧ ਗਈ ਸੀ। ਘਾਟੀ ਦੀ ਟੇਢੀ ਵਿੰਗੀ ਜ਼ਮੀਨ ਸਿਮਟੀ ਸੁੰਗੜੀ ਜੀ ਪਈ ਸੀ। ਡਾਕ ਬੰਗਲੇ 'ਚ ਸੋਲੰਕੀ ਨੇ ਰੌਸ਼ਨੀ ਜਗਾ ਦਿੱਤੀ ਸੀ। ਆਕੜ ਭੰਦੇ ਹੋਏ ਇਰਾ ਨੇ ਕਿਹਾ, ਹੁਣ ਮੈਂ ਕੁਲਹਾਈ ਨਹੀਂ ਜਾ ਸਕਦੀ। ਮੈਂ ਕੰਬਲ ਚੁੱਕਦੇ ਹੋਏ ਹਾਂ ਕਰਤੀ। ਇਰਾ ਬੋਲੀ, ਤੁਸੀਂ ਜਾਣਾ ਚਾਹੋ ਤਾਂ ਚਲੇ ਜਾਣਾ, ਮੈਂ ਇੱਥੇ ਰੁਕ ਜਾਵਾਂਗੀ। ਮੈਂ ਵੀ ਸਾਰੀ ਰਾਤ ਜਾਗਣ ਬਾਅਦ ਹਿੰਮਤ ਨਹੀਂ ਕਰ ਸਕਦਾ ਸੀ, ਇਸ ਲਈ ਮੈਂ ਵੀ ਕਹਿਤਾ ਮੈਂ ਵੀ ਨਹੀਂ ਜਾਵਾਂਗਾ। ਸੋਲੰਕੀ ਨੂੰ ਭੇਜ ਦੇਵਾਂਗੇ, ਠੀਕ ਹੈ ਨਾ? ਤੇ ਉਹ ਫਿਰ ਹੱਸਣ ਲੱਗ ਪਈ। ਮੈਂ ਬੜਾ ਹੀ ਤ੍ਰਿਪਤ ਸੀ। ਪਹਿਲਗਾਮ ਤੋਂ ਤੁਰਦੇ ਹੋਏ ਜੋ ਘੁੱਟਣ ਮੈਂ ਮਹਿਸੂਸ ਕਰ ਰਿਹਾ ਸੀ, ਹੁਣ ਉਹ ਨਹੀਂ ਰਹੀ ਸੀ। ਪਾਣੀ ਦੀ ਉਹ ਅੱਗ ਮੈਨੂੰ ਨਹੀਂ ਸਾੜ ਰਹੀ ਸੀ। ਸਿਰਫ ਇਹਨਾਂ ਗੱਲਾਂ 'ਚ ਜਿਵੇਂ ਸਭ ਸ਼ਾਮਲ ਹੋ ਗਿਆ ਸੀ। ਨੇੜਤਾ ਤੇ ਖੁੱਲ੍ਹ ਕੇ ਗੱਲਾਂ ਕਰ ਸਕਣ ਦੀ ਸਹੂਲਤ ਬਹੁਤ ਹੱਦ ਤੱਕ ਵਾਸਨਾ ਨੂੰ ਮਾਰ ਦਿੰਦੀ ਹੈ, ਕਿਉਂਕਿ ਆਦਮੀ 'ਚ ਸਿਰਫ ਸਰੀਰਕ ਪਿਆਸ ਹੀ ਨਹੀਂ ਹੁੰਦੀ, ਸਗੋਂ ਵਾਸਨਾਤਮਕ ਪਿਆਸ ਮਾਨਸਿਕ ਦਵੰਦ ਰਹੀ ਚੱਲਦੀ ਹੈ। ਤੇ ਮਨ ਦੀ ਭੁੱਖ ਵਿਸ਼ਵਾਸ ਤੇ ਸਿਰਫ ਇਕੱਲੇਪਨ ਨਾਲ ਹੀ ਮਿਟ ਜਾਂਦੀ ਹੈ। ਮਮਤਾ ਤੇ ਸੁੰਦਰਤਾ ਦੀ ਅਨੁਭੂਤੀ ਮਨ ਨੂੰ ਆਨੰਦ ਦਿੰਦੀ ਹੈ। ਅੱਜ ਇਰਾ ਮੇਰੇ ਨਾਲ ਸੀ, ਬਿਲਕੁਲ ਮੇਰੀ ਸੀ, ਪਰ ਸਵਕ੍ਰਿਤੀ ਇਸ ਰਾਤ ਵਿੱਚ ਉਹ ਕੁਝ ਵੀ ਨਹੀਂ ਹੋਇਆ ਜਿਹਦਾ ਮੈਨੂੰ ਡਰ ਸੀ। ਸਵਕ੍ਰਿਤੀ ਦੀ ਇਸ ਰਾਤ ਵਿੱਚ ਸਗੋਂ ਮਨ ਧੋਤਾ ਹੋਇਆ ਤੇ ਬਹੁਤ ਹੀ ਨਿਰਮਲ ਸੀ। ਮੋਢਿਆਂ ਉੱਤੇ ਕੰਬਲ ਪਾ ਕੇ ਅਸੀਂ ਡਾਕ ਬੰਗਲੇ ਵੱਲ ਚੱਲ ਪਏ। ਵਰਾਂਡੇ 'ਚ ਪਹੁੰਚਦੇ ਹੀ ਸੋਲੰਕੀ ਅੰਦਰ ਵੜ ਗਿਆ ਤੇ ਆਪਣੇ ਬਿਸਤਰੇ 'ਚ ਫੇਰ ਪਸਰ ਗਿਆ। ਇਰਾ ਬੱਤੀ ਬੁਝਾ ਕੇ ਆਪਣੇ ਬਿਸਤਰੇ 'ਚ ਵੜ ਗਈ। ਨੈਕਸਟ। ਸਵੇਰੇ 9 ਵਜੇ ਅੱਖ ਖੁੱਲੀ। ਸੋਲੰਕੀ ਬੈਠਾ ਚਾਹ ਪੀ ਰਿਹਾ ਸੀ ਤੇ ਇਰਾ ਜੈਮ ਦਾ ਡਿੱਬਾ ਕੱਟ ਰਹੀ ਸੀ। ਮੈਨੂੰ ਕੁਝ ਵੀ ਨਾ ਖਲਿਆ, ਸਗੋਂ ਇਹ ਚੰਗਾ ਹੀ ਲੱਗਾ ਕਿ ਇਰਾ ਨੇ ਸੋਲੰਕੀ ਦਾ ਵੀ ਧਿਆਨ ਰੱਖਿਆ। ਘੋੜੇ ਵਾਲੇ ਨੂੰ ਉਹਨਾਂ ਨੇ ਕਹਿ ਦਿੱਤਾ ਸੀ ਕਿ ਹੁਣ ਕੁਲਹਾਈ ਕੱਲ੍ਹ ਜਾਵਾਂਗੇ। ਨਾਲ ਵਾਲੇ ਕਮਰੇ 'ਚ ਠਹਿਰੇ ਹੋਏ ਸੈਲਾਨੀ ਜਾ ਚੁੱਕੇ ਸਨ। ਘਾਟੀ ਬਹੁਤ ਸਾਫ਼ ਤੇ ਸੁੰਦਰ ਲੱਗ ਰਹੀ ਸੀ। ਆਓ ਮਿਸਟਰ ਤਿਲਕ, ਸੋਲੰਕੀ ਨੇ ਮੈਨੂੰ ਪੁਕਾਰਿਆ ਤੇ ਇਰਾ ਵੀ ਬੋਲੀ। ਅਸੀਂ ਬੈੱਡ ਹੀ ਲੈ ਰਹੇ ਹਾਂ। ਸੋਲੰਕੀ ਬਰਸ਼ ਕਰ ਚੁੱਕਾ ਹੈ। ਮੈਂ ਵੀ ਉੱਠ ਕੇ ਉੱਥੇ ਪਹੁੰਚ ਗਿਆ। ਸੋਲੰਕੀ ਦਾ ਚਿਹਰਾ ਕੁਝ ਜ਼ਿਆਦਾ ਹੀ ਭਰਿਆ ਲੱਗ ਰਿਹਾ ਸੀ ਤੇ ਇਰਾ ਗੱਲ ਉੱਤੇ ਮੁਸਕਰਾ ਰਹੀ ਸੀ। ਕੱਲ ਤਾਂ ਅਸੀਂ ਜਾਵਾਂਗੇ ਹੀ ਨਾ? ਸੋਲੰਕੀ ਨੇ ਇਰਾ ਤੋਂ ਪੁੱਛਿਆ। ਇਰਾ ਨੇ ਮੇਰੇ ਵੱਲ ਵੇਖਿਆ ਤਾਂ ਸੋਲੰਕੀ ਨੂੰ ਥੋੜਾ ਮਹਿਸੂਸ ਹੋ ਗਿਆ। ਮੈਂ ਕਿਹਾ, ਜ਼ਰੂਰ। ਕੀ ਪਤਾ ਸਾਹਿਬ, ਤੁਸੀਂ ਲੋਕ ਮੁੱਢੀ ਆਦਮੀ ਠਹਿਰੇ। ਅਸੀਂ ਫੌਜ ਦੇ ਆਦਮੀ ਜੋ ਤੈਅ ਕਰਦੇ ਹਾਂ ਉਹ ਕਰਦੇ ਹਾਂ। ਦੂਸਰੀ ਲੜਾਈ ਵਿੱਚ ਮੈਂ ਜਾਪਾਨੀਆਂ ਨਾਲ ਲੜਿਆ ਸੀ। ਸਾਡਾ ਪੜਾਅ ਪਿਨੌਂਗ 'ਚ ਸੀ, ਪਰ ਜਿਸ ਵੇਲੇ ਸਿੰਗਾਪੁਰ 'ਚ ਪ੍ਰਿੰਸ ਆਫ ਵੇਲਜ਼ ਜਹਾਜ਼ ਡੁਬਾਇਆ ਗਿਆ ਸੀ, ਸਾਡੀ ਟੁਕੜੀ ਉੱਥੇ ਪਹੁੰਚ ਚੁੱਕੀ ਸੀ। ਉਹਦੀ ਗੱਲ ਦਾ ਸਿਲਸਿਲਾ ਕੀ ਸੀ ਮੈਂ ਸਮਝ ਨਾ ਸਕਿਆ। ਇਰਾ ਨੇ ਮਜ਼ਾਕ ਕੀਤਾ, ਤੇ ਤੁਸੀਂ ਲੋਕਾਂ ਨੇ ਤੈਅ ਕਰ ਲਿਆ ਸੀ ਕਿ ਸਰੈਂਡਰ ਕਰਨਾ ਹੈ, ਇਸ ਲਈ ਚਿੱਟੇ ਝੰਡੇ ਵਿਖਾ ਕੇ ਸਰੈਂਡਰ ਕਰ ਦਿੱਤਾ ਤੇ ਜਾਪਾਨੀਆਂ ਦੇ ਕੈਦੀ ਬਣ ਗਏ, ਕਿਉਂ ਸੋਲੰਕੀ? ਸੁਣ ਕੇ ਸੋਲੰਕੀ ਨੇ ਠਹਾਕਾ ਲਗਾਇਆ ਤੇ ਉਹਦੀਆਂ ਨਾਸਾਂ 'ਚ ਚਿਮਨੀਆਂ ਵਾਂਗ ਧੂੰਆਂ ਬਾਹਰ ਆਉਣ ਲੱਗ ਪਿਆ। ਉਸੇ ਤਰ੍ਹਾਂ ਬੇਤਰਤੀਬ ਗੱਲਾਂ ਕਰਦਾ ਸੀ ਤੇ ਬੇਵਕਤ ਹੱਸ ਪੈਂਦਾ ਸੀ। ਸਾਨੂੰ ਖੁੱਲ੍ਹੇ ਮੈਦਾਨ 'ਚ ਬੰਦੀ ਬਣਾਇਆ ਗਿਆ ਸੀ ਤੇ ਅੱਧੇ ਚਟਾਂਗ ਚਾਵਲ ਮਿਲਦੇ ਸੀ ਖਾਣ ਲਈ, ਤੇ ਭੁੱਖ ਤੋਂ ਤੜਪ ਕੇ ਅਸੀਂ ਜਾਨਵਰਾਂ ਵਾਂਗ ਘਾਹ ਉਬਾਲ ਕੇ ਖਾਂਦੇ ਸੀ। ਪੇਚਿਸ਼ ਤੇ ਅੰਤੜੀਆਂ ਦੀ ਬਿਮਾਰੀ ਤੋਂ ਅਸੀਂ ਸਾਰੇ ਪਰੇਸ਼ਾਨ ਸੀ। ਮੈਂ ਉਹਦੀ ਗੱਲ ਦਾ ਕੋਈ ਸਿਰਾ ਨਹੀਂ ਬਿਠਾ ਪਾ ਰਿਹਾ ਸੀ, ਪਰ ਇਹ ਸਪਸ਼ਟ ਹੋ ਗਿਆ ਸੀ ਕਿ ਸੋਲੰਕੀ ਕੋਲ ਕੁਝ ਗਿਣੀਆਂ ਚੁਣੀਆਂ ਹੀ ਗੱਲਾਂ ਸਨ ਜਿਨ੍ਹਾਂ ਨੂੰ ਹਮੇਸ਼ਾ ਵਰਤਦਾ ਰਹਿੰਦਾ ਸੀ। ਗੱਲਾਂ ਦੀ ਇੰਨੀ ਕਮੀ ਮੈਂ ਕਿਸੇ ਆਦਮੀ ਕੋਲ ਨਹੀਂ ਵੇਖੀ, ਖਾਸ ਤੌਰ ਤੇ ਅਜਿਹੇ ਆਦਮੀ ਕੋਲ ਜੋ ਅੱਧੀ ਦੁਨੀਆ ਘੁੰਮ ਚੁੱਕਿਆ ਹੋਵੇ। ਸਵੇਰੇ 10 ਵਜੇ ਦੀ ਸਰਦੀ ਮਹਿਸੂਸ ਕਰਕੇ ਮੈਨੂੰ ਹੈਰਾਨੀ ਹੋਈ ਕਿ ਅਸੀਂ ਸਾਰੀ ਰਾਤ ਦੋਵੇਂ ਇੱਕ ਕੰਬਲ 'ਚ ਕਿਵੇਂ ਗੁਜ਼ਾਰਾ ਕਰ ਸਕੇ, ਉਹ ਵੀ ਖੁੱਲ੍ਹੇ ਆਕਾਸ਼ ਹੇਠਾਂ। ਚੌਕੀਦਾਰ ਖਾਣੇ ਵਗੈਰਾ ਬਾਰੇ ਪੁੱਛਣ ਆਇਆ ਤੇ ਇਰਾ ਨੇ ਸਭ ਸਮਝਾਉਂਦੇ ਹੋਏ ਪਾਣੀ ਦੀ ਫਰਮਾਇਸ਼ ਕੀਤੀ। ਨਹਾਉਣ ਦਾ ਸਵਾਲ ਆਉਂਦੇ ਹੀ ਸੋਲੰਕੀ ਕੁਝ ਤਰਬ ਗਿਆ। ਇੱਧਰ ਉੱਧਰ ਦੇਖਦਾ ਹੋਇਆ ਬੋਲਿਆ, ਸਾਨੂੰ ਪਾਣੀ ਨਹੀਂ ਚਾਹੀਦਾ। ਕਿਉਂ, ਨਹਾਓਗੇ ਨਹੀਂ? ਇਰਾ ਨੇ ਪੁੱਛਿਆ ਤਾਂ ਉਹਨੇ ਸਾਫ਼ ਇਨਕਾਰ ਕਰ ਦਿੱਤਾ। ਪਿਛਲਾ ਸਾਰਾ ਦਿਨ ਚੱਲਣ ਬਾਅਦ ਹੀ ਦੀ ਥਕਾਵਟ ਕਾਰਨ ਨਹਾਉਣਾ ਜ਼ਰੂਰੀ ਹੋ ਗਿਆ ਸੀ, ਪਰ ਸੋਲੰਕੀ ਕੁਝ ਇਸ ਤਰ੍ਹਾਂ ਨਾਲ ਟਾਲ ਰਿਹਾ ਸੀ ਕਿ ਅਜੀਬ ਜਿਹਾ ਲੱਗ ਰਿਹਾ ਸੀ। ਰੋਜ਼ ਨਾ ਨਹਾਉਣ ਵਾਲਿਆਂ ਵਰਗੀ ਸਹਿਜਤਾ ਨਹੀਂ ਸੀ ਉਹਦੇ ਇਨਕਾਰ ਵਿੱਚ। ਨੈਕਸਟ। ਦੁਪਹਿਰ 'ਚ ਇਰਾ ਨੇ ਮੈਨੂੰ ਪੁੱਛਿਆ, ਆਲੇ ਦੁਆਲੇ ਘੁੰਮਣ ਚੱਲਦੇ ਹੋ ਤਿਲਕ? ਮੈਂ ਤਿਆਰ ਸੀ। ਉਹਦੀ ਨੇੜਤਾ ਮੇਰੇ ਲਈ ਆਤਮਕ ਸੁੱਖ ਦਾ ਕਾਰਨ ਸੀ। ਮੈਂ ਸਧਾਰਨ ਢੰਗ ਨਾਲ ਸੋਲੰਕੀ ਨੂੰ ਵੀ ਬੁਲਾਇਆ। ਉਹਨੇ ਇੱਕਦਮ ਮਨਾ ਕਰ ਦਿੱਤਾ। ਹੱਟਾ ਕੱਟਾ ਸੋਲੰਕੀ ਇਸ ਵੇਲੇ ਬੜਾ ਕਮਜ਼ੋਰ ਤੇ ਪਿਟਿਆ ਹੋਇਆ ਲੱਗ ਰਿਹਾ ਸੀ। ਮੈਂ ਇਰਾ ਨਾਲ ਬਾਹਰ ਨਿਕਲ ਗਿਆ। ਕੱਚੀ ਧੁੱਪ ਚਾਰੇ ਪਾਸੇ ਟੁਕੜਿਆਂ 'ਚ ਫੈਲੀ ਹੋਈ ਸੀ। ਕਿਧਰੇ ਕਿਸੇ ਚੱਟਾਨ ਦੇ ਕੋਨੇ ਉੱਤੇ ਤੇ ਕਿਧਰੇ ਦੇਵਦਾਰ ਦੇ ਦਰਖਤਾਂ ਵਿਚਕਾਰ ਪੈਂਦੀ ਧਰਤੀ ਉੱਤੇ ਕੱਚੀ ਧੁੱਪ ਰੂੰ ਦੇ ਫਾਹਿਆਂ ਵਾਂਗ ਲੱਗ ਰਹੀ ਸੀ। ਅਸੀਂ ਦੋਵੇਂ ਖੱਬੇ ਪਾਸੇ
ਖੜੇ ਦੇਵਦਾਰਾਂ ਦੇ ਜੰਗਲ 'ਚ ਚਲੇ ਗਏ। ਸੇਹੀ ਦੇ ਕੰਢਿਆਂ ਵਰਗੀਆਂ ਦੇਵਦਾਰ ਦੀਆਂ ਪੱਤੀਆਂ ਦਾ ਗੱਦਾ ਧਰਤੀ 'ਤੇ ਵਿਛਾਇਆ ਸੀ। ਸੁੱਕ ਕੇ ਪੱਤੀਆਂ ਜ਼ਿਆਦਾ ਚਿਕਣੀਆਂ ਤੇ ਲਾਲ-ਲਾਲ ਹੋ ਗਈਆਂ ਸਨ। ਉਹਨਾਂ ਉੱਤੇ ਪੈਰ ਫਿਸਲਦਾ ਸੀ। ਇਰਾ ਨੇ ਮੇਰਾ ਸਹਾਰਾ ਲਿਆ ਹੋਇਆ ਸੀ। ਚਲਦੇ ਮੈਂ ਇਰਾ ਨੂੰ ਕਿਹਾ, ਬੱਤਰੇ ਦਾ ਕਿੱਸਾ ਤੂੰ ਅਧੂਰਾ ਹੀ ਛੱਡ ਦਿੱਤਾ। ਮੈਂ ਵੇਖਿਆ ਤੁਹਾਨੂੰ ਨੀਂਦ ਆ ਰਹੀ ਸੀ, ਨਹੀਂ ਤਾਂ ਮੈਂ ਲਗਾਤਾਰ ਕਈ ਦਿਨ ਰਾਤ ਆਪਣੀ ਕਹਾਣੀ ਸੁਣਾਉਂਦੀ ਰਹਿੰਦੀ। ਆਪਣੀ ਕਹਾਣੀ ਤੋਂ ਜ਼ਿਆਦਾ ਦਿਲਚਸਪ ਗੱਲਾਂ ਦੁਨੀਆ 'ਚ ਹੋਰ ਕੋਈ ਨਹੀਂ ਹੁੰਦੀਆਂ, ਪਰ ਕੋਈ ਧੀਰਜ ਵਾਲਾ ਨਹੀਂ ਮਿਲਦਾ ਜੋ ਦੂਸਰਿਆਂ ਦੀਆਂ ਕਹਾਣੀਆਂ ਸੁਣੇ ਤੇ ਆਪਣੇ ਤੱਕ ਹੀ ਰੱਖੇ। ਮੈਂ ਧੀਰਜ ਵਾਲਾ ਨਹੀਂ ਹਾਂ, ਸ਼ੈਤਾਨੀ ਨਾਲ ਮੈਂ ਕਿਹਾ। ਕੀ ਪਤਾ ਕੱਲ ਤੁਸੀਂ ਵੀ ਮੈਨੂੰ ਸਮਝਣ ਤੋਂ ਇਨਕਾਰ ਕਰ ਦਿਓ, ਬੁਰਾ ਸਮਝਣ ਲੱਗੋ। ਵੈਸੇ ਚੰਗਾਈ ਤੇ ਬੁਰਾਈ ਨਾਲ ਮੈਨੂੰ ਕੀ ਲੈਣਾ ਦੇਣਾ ਹੈ, ਪਰ ਆਪਣੇ ਆਪ ਨੂੰ ਖੋਲ੍ਹਦੇ ਹੋਏ ਇੱਕ ਝਿਜਕ ਹੁੰਦੀ ਹੈ। ਬਸ ਤੁਹਾਨੂੰ ਸੁਣਾ ਕੇ ਮੈਂ ਆਪਣੇ ਬੀਤੇ ਦਿਨਾਂ ਨੂੰ ਜਿਉਣ ਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਲੱਗ ਰਿਹਾ ਹੈ ਕਿ ਮੈਂ ਗਲਤ ਨਹੀਂ ਕੀਤਾ। ਫਿਰ ਚਲਦੇ ਹੀ ਉਹ ਦੱਸਣ ਲੱਗੀ, ਬੱਤਰਾ ਮੇਰਾ ਆਪਣਾ ਹੋ ਗਿਆ ਸੀ। ਮੈਂ ਵਿਆਹਤਾ ਜੀਵਨ ਤਾਂ ਬਤੀਤ ਕਰ ਰਹੀ ਸੀ, ਪਰ ਉਹਦੀ ਸਮਾਜਿਕ ਇਜਾਜ਼ਤ ਨਹੀਂ ਲਈ ਸੀ ਤੇ ਨਾ ਹੀ ਬੱਤਰੇ ਨੇ ਲੈਣ ਬਾਰੇ ਸੋਚਿਆ। ਇੱਕ ਦੂਜੇ ਨੂੰ ਸਮਰਪਿਤ ਹੋ ਜਾਣ ਬਾਅਦ ਇਹ ਬਹੁਤ ਛੋਟੀ ਜਿਹੀ ਚੀਜ਼ ਲੱਗਦੀ ਸੀ। ਦੁਨੀਆ 'ਚ ਜਿਹੜੇ ਵੀ ਐਸ਼ ਤੇ ਆਰਾਮ ਹੋ ਸਕਦੇ ਹਨ ਉਹ ਬੱਤਰੇ ਨੇ ਮੈਨੂੰ ਦਿੱਤੇ। ਆਪਣੇ ਮਨ ਦੀ ਗੱਲ ਦੱਸਾਂ, ਪਹਿਲੇ ਉਲਾਰ ਮਗਰੋਂ ਮੈਂ ਵੀ ਚਾਹੁਣ ਲੱਗ ਪਈ ਸੀ ਕਿ ਬੱਤਰੇ ਦੇ ਐਸ਼ੋ ਆਰਾਮ ਨੂੰ ਮੈਂ ਕਿਉਂ ਨਾ ਭੋਗਾਂ। ਉਸ ਉੱਤੇ ਹੁਣ ਮੇਰਾ ਹੱਕ ਸੀ। ਪਰ ਤਿਲਕ ਸਿੰਬਲ ਦੇ ਲਾਲ ਫੁੱਲਾਂ ਦੇ ਖਿੜਨ ਦੀ ਗੱਲ ਮੈਨੂੰ ਭੁੱਲੀ ਨਹੀਂ ਸੀ। ਬੱਤਰਾ ਇਹ ਤੋਂ ਬਹੁਤ ਘਬਰਾਉਂਦਾ ਸੀ। ਉਹ ਆਪਣੇ ਸਮਰਪਣ ਦਾ ਕੋਈ ਨਿਸ਼ਾਨ ਨਹੀਂ ਛੱਡਣਾ ਚਾਹੁੰਦਾ ਸੀ, ਕਿਉਂਕਿ ਉਹਦਾ ਮਨ ਲੋਕਾਂ ਵਿੱਚ ਘਰ ਨਹੀਂ ਲੱਗਦਾ ਸੀ। ਉਹ ਇੱਕਦਮ ਇਕੱਲਾ ਹੋ ਕੇ ਰਹਿਣਾ ਚਾਹੁੰਦਾ ਸੀ। ਉਹ ਕਹਿੰਦਾ ਸੀ, ਇਹ ਦੁਨਿਆਵੀ ਝੰਜਟ ਮੇਰੇ ਵਾਸਤੇ ਨਹੀਂ। ਮੈਂ ਗ੍ਰਸਤੀ ਨਹੀਂ ਚਾਹੁੰਦਾ। ਮੈਨੂੰ ਸਿਰਫ ਉਹ ਚੀਜ਼ਾਂ ਚਾਹੀਦੀਆਂ ਜੋ ਮੇਰੇ ਜਿਉਂਦੇ ਜੀ ਕੰਮ ਆਉਣ। ਅੱਗੇ ਕੁਝ ਨਹੀਂ ਚਾਹੀਦਾ। ਪਰ ਮੈਂ ਜਾਣਦੀ ਸੀ ਕਿ ਜੋ ਮੈਂ ਚਾਹੁੰਦੀ ਹਾਂ ਉਹ ਹਾਸਲ ਕਰ ਲਾਂਗੀ। ਉਸ 'ਚ ਬੱਤਰਾ ਕੀ ਕਰ ਲਏਗਾ। ਫਿਰ ਉਹ ਦਿਨ ਵੀ ਆਇਆ ਜਦੋਂ ਮੈਂ ਸੁਪਨੇ 'ਚ ਸਿੰਬਲ ਦੇ ਫੁੱਲ ਵੇਖੇ। ਮੇਰੇ ਰੂਪ ਤੇ ਅੰਗਾਂ ਦੀਆਂ ਰੇਖਾਵਾਂ ਹੋਰ ਵੀ ਉੱਭਰ ਆਈਆਂ। ਮੈਂ ਭਰਿਆ ਮਹਿਸੂਸ ਕਰ ਰਹੀ ਸੀ। ਇੱਕ ਰਾਤ ਮੈਂ ਬੱਤਰੇ ਨੂੰ ਦੱਸਿਆ ਤਾਂ ਇੱਕਦਮ ਬੋਲਿਆ, ਤੈਨੂੰ ਕੋਈ ਟੌਨਿਕ ਵਗੈਰਾ ਲੈਣਾ ਚਾਹੀਦਾ। ਦੂਜੇ ਦਿਨ ਉਹ ਬਹੁਤ ਸਾਰੇ ਟੌਨਿਕ ਤੇ ਖਾਣ ਪੀਣ ਦੀਆਂ ਚੀਜ਼ਾਂ ਭਰ ਲਿਆਇਆ। ਪਹਿਲੀ ਵਾਰ ਮੈਂ ਆਪਣੇ ਆਪ ਨੂੰ ਇੱਕ ਇਸਤਰੀ ਦੇ ਰੂਪ 'ਚ ਵੇਖਿਆ ਤੇ ਆਪਣੇ ਜੀਵਨ ਦੀ ਸਾਰਥਕਤਾ ਨੂੰ ਮਹਿਸੂਸ ਕੀਤਾ। ਬੱਤਰਾ ਮੈਨੂੰ ਆਪ ਦਵਾਈਆਂ ਤੇ ਟੌਨਿਕ ਪਿਲਾਉਂਦਾ ਸੀ, ਪਰ ਇਹ ਉਹਦਾ ਇੱਕ ਭਿਆਨਕ ਧੋਖਾ ਸੀ, ਮੇਰੇ ਨਾਲ ਗਹਿਰਾ ਧੋਖਾ ਸੀ। 4-5 ਦਿਨ ਬਾਅਦ ਮੈਨੂੰ ਸਖਤ ਤਕਲੀਫ ਹੋਈ ਤੇ ਮੈਂ ਨਿੱਸਲ ਹੋ ਗਈ। ਮੇਰਾ ਸਰੀਰ ਜਿਵੇਂ ਟੁੱਟ ਗਿਆ। ਬੱਤਰੇ ਨੇ ਧੋਖਾ ਮੈਨੂੰ ਕਿਉਂ ਦਿੱਤਾ ਸੀ? ਇੱਕ ਦਿਨ ਜਦੋਂ ਮੈਂ ਉੱਠਣ ਬੈਠਣ ਲਾਇਕ ਹੋਈ ਤੇ ਮੈਂ ਚੀਖ ਪਈ, ਤੁਸੀਂ ਅਜਿਹਾ ਕਿਉਂ ਕੀਤਾ? ਮੇਰੀ ਮਰਜ਼ੀ। ਉਹਦੀ ਆਵਾਜ਼ ਸਖਤ ਸੀ। ਮੈਨੂੰ ਦੱਸਿਆ ਕਿਉਂ ਨਹੀਂ? ਮੈਂ ਕਿਧਰੇ ਹੋਰ ਚਲੀ ਜਾਂਦੀ। ਜੇ ਤੁਸੀਂ ਬਰਦਾਸ਼ਤ ਨਹੀਂ ਕਰ ਸਕਦੇ ਸੀ ਤਾਂ ਮੈਨੂੰ ਕਹਿੰਦੇ। ਮੈਂ ਤੁਹਾਨੂੰ ਛੱਡ ਕੇ ਕਿਧਰੇ ਵੀ ਚਲੀ ਜਾਂਦੀ, ਦੁਨੀਆ ਦੇ ਕਿਸੇ ਵੀ ਕੋਨੇ 'ਚ ਤੁਹਾਨੂੰ ਪਰੇਸ਼ਾਨ ਨਾ ਕਰਦੀ। ਜੋ ਮੈਂ ਨਹੀਂ ਚਾਹੁੰਦਾ ਉਹ ਨਹੀਂ ਹੋਣ ਦੇਵਾਂਗਾ। ਉਹ ਸਖਤ ਆਵਾਜ਼ 'ਚ ਬੋਲਿਆ ਸੀ। ਤਾਂ ਮੈਂ ਚਲੀ ਜਾਵਾਂਗੀ। ਮੈਂ ਹੁਣ ਇੱਥੇ ਨਹੀਂ ਰਹਾਂਗੀ। ਮੈਂ ਚੀਖ ਪਈ ਸੀ। ਤੂੰ ਨਹੀਂ ਜਾ ਸਕਦੀ। ਉਹਦੀ ਆਵਾਜ਼ ਹੋਰ ਵੀ ਕੜਕ ਹੋ ਗਈ ਸੀ। ਤੁਸੀਂ ਮੈਨੂੰ ਰੋਕ ਨਹੀਂ ਸਕਦੇ। ਮੈਂ ਉੱਠ ਕੇ ਖੜੀ ਹੋ ਗਈ ਸੀ। ਇੰਨੀ ਸਖਤੀ ਨਾਲ ਬੋਲਦੇ ਉਹਦੀਆਂ ਲਾਚਾਰ ਅੱਖਾਂ 'ਚ ਹੰਝੂ ਆ ਗਏ ਸਨ, ਜਿਵੇਂ ਉਹ ਮਜਬੂਰੀ 'ਚ ਗੁੱਸੇ ਹੋ ਰਿਹਾ ਹੋਵੇ। ਉਹ ਮੂੰਹ ਫੇਰ ਕੇ ਆਪਣੇ ਕਮਰੇ 'ਚ ਚਲਾ ਗਿਆ। ਨੈਕਸਟ। ਸਿਰਫ ਇੱਕ ਦਿਨ ਸਾਡੇ ਵਿਚਕਾਰ ਗੱਲਬਾਤ ਨਾ ਹੋਈ। ਦੂਜੀ ਰਾਤ ਬੱਤਰਾ ਆਇਆ ਤੇ ਮੈਨੂੰ ਪਿਆਰ ਨਾਲ ਆਪਣੇ ਕਮਰੇ 'ਚ ਚੁੱਕ ਕੇ ਲੈ ਗਿਆ। ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਰਿਹਾ। ਝਗੜਾ ਆਪਣੇ ਆਪ ਸ਼ਾਂਤ ਹੋ ਗਿਆ ਸੀ। ਪਰ ਜ਼ਿੰਦਗੀ ਇੰਨੀ ਸਿੱਧੀ ਤਾਂ ਚੱਲਦੀ ਨਹੀਂ। ਆਦਮੀ ਦੀ ਪਿਛਲੀ ਜ਼ਿੰਦਗੀ ਬਾਰ-ਬਾਰ ਮਿੱਧੇ ਹੋਏ ਸੱਪਾਂ ਵਾਂਗ ਪਲਟਾ ਖਾਂਦੀ ਰਹਿੰਦੀ ਹੈ। ਕੁਝ ਹੀ ਮਹੀਨਿਆਂ ਬਾਅਦ ਸ਼ੀਲਾ ਘੁੰਮਦੇ ਆਈ। ਮੈਨੂੰ ਬੱਤਰੇ ਦੇ ਕਮਰੇ 'ਚ ਆਰਾਮ ਕਰਦੇ ਵੇਖ ਇੱਕਦਮ ਬੋਲੀ, ਇਹ ਤੂੰ ਚੰਗਾ ਕੀਤਾ। ਮੈਂ ਜਾਣ ਰਹੀ ਸੀ ਇੰਝ ਹੀ ਹੋਏਗਾ। ਸ਼ੀਲਾ ਪ੍ਰਤੀ ਕੋਈ ਮਾੜੀ ਭਾਵਨਾ ਮੇਰੇ ਮਨ 'ਚ ਨਹੀਂ ਸੀ। ਜੋ ਵੇਖਣ ਵਿੱਚ ਸੋਹਣਾ ਲੱਗਦਾ ਹੈ ਉਹ ਉਸ ਪ੍ਰਤੀ ਘਿਰਨਾ ਜਾਂ ਉਦਾਸੀਨਤਾ ਪੈਦਾ ਕਰਨ ਨਾਲ ਹੀ ਪੈਦਾ ਹੁੰਦੀ ਹੈ। ਇਹ ਸ਼ਾਇਦ ਮੇਰੀ ਆਪਣੀ ਕਮਜ਼ੋਰੀ ਹੋਵੇ। ਬਦਸੂਰਤ ਆਦਮੀ ਬਾਰੇ ਬੁਰੀ ਗੱਲ ਸੁਣਦੇ ਹੀ ਮਨ ਉਹਨੂੰ ਸਵੀਕਾਰ ਕਰ ਲੈਂਦਾ ਹੈ ਤੇ ਉਹਨੂੰ ਵੇਖਦੇ ਮੂੰਹ ਕੌੜਾ ਹੋ ਜਾਂਦਾ ਹੈ। ਪਰ ਸੁੰਦਰ ਬੰਦੇ ਬਾਰੇ ਸਭ ਕੁਝ ਜਾਣਦੇ ਹੋਏ ਵੀ ਕੌੜਾਪਨ ਲਿਆਉਣ ਦੀ ਕੋਸ਼ਿਸ਼ ਕਰਨੀ ਪੈਂਦੀ ਹੈ। ਮੈਂ ਸ਼ੀਲਾ ਨੂੰ ਆਦਰ ਨਾਲ ਬਿਠਾਇਆ। ਵਿਅੰਗ ਨਾਲ ਇੱਧਰ ਉੱਧਰ ਦੇ ਮੇਰੇ ਵੱਲ ਦੇਖਦੇ ਬੋਲੀ, ਬੱਤਰੇ ਨੇ ਮੇਰੇ ਬਾਰੇ 'ਚ ਕੀ ਦੱਸਿਆ ਤੈਨੂੰ? ਕੋਈ ਖਾਸ ਤਾਂ ਨਹੀਂ, ਇਹੀ ਕਿ ਰਾਵਲਪਿੰਡੀ 'ਚ ਤੁਹਾਡੇ ਦੋਹਾਂ ਦੇ ਘਰ ਨੇੜੇ ਸਨ ਤੇ ਬੱਤਰਾ ਤੁਹਾਨੂੰ ਚਾਹੁੰਦੇ ਵੀ ਸਨ। ਉਹ ਤੇਜ਼ੀ ਨਾਲ ਬੋਲੀ, ਤੇ ਹੁਣ ਨਹੀਂ ਚਾਹੁੰਦਾ? ਤੇਰਾ ਕੀ ਖਿਆਲ ਹੈ? ਉਹਦੇ ਇਸ ਸਵਾਲ ਦਾ ਕੋਈ ਜਵਾਬ ਮੇਰੇ ਕੋਲ ਨਹੀਂ ਸੀ। ਮੈਂ ਖਾਮੋਸ਼ ਹੀ ਰਹੀ। ਮੈਂ ਮਹਿਸੂਸ ਕੀਤਾ ਕਿ ਸ਼ੀਲਾ ਅੰਦਰ ਭਿਆਨਕ ਉਥਲ-ਪੁਥਲ ਹੋ ਰਹੀ ਹੈ, ਜਿਹਨੂੰ ਦਬਾਉਣ ਦੀ ਉਹ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਹ ਬਾਰ-ਬਾਰ ਮੇਰੇ ਵੱਲ ਇਸ ਤਰ੍ਹਾਂ ਵੇਖ ਰਹੀ ਸੀ ਜਿਵੇਂ ਮੈਨੂੰ ਤੋਲਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਰਾਤ ਨੂੰ ਮੈਂ ਬੱਤਰੇ ਨੂੰ ਦੱਸਿਆ ਕਿ ਸ਼ੀਲਾ ਆਈ ਸੀ। ਉਹਨੇ ਵੀ ਹੌਲੀ ਜਿਹੇ ਕਿਹਾ, ਹਾਂ, ਸ਼ਾਮ ਨੂੰ ਮੈਨੂੰ ਕਲੱਬ 'ਚ ਮਿਲੀ ਸੀ।
ਕੋਈ ਵੀ ਔਰਤ ਇਹ ਬਰਦਾਸ਼ਤ ਨਹੀਂ ਕਰ ਸਕਦੀ ਕਿ ਉਹਦਾ ਕੋਈ ਪੁਰਾਣਾ ਪ੍ਰੇਮੀ ਉਸ ਨਾਲ ਪ੍ਰੇਮ ਕਰਨਾ ਛੱਡ ਦੇਵੇ। ਉਹ ਜਿਸ ਨੂੰ ਘਿਰਨਾ ਵੀ ਕਰਨਾ ਚਾਹੁੰਦੀ ਹੈ ਉਸ ਤੋਂ ਵੀ ਪਿਆਰ ਦਾ ਹੀ ਬਦਲ ਚਾਹੁੰਦੀ ਹੈ। ਇਹ ਉਹਦੀ ਸਭ ਤੋਂ ਵੱਡੀ ਅਮਾਨਤ ਹੈ। ਸ਼ੀਲਾ ਸਤਰੰਗੀ ਜ਼ਿੰਦਗੀ ਜਿਉਂਦੇ ਹੋਏ ਵੀ ਬਤਰੇ ਦਾ ਮੇਰੇ ਨਾਲ ਰਹਿਣਾ ਪਸੰਦ ਨਾ ਕਰ ਸਕੇ। ਉਹ ਰੋਜ਼ ਬਤਰੇ ਨੂੰ ਕਲੱਬ 'ਚ ਮਿਲਦੀ ਤੇ ਉਹਨੂੰ ਆਪਣੇ ਨਾਲ ਘੁਮਾਉਂਦੀ। ਬਤਰਾ ਕਦੇ ਕਦੇ ਦੇਰ ਨਾਲ ਵੀ ਆਉਣ ਲੱਗ ਪਿਆ ਸੀ। ਇੱਕ ਦਿਨ ਉਹਦੀ ਟੈਕਸੀ ਘਰ ਆ ਕੇ ਰੁਕੀ। ਮੇਰਾ ਮਨ ਤਰਬਕ ਗਿਆ। ਬਤਰੇ ਦੇ ਕਮਰੇ 'ਚ ਜਾ ਕੇ ਮੈਂ ਸਾਫ਼-ਸਾਫ਼ ਕਿਹਾ ਕਿ ਮੈਂ ਪਸੰਦ ਨਹੀਂ ਕਰ ਸਕਦੀ, ਸ਼ੀਲਾ ਵਾਪਸ ਜਾਏਗੀ। ਬਤਰਾ ਕਠਿਨ ਦੁਚਿੱਤੀ 'ਚ ਪੈ ਗਿਆ। ਉਹ ਕੁਝ ਵੀ ਨਹੀਂ ਕਰ ਪਾ ਰਿਹਾ ਸੀ। ਆਪਣੀ ਬੇਬਸੀ ਦੱਸਦੇ ਬੋਲਿਆ, ਉਹਨੂੰ ਆਉਣ ਦਿਓ, ਤੈਨੂੰ ਉਸ ਨਾਲ ਕੀ ਫ਼ਰਕ ਪੈਂਦਾ? ਬਹੁਤ ਵੱਡਾ ਫ਼ਰਕ ਪੈਂਦਾ, ਮੈਂ ਬਰਦਾਸ਼ਤ ਨਹੀਂ ਕਰ ਸਕਦੀ, ਮੈਂ ਕਿਹਾ ਤੇ ਉਹ ਬੋਲਿਆ, ਇਸ ਵੇਲੇ ਸ਼ਾਂਤ ਰਹਿ, ਮੈਂ ਸਭ ਠੀਕ ਕਰ ਲਵਾਂਗਾ। ਤਿਲਕ ਉਸ ਮਾਨਸਿਕ ਖਿੱਚੋਤਾਣ ਤੇ ਪਰੇਸ਼ਾਨੀ 'ਚ ਮੈਂ ਹਾਰ ਗਈ। ਸ਼ੀਲਾ ਫੇਰ ਘਰ ਆ ਗਈ ਸੀ। ਸਾਰਾ ਦਿਨ ਮੈਂ ਕਮਰੇ 'ਚ ਬੈਠੀ ਉਡੀਕਦੀ ਰਹੀ। ਬਤਰਾ ਕੁਝ ਤੈਅ ਕਰਕੇ ਮੇਰੇ ਕੋਲ ਆਏਗਾ। ਅਖੀਰ ਬੂਹੇ ਤੇ ਦਸਤਕ ਹੋਈ। ਮੈਂ ਬੂਹਾ ਖੋਲ੍ਹਿਆ। ਬਤਰਾ ਨਹੀਂ, ਸ਼ੀਲਾ ਸਾਹਮਣੇ ਖੜੀ ਸੀ। ਉਹ ਬੇਹੱਦ ਅਪਮਾਨ ਨਾਲ ਬੋਲੀ, ਕੱਲ੍ਹ ਤੋਂ ਤੁਹਾਡੀ ਨੌਕਰੀ ਖਤਮ, ਤੁਸੀਂ ਆਪਣਾ ਕੋਈ ਹੋਰ ਇੰਤਜ਼ਾਮ ਕਰ ਲਓ। ਮੈਂ ਸੰਨਾਟੇ 'ਚ ਆ ਗਈ। ਸਿਰਫ ਇੰਨਾ ਹੀ ਪੁੱਛ ਸਕੀ, ਬਤਰਾ ਕਿੱਥੇ ਹੈ? ਉਹ ਬਾਹਰ ਗਏ ਹਨ, ਸ਼ੀਲਾ ਨੇ ਕਿਹਾ, ਪਰ ਜੋ ਕੁਝ ਮੈਂ ਤੈਨੂੰ ਕਿਹਾ ਉਹੀ ਹੋਏਗਾ। ਬਤਰੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ। ਫਿਰ ਸੁਣ ਲਓ, ਕੱਲ੍ਹ ਤੋਂ ਤੁਹਾਡੀ ਨੌਕਰੀ ਖਤਮ ਹੈ। ਨੌਕਰੀ ਇਹ ਲਫ਼ਜ਼ ਮੈਨੂੰ ਚੁੱਭ ਗਿਆ। ਬਤਰੇ ਦੀ ਮਰਜ਼ੀ ਬਗੈਰ ਇਹ ਸਭ ਨਹੀਂ ਹੋਇਆ ਹੋਣਾ। ਇਹ ਮੈਂ ਜਾਣਦੀ ਸੀ ਕਿ ਮੈਂ ਬਤਰੇ ਦੀ ਸਿਰਫ ਨੌਕਰ ਸੀ। ਕਿ ਸਬੰਧਾਂ ਦੀਆਂ ਨੀਹਾਂ ਇੰਨੀਆਂ ਪੋਲੀਆਂ ਹੁੰਦੀਆਂ ਹਨ ਕਿ ਇਹ ਸਭ ਇੱਕ ਚਿੱਕੜ ਹੈ ਜਿੱਥੋਂ ਹਰ ਆਦਮੀ ਉਕਤਾ ਕੇ ਭੱਜਦਾ ਹੈ। ਮੈਂ ਇੱਕਦਮ ਇਕੱਲੀ ਹੋ ਗਈ ਸੀ। ਤਿਲਕ ਮੇਰੇ ਕੋਲ ਅਜਿਹਾ ਕੀ ਸੀ ਜਿਹਦੇ ਸਹਾਰੇ ਮੈਂ ਆਪਣਾ ਹੱਕ ਜਮਾਉਂਦੀ? ਨੌਕਰ ਤਾਂ ਮੈਂ ਸੀ ਤੇ ਤਨਖਾਹ ਦੇ ਬਦਲੇ 'ਚ ਮੈਂ ਸਭ ਕੁਝ ਦਿੰਦੀ ਰਹੀ ਸੀ। ਦੂਜੇ ਦਿਨ ਵੀ ਮੈਂ ਉੱਥੇ ਰੁਕੀ ਰਹੀ। ਮੈਂ ਬਤਰੇ ਦਾ ਇੰਤਜ਼ਾਰ ਕਰਨਾ ਚਾਹੁੰਦੀ ਸੀ ਤੇ ਸਭ ਕੁਝ ਉਹਦੇ ਮੂੰਹ ਸੁਣ ਕੇ ਰਹੇ ਸਹੀ ਸਨਮਾਨ ਦੇ ਚੋਲੇ ਨੂੰ ਵੀ ਲਾਹ ਦੇਣਾ ਚਾਹੁੰਦੀ ਸੀ। ਚਾਰੋਂ ਪਾਸਿਓਂ ਬੇਕਾਰਗੀ ਮੈਨੂੰ ਘੇਰ ਰਹੀ ਸੀ। ਆਪਣੇ ਹੱਥਾਂ ਪੈਰਾਂ ਨੂੰ ਦੇਖਦੀ ਤਾਂ ਮੈਨੂੰ ਘਿਰਨਾ ਹੁੰਦੀ। ਆਪਣੇ ਸਰੀਰ ਦੇ ਅੰਗ 'ਚੋਂ ਮੈਨੂੰ ਗੰਦੀ ਬੋ ਫੁੱਟਦੀ ਲੱਗਦੀ। ਮੈਨੂੰ ਲੱਗ ਰਿਹਾ ਸੀ ਕਿ ਮੇਰੀਆਂ ਮਜਬੂਰੀਆਂ ਦਾ ਫਾਇਦਾ ਚੁੱਕਿਆ ਗਿਆ ਤੇ ਮੈਨੂੰ ਭ੍ਰਿਸ਼ਟ ਕੀਤਾ ਗਿਆ। ਮੈਂ ਕਮਰੇ 'ਚ ਹੀ ਬੈਠੀ ਸੀ ਕਿ ਸ਼ੀਲਾ ਫੇਰ ਆਈ ਤੇ ਬੋਲੀ, ਤੁਸੀਂ ਅਜੇ ਤੱਕ ਗਏ ਨਹੀਂ? ਮੇਰਾ ਮਨ ਤੁਸੀਂ ਸੁਣ ਕੇ ਹੋਰ ਵੀ ਸੜ ਗਿਆ। ਮੈਂ ਉੱਠੀ ਤੇ ਉਹਨੂੰ ਬੂਹੇ ਤੋਂ ਬਾਹਰ ਧਕੇਲ ਦਿੱਤਾ। ਚਿਟਕਣੀ ਲਗਾ ਲਈ। ਬੰਦ ਘੁੱਟ ਦੇ ਕਮਰੇ 'ਚ ਮੈਂ ਬਹੁਤ ਰੋਈ। ਅਪਾਰ ਸਾਗਰ ਮੇਰੇ ਸਾਹਮਣੇ ਪਸਰਿਆ ਹੋਇਆ ਸੀ ਤੇ ਮੈਂ ਬਗੈਰ ਕਿਸ਼ਤੀ ਦੇ ਉਸ ਵਿੱਚ ਛਾਲ ਮਾਰਨੀ ਸੀ। ਕਿਹੜਾ ਆਸਰਾ ਸੀ ਜੋ ਮੈਨੂੰ ਪਾਰ ਲਗਾਉਂਦਾ? ਇਹਨਾਂ ਕੌੜੇ ਪਲਾਂ ਦਾ ਬੋਝ ਸਿਰਫ ਔਰਤ ਨੂੰ ਹੀ ਹੁੰਦਾ ਹੈ। ਰਾਤ ਉਤਰ ਰਹੀ ਸੀ। ਮੈਂ ਹਨੇਰੇ 'ਚ ਪਈ ਰੋ ਰਹੀ ਸੀ। ਸਾਰਾ ਸਮਾਨ ਝੁੰਝਲਾਟ 'ਚ ਆ ਕੇ ਮੈਂ ਖਿਲਾਰ ਦਿੱਤਾ ਸੀ। ਸ਼ੀਸ਼ਾ ਤੋੜ ਦਿੱਤਾ ਸੀ। ਉਸੇ ਪਰੇਸ਼ਾਨੀ 'ਚ ਮੈਂ ਕਮਰੇ ਤੋਂ ਨਿਕਲੀ ਤੇ ਸੜਕ ਤੇ ਆ ਕੇ ਖੜੀ ਹੋ ਗਈ। ਮਨ 'ਚ ਆਇਆ ਕਿ ਆਤਮ ਹੱਤਿਆ ਕਰ ਲਵਾਂ, ਪਰ ਕਿੰਜ ਕਰਦੀ? ਮਨ ਕੰਬਣ ਲੱਗਾ, ਪਰ ਆਪਣੇ ਫਜ਼ੂਲ ਮਨ ਦੇ ਬੋਝ ਤੋਂ ਮੈਂ ਉੱਭਰਨਾ ਚਾਹੁੰਦੀ ਸੀ। ਰਾਤ ਨੂੰ ਕਾਫੀ ਦੇਰ ਬਾਅਦ ਕੋਈ ਆਦਮੀ ਉੱਧਰੋਂ ਗੁਜ਼ਰਦਾ ਸੀ। ਹਰ ਆਦਮੀ ਨੂੰ ਦੇਖ ਕੇ ਮਨ 'ਚ ਆਉਂਦਾ ਸੀ ਉਸ ਨਾਲ ਨਾਟਕ ਕਰਾਂ, ਗਲੇ 'ਚ ਬਾਹਾਂ ਪਾ ਕੇ ਕਹਾਂ, ਮੈਂ ਤੈਨੂੰ ਪਿਆਰ ਕਰਦੀ ਹਾਂ। ਜਦੋਂ ਮੈਨੂੰ ਆਪਣੇ ਘਰ ਲੈ ਜਾਏ ਤੇ ਮੇਰੇ ਵੱਲ ਵਧੇ ਤਾਂ ਮੈਂ ਉਹਦਾ ਗਲਾ ਘੁੱਟ ਦੇਵਾਂ। ਪਰ ਤਿਲਕ, ਮੇਰੀ ਸਭ ਤੋਂ ਵੱਡੀ ਮਜਬੂਰੀ ਇਹ ਸੀ ਕਿ ਜੋ ਵੀ ਆਦਮੀ ਮੇਰੇ ਨੇੜੇ ਆਇਆ ਉਸ 'ਚ ਸੁੰਦਰਤਾ ਦੀ ਕੋਈ ਨਾ ਕੋਈ ਕਿਰਨ ਮੇਰੇ ਲਈ ਫੁੱਟਣ ਲੱਗਦੀ ਸੀ। ਜਾਂ ਤਾਂ ਉਹਦਾ ਮਨ ਮੈਨੂੰ ਜਿੱਤ ਲੈਂਦਾ ਸੀ ਤੇ ਜਾਂ ਉਹਦੇ ਦੁੱਖ ਮੈਨੂੰ ਹਾਰ ਮੰਨਣ ਲਈ ਮਜਬੂਰ ਕਰਦੇ ਸਨ, ਜਾਂ ਉਹਦਾ ਆਪਣਾਪਣ ਮੈਨੂੰ ਮਾਰ ਦਿੰਦਾ ਸੀ। ਅੱਜ ਵੀ ਮੈਂ ਬਤਰੇ ਨਾਲ ਘਿਰਨਾ ਨਹੀਂ ਕਰ ਪਾਉਂਦੀ। ਉਹਦੇ ਦੁੱਖਾਂ ਨੇ ਮੈਨੂੰ ਜਿੱਤ ਲਿਆ ਸੀ। ਆਪਣੀਆਂ ਸਾਰੀਆਂ ਬੁਰਾਈਆਂ, ਬੇਈਮਾਨੀਆਂ ਤੇ ਬੇਵਫਾਈਆਂ ਦੇ ਬਾਵਜੂਦ ਹਰ ਆਦਮੀ ਮੈਨੂੰ ਬੇਹੱਦ ਮਾਸੂਮ ਲੱਗਦਾ ਹੈ। ਜਦੋਂ ਵੀ ਮੈਂ ਆਦਮੀ ਨੂੰ ਇਕੱਲੇ ਦੇਖਦੀ ਹਾਂ, ਮੇਰਾ ਮਨ ਉਸ ਲਈ ਕਰੁਣਾਮਈ ਹੋ ਜਾਂਦਾ ਹੈ, ਕਿਉਂਕਿ ਹਰ ਆਦਮੀ ਦੇ ਜੀਵਨ 'ਚ ਬੜਾ ਦੁੱਖ ਹੈ। ਉਹਦੇ ਦੁੱਖਾਂ ਦੇ ਬਦਲੇ ਮੈਂ ਉਹਨੂੰ ਸਿਰਫ ਪਿਆਰ ਹੀ ਦੇ ਸਕਦੀ ਹਾਂ। ਮੈਂ ਹਰ ਆਦਮੀ ਨਾਲ ਸੱਚੀ ਤਰ੍ਹਾਂ ਬੋਲਣ ਲਈ, ਪਿਆਰ ਕਰਨ ਲਈ ਮਜਬੂਰ ਹਾਂ। ਮੈਂ ਤੁਹਾਨੂੰ ਵੇਖਦੀ ਹਾਂ, ਤੁਹਾਡੇ ਇਹਨਾਂ ਵਧੇ ਹੋਏ ਵਾਲਾਂ ਨੂੰ ਵੇਖਦੀ ਹਾਂ ਤਾਂ ਮਮਤਾ ਜੀ ਮਨ 'ਚ ਆਉਂਦੀ ਹੈ। ਤੁਸੀਂ ਸਾਹ ਲੈਂਦੇ ਹੋ, ਤੁਹਾਡੇ ਉੱਠਦੇ ਬੈਠਦੇ ਸੀਨੇ ਦੀ ਇਸ ਗਤੀ ਨਾਲ ਮੈਨੂੰ ਲਗਾਓ ਹੁੰਦਾ ਹੈ। ਤੁਸੀਂ ਜਦੋਂ ਬਾਰ-ਬਾਰ ਪਲਕਾਂ ਝਪਕਦੇ ਹੋ ਤਾਂ ਤੁਹਾਡੇ ਚਿਹਰੇ ਤੋਂ ਮਾਸੂਮੀਅਤ ਨਜ਼ਰ ਆਉਂਦੀ ਹੈ। ਇਹ ਸਭ ਮੈਨੂੰ ਬੜਾ ਪਿਆਰਾ ਲੱਗਦਾ ਹੈ। ਜ਼ਰਾ ਗੌਰ ਨਾਲ ਵੇਖੋ ਕਿਸੇ ਨੂੰ। ਅੱਖਾਂ ਭਰ ਕੇ ਵੇਖਣ ਬਾਅਦ ਜਿਹਦਾ ਮਨ ਮਮਤਾ ਨਾਲ ਨਾ ਭਰ ਆਏ ਉਹ ਹਿਰਦੇਹੀਨ ਹੈ। ਮੈਂ ਉਹਨਾਂ ਨੂੰ ਵੀ ਵੇਖਿਆ ਜੋ ਬੜੇ ਕੁਕਰਮ ਕਰਦੇ ਹਨ। ਉਹਨਾਂ ਨੂੰ ਗੌਰ ਨਾਲ ਵੇਖਣ ਉੱਤੇ ਵੀ ਮਨ ਵਿਸ਼ਵਾਸ ਨਹੀਂ ਕਰ ਪਾਉਂਦਾ ਇਸੇ ਆਦਮੀ ਨੇ ਕੁਕਰਮ ਕੀਤਾ ਹੋਏਗਾ। ਇੱਕ ਵਾਰ ਮੈਂ ਆਗਰਾ ਸਟੇਸ਼ਨ ਤੇ ਬੈਠੀ ਸੀ। ਦੋ ਪੁਲਿਸ ਵਾਲੇ ਕਿਸੇ ਨੂੰ ਫੜ ਕੇ ਬੈਠੇ ਗੱਡੀ ਦਾ ਇੰਤਜ਼ਾਰ ਕਰ ਰਹੇ ਸੀ। ਸੱਚ ਦੱਸਾਂ ਤਿਲਕ, ਮੈਂ ਉਸ ਖੂਨੀ ਨੂੰ ਵੇਖਿਆ। ਉਹਦੀ ਧੌਣ ਤੋਂ ਪਸੀਨਾ ਵਗ ਰਿਹਾ ਸੀ ਤੇ ਅੱਖਾਂ 'ਚ ਮਾਸੂਮੀਅਤ ਸੀ।
ਮੇਰਾ ਮਨ ਕੀਤਾ ਉਹਦਾ ਪਸੀਨਾ ਆਪਣੇ ਹੱਥਾਂ ਨਾਲ ਪੂੰਝ ਦੇਵਾਂ ਤੇ ਪਿਆਰ ਨਾਲ ਪੁੱਛਾਂ, ਤੂੰ ਇੰਜ ਕਿਉਂ ਕੀਤਾ? ਤੇ ਮੈਨੂੰ ਇੰਜ ਲੱਗਾ ਕਿ ਉਹ ਖੂਨੀ ਆਦਮੀ ਸਭ ਕੁਝ ਸੱਚ ਦੱਸ ਦੇਗਾ ਤੇ ਫਿਰ ਕਦੇ ਇੰਜ ਨਹੀਂ ਕਰੇਗਾ। ਮੈਂ ਉਹਨੂੰ ਲੈ ਕੇ ਕਿਧਰੇ ਚਲੀ ਜਾਂਦੀ, ਪਰ ਇਹ ਮੁਮਕਿਨ ਨਹੀਂ ਹੋਣਾ ਸੀ। ਉਹਦੀ ਮਾਸੂਮ ਗਰਦਨ ਤੋਂ ਪਸੀਨਾ ਵਹਿੰਦਾ ਹੀ ਰਿਹਾ ਤੇ ਜਦੋਂ ਮੈਂ ਬਰਦਾਸ਼ਤ ਨਾ ਕਰ ਸਕੀ ਤਾਂ ਸਟੇਸ਼ਨ ਦੇ ਪਰਲੇ ਸਿਰੇ ਵੱਲ ਚਲੀ ਗਈ। ਸੁੱਤਾ ਪਿਆ ਬੰਦਾ ਮੈਨੂੰ ਇੰਨਾ ਭੋਲਾ ਤੇ ਪਿਆਰਾ ਲੱਗਦਾ ਕਿ ਮੈਂ ਸਾਰੀ ਰਾਤ ਉਹਦੇ ਸਿਰਹਾਣੇ ਬੈਠ ਕੇ ਕੱਟ ਸਕਦੀ ਹਾਂ। ਮੇਰਾ ਮਨ ਕਰਦਾ ਉਹਦੀਆਂ ਪਲਕਾਂ ਉੱਤੇ ਉਂਗਲਾਂ ਫੇਰਾਂ, ਉਹਦੇ ਵਾਲਾਂ ਨੂੰ ਸਹਿਲਾਵਾਂ, ਚਿਹਰੇ ਦੇ ਇੱਕ ਇੱਕ ਨਕਸ਼ ਤੇ ਹੌਲੀ ਹੌਲੀ ਛੂਹਣ ਨਾਲ ਲਕੀਰਾਂ ਖਿੱਚਦੀ ਰਹਾਂ, ਫਿਰ ਉਹਨੂੰ ਹੌਲੀ ਹੌਲੀ ਚੂਹਾਂ ਤੇ ਆਪਣੀ ਛਾਤੀ ਨਾਲ ਚਿਪਕਾ ਕੇ ਸੌਂ ਜਾਵਾਂ। ਬਾਹਾਂ ਦੀਆਂ ਮਾਸਪੇਸ਼ੀਆਂ ਦੀ ਉਭਰੀਆਂ ਡੂੰਘਾਈਆਂ 'ਚ ਰੋਮ ਦੀਆਂ ਜਿਹੜੀਆਂ ਲਹਿਰਾਂ ਬਣਦੀਆਂ ਹਨ, ਮੈਨੂੰ ਬੜੀਆਂ ਸੋਹਣੀਆਂ ਲੱਗਦੀਆਂ। ਬਾਹਾਂ ਜਿੱਥੋਂ ਮੁੜਦੀਆਂ ਉੱਥੇ ਭਿੱਜੀ ਹੋਈ ਜਿਹੜੀ ਲਕੀਰ ਪੈਂਦੀ ਹੈ, ਮੈਨੂੰ ਬੜੀ ਪਿਆਰੀ ਲੱਗਦੀ ਹੈ। ਅੱਖਾਂ ਦੇ ਕੋਨਿਆਂ 'ਚ ਜਿਹੜਾ ਭਿੱਜਾਪਨ ਹੁੰਦਾ ਨਾ, ਉਸ ਨਾਲ ਚਿਹਰੇ 'ਤੇ ਮਾਸੂਮੀਅਤ ਜਿਹੀ ਫੈਲਦੀ ਹੈ। ਜਦੋਂ ਗੱਲ ਕਰਦੇ ਹੋਏ ਬੁੱਲ੍ਹ ਕਿਸੇ ਗੱਲ ਨੂੰ ਕਹਿ ਨਾ ਸਕਣ ਕਾਰਨ ਪੱਤੇ ਵਾਂਗ ਕੰਬਦੇ, ਉਦੋਂ ਮਨ ਕਰਦਾ ਹੈ ਕਿ ਉਹਨਾਂ ਉੱਤੇ ਹੱਥ ਰੱਖ ਲਵਾਂ। ਹੁਣ ਦੱਸੋ ਮੈਂ ਆਦਮੀ ਨਾਲ ਘਿਰਨਾ ਕਿਵੇਂ ਕਰਾਂ? ਮਿੰਟ 2 ਮਿੰਟ ਦੀ ਹੋਰ ਗੱਲ ਹੈ, ਕਿਸੇ ਗੁੱਸੇ ਭਰੇ ਛਿਣ ਦੀ ਗੱਲ ਨਹੀਂ ਕਰਦੀ, ਪਰ ਦੁਨੀਆ 'ਚ ਜਿੰਨਾ ਸੋਹਣਾ ਆਦਮੀ ਹੈ ਉਹਨਾਂ ਹੋਰ ਕੁਝ ਵੀ ਨਹੀਂ ਹੈ ਤਿਲਕ। ਜਦੋਂ ਉਹੀ ਆਦਮੀ ਬਾਹਾਂ ਫੈਲਾ ਕੇ ਮੇਰੇ ਤੋਂ ਕੁਝ ਮੰਗਦਾ ਹੈ ਜਾਂ ਮੇਰੇ ਵੱਲ ਭਰੀਆਂ ਨਿਗਾਹਾਂ ਨਾਲ ਦੇਖਦਾ ਹੈ ਤਾਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਦੀ, ਇਹ ਜਾਣਦੇ ਹੋਏ ਵੀ ਕਿ ਕੱਲ੍ਹ ਇਹੀ ਮੇਰੀ ਬਦਨਾਮੀ ਕਰੇਗਾ, ਕੱਲ੍ਹ ਇਹੀ ਮੇਰੀ ਬੁਰਾਈ ਕਰੇਗਾ। ਤੇ ਜਦੋਂ ਇੰਜ ਕਰੇ ਆਪਣੇ ਆਪ ਨੂੰ ਧੋਖਾ ਦਿੰਦਾ ਜਾਂ ਆਪਣੀ ਵਡਿਆਈ ਕਰਦਾ ਜਾਂ ਵੱਡੇ ਬੋਲ ਬੋਲਦਾ ਤਾਂ ਮੈਨੂੰ ਉਸ ਉੱਤੇ ਦਇਆ ਆਉਂਦੀ ਹੈ। ਬੜਾ ਵਿਚਾਰਾ ਜਿਹਾ ਲੱਗਦਾ ਉਸ ਵੇਲੇ ਉਹ ਆਦਮੀ। ਬੱਤਰਾ ਵੀ ਓਨਾ ਹੀ ਵਿਚਾਰਾ ਲੱਗਿਆ ਸੀ ਜਦੋਂ ਮੇਰੇ ਸਾਹਮਣੇ ਪੈ ਗਿਆ ਸੀ। ਉਹਦੀਆਂ ਅੱਖਾਂ 'ਚ ਬੜੀ ਬੇਬਸੀ ਸੀ। ਇੰਤਹਾ ਮਜਬੂਰੀਆਂ ਵਿੱਚ ਹੀ ਆਦਮੀ ਜੰਗਲੀ ਬਣਦਾ ਹੈ, ਜ਼ਿਆਦਤੀਆਂ ਕਰਦਾ ਹੈ। ਉਹ ਮਜਬੂਰੀਆਂ ਮਨ ਦੀਆਂ ਹੋ ਸਕਦੀਆਂ, ਸੰਸਕਾਰਾਂ ਤੇ ਪ੍ਰਸਥਿਤੀਆਂ ਦੀਆਂ ਵੀ ਹੋ ਸਕਦੀਆਂ। ਅਜਿਹਾ ਕੌਣ ਹੈ ਜੋ ਗਲਤ ਕੰਮ ਕਰਨ ਤੋਂ ਬਾਅਦ ਪਛਤਾਉਂਦਾ ਨਹੀਂ? ਪਛਤਾਉਂਦੇ ਹੋਏ ਆਦਮੀ ਨੂੰ ਵੇਖ ਲੈਣ ਤੋਂ ਬਾਅਦ ਸਿਵਾਏ ਮਮਤਾ ਤੇ ਪਿਆਰ ਦੇ ਕੁਝ ਵੀ ਨਹੀਂ ਦਿੱਤਾ ਜਾ ਸਕਦਾ। ਸਭ ਤੋਂ ਵੱਡਾ ਝੂਠ ਮੈਂ ਇੱਕ ਹੀ ਬੋਲਦੀ ਰਹੀ ਹਾਂ। ਬਹੁਤ ਹੀ ਖੂਬਸੂਰਤ ਝੂਠ ਹੈ ਉਹ। ਜਦੋਂ ਜਿਹੜਾ ਵੀ ਮੇਰੀ ਜ਼ਿੰਦਗੀ 'ਚ ਆਇਆ, ਉਹਨੇ ਜਾਣੇ ਅਣਜਾਣੇ ਘੁਮਾ ਫਿਰਾ ਕੇ ਜਾਂ ਸਿੱਧੇ ਸ਼ਬਦਾਂ ਹਮੇਸ਼ਾ ਇਹੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਮੈਂ ਪਹਿਲਾਂ ਕਿਸੇ ਨੂੰ ਪਿਆਰ ਤਾਂ ਨਹੀਂ ਕੀਤਾ। ਮਰਦ ਦੀ ਸਭ ਤੋਂ ਵੱਡੀ ਤਸੱਲੀ ਇਹੀ ਹੁੰਦੀ ਹੈ ਤੇ ਮੈਂ ਆਪਣੇ ਹਰ ਪ੍ਰੇਮੀ ਨੂੰ ਇਹੀ ਕਿਹਾ ਕਿ ਉਹ ਹੀ ਮੇਰੀ ਜ਼ਿੰਦਗੀ ਦਾ ਪਹਿਲਾ ਮਰਦ ਹੈ। ਇਹ ਖੂਬਸੂਰਤ ਫਰੇਬ ਮੈਂ ਕਰਦੀ ਰਹੀ ਹਾਂ। ਇਸ ਤੋਂ ਇਲਾਵਾ ਮੈਂ ਹੋਰ ਕੁਝ ਨਹੀਂ ਕਰ ਸਕਦੀ। ਮੈਂ ਹਰ ਆਦਮੀ ਤੋਂ ਇਹੀ ਚਾਹੁੰਦੀ ਰਹੀ ਹਾਂ ਕਿ ਉਹ ਮੈਨੂੰ ਆਪਣਾ ਆਖਰੀ ਪਿਆਰ ਦੇਵੇ, ਮੇਰੇ ਬਾਅਦ ਉਹਦੀ ਜ਼ਿੰਦਗੀ 'ਚ ਕੋਈ ਹੋਰ ਨਾ ਹੋਵੇ। ਪਰ ਇੰਜ ਨਹੀਂ ਹੁੰਦਾ ਤਿਲਕ, ਨਾ ਹੋਣ 'ਤੇ ਵੀ ਉਹ ਖੂਬਸੂਰਤ ਫਰੇਬ ਵਿੱਚ ਰਿਹਾ ਜਾ ਸਕਦਾ, ਇਸ ਲਈ ਜੀਵਿਆ ਜਾ ਸਕਦਾ ਹੈ। ਬੱਤਰੇ ਨੇ ਮੈਨੂੰ ਜ਼ਬਰਦਸਤੀ ਕੁਝ ਹੋਰ ਦਿਨਾਂ ਲਈ ਰੋਕ ਲਿਆ ਸੀ, ਨਹੀਂ ਤਾਂ ਮੈਂ ਸੋਚਿਆ ਸੀ ਕਿ ਮੈਂ ਆਪਣੀ ਸਹੇਲੀ ਦਮਯੰਤੀ ਕੋਲ ਨਾਗਪੁਰ ਚਲੀ ਜਾਵਾਂਗੀ। ਉੱਥੇ ਇੱਕ ਹਸਪਤਾਲ 'ਚ ਨਰਸ ਸੀ, ਪਰ ਬੱਤਰੇ ਨੇ ਕਿਸੇ ਹੋਰ ਨੂੰ ਕਹਿ ਕੇ ਮੇਰੇ ਲਈ ਟਿਊਟਰ ਗਾਰਡੀਅਨ ਦੀ ਇੱਕ ਥਾਂ ਦਵਾ ਦਿੱਤੀ ਸੀ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਬੱਤਰੇ ਦੇ ਸਹਾਰੇ ਹੋਇਆ ਤਾਂ ਮੈਂ ਭੁੱਖਾ ਮਰਨਾ ਪਸੰਦ ਕਰਦੀ, ਪਰ ਉਹ ਨੌਕਰੀ ਨਾ ਕਰਦੀ। ਬੱਤਰਾ ਇਹ ਜਾਣਦਾ ਸੀ ਕਿ ਉਹਨਾਂ ਹਾਲਾਤਾਂ 'ਚ ਮੈਂ ਉਹਦਾ ਅਹਿਸਾਨ ਨਹੀਂ ਲਵਾਂਗੀ, ਇਸ ਲਈ ਉਹਨੇ ਮਿਸਿਸ ਕ੍ਰਿਸ਼ਨਨ ਦੇ ਜ਼ਰੀਏ ਇਹ ਕੰਮ ਕਰਾਇਆ ਸੀ। ਉਹ ਸਾਡੀ ਗੁਆਂਢਣ ਸੀ। ਟਿਊਟਰ ਗਾਰਡੀਅਨ ਦਾ ਕੰਮ ਮਿਲਦੇ ਹੀ ਮੈਂ ਬੱਤਰੇ ਦੇ ਘਰੋਂ ਚਲੀ ਗਈ। ਕੋਈ ਵੀ ਮੈਨੂੰ ਛੱਡਣ ਨਹੀਂ ਆਇਆ, ਸਿਰਫ ਨੌਕਰ ਦੀਆਂ ਅੱਖਾਂ 'ਚ ਪਾਣੀ ਸੀ। ਜਾਂਦੇ ਹੋਏ ਉਹਨੇ ਮੈਨੂੰ ਸਲਾਮ ਕੀਤਾ ਤੇ ਫਾਟਕ ਤੱਕ ਆ ਕੇ ਉਦੋਂ ਤੱਕ ਵੇਖਦਾ ਰਿਹਾ ਸੀ ਜਦੋਂ ਤੱਕ ਮੇਰੀ ਟੈਕਸੀ ਮੋੜ ਨਹੀਂ ਮੁੜ ਗਈ ਸੀ। ਇਹ ਮੇਰੀ ਜ਼ਿੰਦਗੀ ਦਾ ਤੀਸਰਾ ਮੋੜ ਸੀ। ਇਸ ਦੇ ਨਾਲ ਹੀ ਮੈਨੂੰ ਅਸਾਮ ਦੀ ਯਾਦ ਆਉਂਦੀ ਹੈ। ਡਾਕਟਰ ਚੰਦਰਮੋਹਨ ਦੇ ਬਾਰੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ। ਉਹਨਾਂ ਦੀ ਉਮਰ 50 ਤੋਂ ਉੱਪਰ ਸੀ ਤੇ ਉਹਨਾਂ ਦੇ 2 ਬੱਚੇ ਜਿਨ੍ਹਾਂ ਨੂੰ ਪੜ੍ਹਾਉਣ ਤੇ ਦੇਖਭਾਲ ਲਈ ਮੈਨੂੰ ਰੱਖਿਆ ਗਿਆ ਸੀ। ਬੱਚੇ 8 ਤੇ 10 ਸਾਲਾਂ ਦੇ ਸਨ। ਉਹਨਾਂ ਨੂੰ ਗਾਰਡੀਅਨ ਦੀ ਇੰਨੀ ਲੋੜ ਨਹੀਂ ਸੀ ਜਿੰਨੀ ਕਿ ਆਪ ਡਾਕਟਰ ਚੰਦਰਮੋਹਨ ਨੂੰ ਸੀ। ਡਾਕਟਰ ਚੰਦਰਮੋਹਨ ਦੀ ਇਕੱਲੀ ਭੈਣ ਸ਼ਿਲੌਂਗ 'ਚ ਸੀ, ਇਸ ਲਈ ਉਹਨਾਂ ਨੇ ਡਿਬਰੂਗੜ੍ਹ 'ਚ ਇੱਕ ਨੌਕਰੀ ਲੈ ਲਈ ਸੀ। ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਹੀ ਰੱਖਣਾ ਚਾਹੁੰਦੇ ਸਨ। ਉੱਥੇ ਜ਼ਿੰਦਗੀ ਬੜੀ ਸਿੱਧੇ ਢੰਗ ਨਾਲ ਚੱਲ ਨਿਕਲੀ ਸੀ। ਅਸਾਮ ਦੇ ਨਾਗਾ ਵਿਦਰੋਹ ਨੂੰ ਦਬਾਉਣ ਲਈ ਉਹਨਾਂ ਦਿਨਾਂ 'ਚ ਸੈਂਟਰਲ ਰਿਜ਼ਰਵ ਫੋਰਸ ਦੀਆਂ ਟੁਕੜੀਆਂ ਜਾ ਰਹੀਆਂ ਸਨ ਤੇ ਉੱਥੇ ਕਾਫੀ ਹਲਚਲ ਸੀ। ਮੇਰੀ ਜੀਵਨੀ ਦਾ ਇਹ ਟੁਕੜਾ ਸਭ ਤੋਂ ਛੋਟਾ ਤੇ ਸਭ ਤੋਂ ਦੁਖਦ ਹੈ। ਅਜੇ ਡਾਕਟਰ ਚੰਦਰਮੋਹਨ ਦੇ ਘਰ 4 ਮਹੀਨੇ ਕੰਮ ਕਰਦੇ ਹੋਏ ਸਨ ਕਿ ਅਸਾਮ ਜਾਣ ਦੀ ਤਿਆਰੀ ਹੋਣ ਲੱਗ ਪਈ। ਘਰ 'ਚ ਸਮਾਨ ਬੰਨਿਆ ਜਾ ਰਿਹਾ ਸੀ ਤੇ ਮੈਂ ਸੋਚ 'ਚ ਬੈਠੀ ਹੋਈ ਸੀ ਕਿ ਹੁਣ ਕਿੱਥੇ ਜਾਵਾਂਗੀ। ਅਸਾਮ ਜਾਣਾ ਮੇਰੇ ਲਈ ਸੰਭਵ ਨਹੀਂ ਸੀ ਤੇ ਫਿਰ ਡਾਕਟਰ ਮੈਨੂੰ ਕਿਉਂ ਲੈ ਕੇ ਜਾਂਦਾ? ਬੱਚਿਆਂ ਨਾਲ ਸਨੇਹ ਹੋ ਹੀ ਜਾਂਦਾ, ਪਰ ਇਸ ਨਾਲ ਕੀ, ਉਹ ਤਾਂ ਵਗਦਾ ਪਾਣੀ ਹੈ। ਮੈਂ ਆਪਣੀ ਸਹੇਲੀ ਕੋਲ ਨਾਗਪੁਰ ਹੀ ਜਾ ਸਕਦੀ ਸੀ ਤੇ ਹੋਰ ਕਿਹੜਾ ਸਹਾਰਾ ਸੀ ਮੇਰਾ। ਸੱਚਮੁੱਚ ਮਨ ਦੁਖੀ ਸੀ।
ਜਿਸ ਬੇੜੀ ਉੱਤੇ ਪੈਰ ਰੱਖਦੀ ਉਹੀ ਡੁੱਬਣ ਲੱਗਦੀ ਸੀ। ਹੋਰ ਕੋਈ ਚਾਰਾ ਵੀ ਨਹੀਂ ਸੀ। ਇਸੇ ਸੋਚ 'ਚ ਬੈਠੀ ਹੋਈ ਸੀ ਕਿ ਛੋਟੇ ਰੰਜਨ ਨੇ ਆ ਕੇ ਕਿਹਾ, ਪਾਪਾ ਬੁਲਾ ਰਹੇ ਹਨ। ਮੈਂ ਸਮਝੀ ਹਿਸਾਬ ਕਿਤਾਬ ਕਰਨਗੇ, ਹੋਰ ਕੀ ਹੋਏਗਾ। ਕਮਰੇ 'ਚ ਗਈ। ਡਾਕਟਰ ਨੇ ਅੱਗੇ ਵੱਧ ਕੇ ਮੈਨੂੰ ਬੈਠਣ ਲਈ ਕਿਹਾ ਤੇ ਬੋਲੇ, ਤੂੰ ਡਿਬਰੂਗੜ੍ਹ ਚੱਲ ਸਕਦੀ ਹੈ? ਇੰਨੀ ਦੂਰ ਜਾ ਕੇ ਕੀ ਕਰਾਂਗੀ ਡਾਕਟਰ? ਮੈਂ ਸੋਚਦਾ ਬੱਚਿਆਂ ਨੂੰ ਖਾਸ ਤੌਰ ਤੇ ਹਿੰਦੀ ਪੜ੍ਹਾਉਣ ਲਈ ਉੱਥੇ ਕਿਸੇ ਦਾ ਮਿਲਣਾ ਮੁਸ਼ਕਿਲ ਹੀ ਹੋਏਗਾ। ਜੇ ਤੂੰ ਚੱਲ ਸਕੇ ਤਾਂ ਚੰਗਾ ਰਹੇਗਾ। ਬੜੀ ਖੂਬਸੂਰਤ ਜਗ੍ਹਾ ਹੈ। ਮੈਂ ਸਾਰਾ ਦਿਨ ਹਸਪਤਾਲ 'ਚ ਰਹਾਂਗਾ ਤੇ ਇਹਨਾਂ ਬੱਚਿਆਂ ਦੀ ਦੇਖਭਾਲ ਨਹੀਂ ਹੋ ਸਕੇਗੀ। ਕਿਉਂ, ਕੋਈ ਹਿਚਕ ਹੈ ਜਾਂ ਕੋਈ ਦਿੱਕਤ? ਨਹੀਂ ਅਜਿਹੀ ਕੋਈ ਗੱਲ ਨਹੀਂ, ਪਰ ਮੈਂ ਕਦੇ ਅਸਾਮ ਜਾਣ ਬਾਰੇ ਸੁਪਨੇ ਵਿੱਚ ਵੀ ਨਹੀਂ ਸੋਚਿਆ, ਇਸ ਲਈ ਥੋੜਾ ਜਿਹਾ ਅਜੀਬ ਲੱਗ ਰਿਹਾ। ਹੋਰ ਕੀ ਗੱਲ ਹੋ ਸਕਦੀ ਹੈ? ਮੈਂ ਕਿਹਾ, ਸ਼ਾਇਦ ਤੂੰ ਇਹ ਸੋਚ ਰਹੀ ਹੈ ਕਿ ਮੇਰੇ ਨਾਲ ਅਸਾਮ ਜਾਣ ਉੱਤੇ ਤੇਰੇ ਰਿਸ਼ਤੇਦਾਰ ਵਗੈਰਾ ਕੀ ਕਹਿਣਗੇ। ਨੌਕਰੀਆਂ ਤਾਂ ਤੈਨੂੰ ਇੱਥੇ 50 ਮਿਲ ਸਕਦੀਆਂ ਹਨ, ਫਿਰ ਜਾਣ ਦੀ ਕੀ ਲੋੜ ਹੈ। ਪਰ ਮੈਂ ਸੋਚਦਾ ਕਿ ਮੇਰੇ ਕਹਿਣ ਦਾ ਮਤਲਬ ਹੈ ਕਿ ਉਹਦੀ ਜ਼ੁਬਾਨ ਸੁੱਕਦੀ ਜਾਪੀ ਤੇ ਮੈਂ ਕਸ਼ਮਕਸ਼ 'ਚ ਬੈਠੀ ਸੀ। ਆਖਿਰ ਡਾਕਟਰ ਕਹਿਣਾ ਕੀ ਚਾਹੁੰਦਾ ਸੀ? ਦੂਜੇ ਪਾਸੇ ਦੇਖਦੇ ਹੋਏ ਡਾਕਟਰ ਨੇ ਸਿੱਧੀ ਗੱਲ ਕਹਿਤੀ, ਜੇ ਤੈਨੂੰ ਮਨਜ਼ੂਰ ਹੋਵੇ ਤਾਂ ਅਸੀਂ ਵਿਆਹ ਵੀ ਕਰ ਸਕਦੇ ਹਾਂ। ਇਹ ਕਹਿਣ ਤੇ ਸੁਣਨ ਮਗਰੋਂ ਕਈ ਪਲਾਂ ਤੱਕ ਸਾਡੇ ਦੋਵਾਂ 'ਚ ਕੋਈ ਕੁਝ ਨਾ ਬੋਲਿਆ। ਫਿਰ ਡਾਕਟਰ ਨੇ ਖਾਮੋਸ਼ੀ ਤੋੜੀ। ਮੈਂ ਤੈਨੂੰ ਵੇਖਦੇ ਹੋਏ ਕਹਿ ਨਹੀਂ ਪਾ ਰਿਹਾ ਸੀ, ਪਰ ਇਹ ਤੇਰੇ ਉੱਤੇ ਹੈ ਕਿ ਤੂੰ ਇਹਨੂੰ ਮੰਨੇ ਜਾਂ ਨਾ ਮੰਨੇ। ਸੋਚ ਲੈ, ਹੋਰ ਕੀ ਕਹਿ ਸਕਦਾ। ਬਸ ਇਹੀ ਕਹਿ ਸਕਦਾ, ਹੁਣ ਜਿਵੇਂ ਤੇਰੀ ਮਰਜ਼ੀ। ਜਦੋਂ ਡਾਕਟਰ ਕੋਈ ਪਿਆਰ ਭਰੀ ਗੱਲ ਕਰਦਾ ਸੀ ਤਾਂ ਉਹਦੇ ਮੂੰਹ ਦੇ ਕੋਨਿਆਂ ਤੇ ਚਿੱਟੀ ਝੱਗ ਜੀ ਆ ਜਾਂਦੀ ਸੀ। ਇਹ ਤੋਂ ਮੈਨੂੰ ਪਰੇਸ਼ਾਨੀ ਹੁੰਦੀ ਸੀ। ਉਹਦੇ ਚਿਹਰੇ ਵੱਲ ਵੇਖਣਾ ਵੀ ਮੁਸ਼ਕਿਲ ਹੋ ਜਾਂਦਾ ਸੀ। ਇਹ ਉਹਦਾ ਤਕੀਆ ਕਲਾਮ ਸੀ। ਹੁਣ ਜਿਵੇਂ ਤੇਰੀ ਮਰਜ਼ੀ। ਇਸ ਤਕੀਆ ਕਲਾਮ ਨੂੰ ਮੈਂ ਅਜੇ ਤੱਕ ਨਹੀਂ ਭੁੱਲ ਸਕੀ। ਉਹ ਬਹੁਤ ਮੋਟੇ ਸ਼ੀਸ਼ੇ ਦਾ ਚਸ਼ਮਾ ਵੀ ਨਹੀਂ ਭੁੱਲ ਸਕੀ ਜੋ ਉਹਦੀਆਂ ਅੱਖਾਂ ਉੱਤੇ ਰਹਿੰਦਾ ਸੀ। ਮੈਂ ਬੇਸਹਾਰਾ ਸੀ, ਪਰ ਡਾਕਟਰ ਲਈ ਮੇਰੇ ਮਨ 'ਚ ਕਿਸੇ ਤਰ੍ਹਾਂ ਦੀ ਵੀ ਉਲਾਰ ਭਾਵਨਾ ਨਹੀਂ ਉੱਠਦੀ ਸੀ। ਨਫ਼ਰਤ ਮੈਂ ਉਹ ਤੋਂ ਕਰ ਨਹੀਂ ਸਕਦੀ ਸੀ। ਹਾਂ, ਮੈਨੂੰ ਕੁਝ ਗੱਲਾਂ ਤੋਂ ਚਿੜ ਜ਼ਰੂਰ ਹੁੰਦੀ ਸੀ। ਉਹ ਹੌਲੀ ਜਿਹੀ ਬੋਲਿਆ, ਮੈਂ ਤੇਰੇ ਤੋਂ ਤੇਰੀ ਜ਼ਿੰਦਗੀ ਮੰਗ ਰਿਹਾ। ਮੇਰੇ ਕੋਲ ਰੁਪਏ ਦੇ ਸਿਵਾ ਕੁਝ ਵੀ ਨਹੀਂ, ਪਰ ਤੂੰ ਮੈਨੂੰ ਸਹਾਰਾ ਦੇ ਸਕਦੀ ਹੈ। ਫਿਰ ਜਿਵੇਂ ਤੇਰੀ ਮਰਜ਼ੀ। ਮੈਂ ਚੰਗੀ ਤਰ੍ਹਾਂ ਸੋਚ ਸਮਝ ਕੇ ਹੀ ਜਵਾਬ ਦਿੱਤਾ ਕਿ ਵਿਆਹ ਦੀ ਗੱਲ ਮੈਂ ਨਹੀਂ ਸੋਚਦੀ, ਪਰ ਨਾਲ ਚੱਲ ਸਕਦੀ ਹਾਂ। ਬੱਚਿਆਂ ਦੀ ਦੇਖਭਾਲ 'ਚ ਕੋਈ ਫਰਕ ਨਹੀਂ ਪਏਗਾ। ਤੇ 5ਵੇਂ ਦਿਨ ਮੈਂ ਡਾਕਟਰ ਚੰਦਰਮੋਹਨ ਤੇ ਦੋਵਾਂ ਬੱਚਿਆਂ ਨਾਲ ਡਿਬਰੂਗੜ੍ਹ ਲਈ ਚੱਲ ਪਈ। ਚੌਥੇ ਦਿਨ ਅਸੀਂ ਉੱਥੇ ਪਹੁੰਚ ਗਏ। ਡਿਬਰੂਗੜ੍ਹ ਦੀ ਬਸਤੀ 'ਚ 2 ਕਮਰਿਆਂ ਦਾ ਹਸਪਤਾਲ ਸੀ, ਜਿੱਥੇ ਇੱਕ ਟੁੱਟੀ ਜਿਹੀ ਅਲਮਾਰੀ 'ਚ ਦਵਾਈਆਂ ਦੀਆਂ ਕੁਝ ਸ਼ੀਸ਼ੀਆਂ ਤੇ ਔਜ਼ਾਰ ਸਨ। ਇੱਕ ਮੇਜ਼ ਡਾਕਟਰ ਲਈ ਤੇ ਦੂਜੇ ਕਮਰੇ 'ਚ 6 ਪਲੰਗ ਸਨ, ਜਿਨ੍ਹਾਂ ਦੇ ਗੱਦੇ ਵਗੈਰਾ ਰੋਗੀਆਂ ਦੇ ਆਉਣ ਬਾਅਦ ਵਿਛਾਏ ਜਾਂਦੇ ਸਨ। ਅੰਗਰੇਜ਼ੀ ਦਵਾਈਆਂ 'ਚ ਉੱਥੋਂ ਦੇ ਲੋਕਾਂ ਨੂੰ ਬਹੁਤਾ ਵਿਸ਼ਵਾਸ ਨਹੀਂ ਸੀ। ਉਹ ਆਪ ਆਪਣੇ ਵੈਦ ਸਨ। ਨੈਕਸਟ। ਡਿਬਰੂਗੜ੍ਹ ਪਹੁੰਚ ਕੇ ਮਾਨਸਿਕ ਤੇ ਸਰੀਰਕ ਆਰਾਮ ਵੀ ਮਿਲਿਆ। ਇਹ ਛੋਟੀ ਜਿਹੀ ਬਸਤੀ ਹੈ, ਕਿੱਥੇ ਦਿੱਲੀ ਦੀ ਧੂਮ-ਧਾਮ ਤੇ ਕਿੱਥੇ ਡਿਬਰੂਗੜ੍ਹ ਦਾ ਸ਼ਾਂਤ ਵਾਤਾਵਰਨ। ਨੀਲੇ ਪਹਾੜਾਂ ਦਾ ਉਹ ਦ੍ਰਿਸ਼ ਬੜਾ ਹੀ ਮਨੋਰਮ ਹੈ। ਤਿਲਕ ਕਸ਼ਮੀਰ ਦੀ ਆਪਣੀ ਸੁੰਦਰਤਾ ਹੈ, ਪਰ ਅਸਾਮ ਦੀ ਖੂਬਸੂਰਤੀ ਨੂੰ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਬ੍ਰਹਮਪੁੱਤਰ ਤੋਂ ਸੁੰਦਰ ਕੋਈ ਨਦੀ ਨਹੀਂ ਹੈ ਇਸ ਧਰਤੀ ਉੱਤੇ। ਇਕਹਿਰੇ ਸਰੀਰ ਤੇ ਪੀਲੇ ਰੰਗ ਦੇ ਮਰਦਾਂ ਤੇ ਔਰਤਾਂ ਨੂੰ ਵੇਖ ਕੇ ਮੇਰਾ ਮਨ ਲੱਗ ਗਿਆ ਸੀ। ਸੱਚਮੁੱਚ ਜੀਵਨ ਦਾ ਇੱਕ ਤਜਰਬਾ ਹੀ ਸੀ ਅਸਾਮ ਜਾਣਾ। ਤੇ ਕਾਮਰੂਪ ਸੱਚਮੁੱਚ ਕਾਮਰੂਪ ਜਾਦੂ ਦਾ ਦੇਸ਼। ਦੂਰ ਦੂਰ ਤੱਕ ਫੈਲੇ ਹੋਏ ਨੀਲੇ ਪਹਾੜ ਤੇ ਉਹਦੀਆਂ ਟੀਸੀਆਂ ਨਾਲ ਉਲਝਦੇ ਹੋਏ ਘੁੰਗਰਾਲੇ ਵਾਲ। ਨੀਲੇ ਅਸਮਾਨ ਦੀ ਪਿੱਠ ਭੂਮੀ ਉੱਤੇ ਗਹਿਰੇ ਨੀਲੇ ਪਹਾੜਾਂ ਦੀਆਂ ਉੱਭਰਦੀਆਂ ਚੋਟੀਆਂ ਮੈਨੂੰ ਬਹੁਤ ਲੁਭਾਉਂਦੀਆਂ ਸਨ। ਛੋਟੇ ਜਿਹੇ ਪਰ ਸਾਫ਼ ਸੁਥਰੇ ਘਰ ਦੀ ਬਾਰੀ ਤੋਂ ਮੈਂ ਘੰਟਿਆਂ ਬੱਧੀ ਬਾਂਸ ਦੇ ਜੰਗਲਾਂ ਤੇ ਨੀਲੇ ਪਹਾੜਾਂ ਨੂੰ ਵੇਖਦੀ ਰਹਿੰਦੀ ਸੀ। ਪਹਾੜੀ ਢਲਾਣ ਉੱਤੇ ਕਿਤੇ ਕਿਤੇ ਹਰੇ ਝਰਨੇ ਵਿਖਾਈ ਪੈਂਦੇ ਸਨ। ਉਹ ਚਾਹ ਦੇ ਬਾਗ ਸਨ, ਜਿਨ੍ਹਾਂ ਦੀ ਹਰਿਆਲੀ ਸਭ ਤੋਂ ਵੱਖਰੀ ਸੀ। ਇੱਕ ਸ਼ਾਮ ਮੈਂ ਬੱਚਿਆਂ ਨੂੰ ਪੜ੍ਹਾ ਕੇ ਬਾਹਰ ਨਿਕਲ ਆਈ। ਦੂਰ ਨੀਲੇ ਪਹਾੜ ਕਾਲਖ 'ਚ ਡੁੱਬ ਚੁੱਕੇ ਸਨ। ਉਦੋਂ ਹੀ ਇੱਕ ਡਰਾਉਣਾ ਦ੍ਰਿਸ਼ ਦਿਖਾਈ ਦਿੱਤਾ। ਕਾਲੇ ਪਹਾੜ ਤੋਂ ਅੱਗ ਦਾ ਦਰਿਆ ਵਹਿੰਦਾ ਆ ਰਿਹਾ ਸੀ ਤੇ ਹਜ਼ਾਰਾਂ ਮਸ਼ਾਲਾਂ ਉੱਪਰ ਥੱਲੇ ਬਲ ਰਹੀਆਂ ਸਨ। ਗੋਲੇ ਫਟਣ ਵਰਗੀਆਂ ਆਵਾਜ਼ਾਂ ਆ ਰਹੀਆਂ ਸਨ। ਮੈਂ ਘਬਰਾ ਕੇ ਅੰਦਰ ਭੱਜ ਗਈ। ਡਾਕਟਰ ਨੂੰ ਪੁਕਾਰਿਆ ਤਾਂ ਭੱਜਦਾ ਹੋਇਆ ਨੌਕਰ ਆਇਆ। ਮੈਂ ਉਹਨੂੰ ਵਿਖਾਉਂਦੇ ਹੋਏ ਪੁੱਛਿਆ ਕਿ ਇਹ ਕੀ ਹੈ, ਤਾਂ ਬੜੀ ਸਰਲਤਾ ਨਾਲ ਮੁਸਕਰਾ ਪਿਆ। ਮੈਂ ਉਹਦੀ ਬੋਲੀ ਵੀ ਠੀਕ ਤਰ੍ਹਾਂ ਨਾਲ ਨਹੀਂ ਸਮਝ ਸਕਦੀ ਸੀ। ਡਾਕਟਰ ਦੀ ਕੁਝ ਸਮਝ ਲੈਂਦੀ ਸੀ। ਮੇਰੇ ਮੋਢੇ ਤੇ ਨਿਡਰਤਾ ਦਾ ਹੱਥ ਰੱਖਣ ਦੀ ਕੋਸ਼ਿਸ਼ ਕਰਦੇ ਹੋਏ ਡਾਕਟਰ ਨੇ ਮੈਨੂੰ ਸਮਝਾਇਆ, ਬਾਂਸ ਦੇ ਜੰਗਲਾਂ 'ਚ ਅੱਗ ਲੱਗ ਗਈ। ਇਹ ਧਮਾਕੇ ਬਾਂਸ ਫਟਣ ਦੇ ਹਨ ਤੇ ਅੱਗ ਦਾ ਜੋ ਦਰਿਆ ਢਲਾਣ ਤੋਂ ਥੱਲੇ ਉਤਰ ਰਿਹਾ ਹੈ, ਉਹ ਫੈਲਦੀ ਹੋਈ ਅੱਗ ਹੈ। ਇੱਥੋਂ ਦੀ ਖੇਤੀ ਹਰ ਜਾਤੀਆਂ ਬੰਜਾਰਿਆਂ ਦਾ ਜੀਵਨ ਬਤਾਉਂਦੀਆਂ ਹਨ। ਜੰਗਲ ਛਾੜ ਕੇ ਉਹ ਕੁਝ ਦਿਨ ਇੱਥੇ ਖੇਤੀ ਕਰਨਗੇ, ਫਿਰ ਅੱਗੇ ਵੱਧ ਜਾਣਗੇ। ਇਹੀ ਇਹਨਾਂ ਦੀ ਜੀਵਿਕਾ ਦਾ ਸਾਧਨ ਹੈ।
ਖੇਤ ਬਣਾਉਣ ਲਈ ਉਹਨਾਂ ਨੇ ਜੰਗਲ ਨੂੰ ਸਾੜਿਆ। ਹੁਣ ਜਿਵੇਂ ਤੇਰੀ ਮਰਜ਼ੀ। ਡਾਕਟਰ ਦਾ ਸੁੱਕਿਆ ਹੋਇਆ ਹੱਥ ਮੇਰੇ ਮੋਢੇ ਤੇ ਕੰਬ ਰਿਹਾ ਸੀ। ਡਰੀ ਹੋਈ ਨਾਰੀ ਨੂੰ ਦਿਲਾਸਾ ਦੇਣ ਦਾ ਕੰਮ ਕਾਇਰ ਮਰਦ ਵੀ ਕਰ ਲੈਂਦੇ ਹਨ। ਨੈਕਸਟ। ਡਿਬਰੂਗੜ੍ਹ 'ਚ ਥੋੜੇ ਦਿਨ ਬਾਅਦ ਮੈਨੂੰ ਇਕੱਲਾਪਨ ਵੱਢਣ ਲੱਗ ਪਿਆ। ਸੁੰਦਰਤਾ ਦੇ ਵਿੱਚ ਰਹਿੰਦੇ ਹੋਏ ਵੀ ਬੰਦਾ ਬੋਰ ਹੋ ਸਕਦਾ ਹੈ। ਇਕਸਾਰਤਾ ਜੀਵਨ ਦਾ ਧਰਮ ਨਹੀਂ। ਪਰ ਮੈਂ ਮੁੜ ਕੇ ਕਿਧਰੇ ਵੀ ਜਾਣ ਬਾਰੇ ਸੋਚਦੀ ਤਾਂ ਸਾਹ ਫੁੱਲਣ ਲੱਗਦਾ। ਮੇਰੇ ਵਰਗਾ ਇਕੱਲਾ ਵੀ ਕੋਈ ਹੋਏਗਾ ਭਲਾ? ਕਿੱਥੇ ਇਹ ਸਿੰਘ ਸਮਾਉਣਗੇ? ਆਖਿਰ ਮੇਰੇ ਮਨ ਦਾ ਚੋਰ ਵੀ ਜਾਗਿਆ। ਇੰਨੀਆਂ ਠੋਕਰਾਂ ਖਾਣ ਬਾਅਦ ਸ਼ਾਇਦ ਅੰਦਰ ਹੀ ਅੰਦਰ ਮੈਂ ਜੀਵਨ ਦੀ ਸੁਰੱਖਿਆ ਚਾਹ ਰਹੀ ਸੀ। ਮੈਂ ਸ਼ਾਇਦ ਅਜਿਹੀ ਹਾਲਤ ਵਿੱਚ ਸੀ ਕਿ ਕਿਸੇ ਵੀ ਗਲਤ ਮੰਜ਼ਿਲ ਤੇ ਰੁਕ ਸਕਦੀ ਸੀ। ਪਹਾੜੀ ਰਸਤਿਆਂ ਤੇ ਚਲਦੇ ਚਲਦੇ ਕਿਸੇ ਗੰਦੀ ਦੁਕਾਨ ਉੱਤੇ ਚਾਹ ਵੀ ਪੀਣੀ ਪੈਂਦੀ ਹੈ, ਉਸੇ ਤਰ੍ਹਾਂ ਦਾ ਸਵਾਲ ਮੇਰੇ ਨਾਲ ਸੀ। ਡਾਕਟਰ ਹਰ ਰੋਜ਼ ਮੇਰੇ ਵੱਲ ਲਾਲਸਾ ਭਰੀਆਂ ਨਿਗਾਹਾਂ ਨਾਲ ਵੇਖਦਾ ਸੀ ਤੇ ਆਪਣੇ ਰੁਪਇਆਂ ਦਾ ਹਿਸਾਬ ਸਮਝਾਉਂਦਾ ਸੀ। ਇਹ ਉਹਦਾ ਨਿਯਮਤ ਪ੍ਰੋਗਰਾਮ ਸੀ। ਐਨਕ ਲਗਾ ਕੇ ਮੈਨੂੰ ਵੇਖਣਾ ਤੇ ਇੱਧਰ ਉੱਧਰ ਤੋਂ ਗੱਲ ਜੋੜ ਤੋੜ ਕੇ ਰੁਪਇਆਂ ਤੇ ਲੈ ਆਉਣਾ। ਕਿਉਂਕਿ ਉਹਦੇ ਮੂੰਹ ਦੇ ਕੋਨਿਆਂ ਉੱਤੇ ਚਿੱਟੀ ਝੱਗ ਆ ਜਾਂਦੀ ਸੀ, ਇਸ ਲਈ ਮੈਂ ਸਮਝ ਲੈਂਦੀ ਸੀ ਕਿ ਉਹ ਹੁਣ ਪਿਆਰ ਨਾਲ ਪੀੜਤ ਹੈ। ਹੁਣ ਜਿਵੇਂ ਤੇਰੀ ਮਰਜ਼ੀ, ਬਸ ਇਸੇ ਉੱਤੇ ਆ ਕੇ ਗੱਲ ਟੁੱਟਦੀ ਸੀ। ਪਰ ਮੈਂ ਕੋਈ ਵੀ ਚਾਹਤ ਨਹੀਂ ਕਰ ਪਾਉਂਦੀ ਸੀ। ਉਸ ਤੋਂ ਮੈਂ ਕੀ ਚਾਹਤ ਰੱਖਦੀ? ਰੋਜ਼ ਇਹੀ ਹੁੰਦਾ ਸੀ। ਉਹ ਹਮੇਸ਼ਾ ਪੂਰੇ ਕੱਪੜੇ ਪਾ ਕੇ ਰੱਖਦਾ ਸੀ। ਵੈਸੇ ਉਹ ਆਪਣੇ ਕਮਰੇ 'ਚ ਕਮੀਜ਼ ਉਤਾਰ ਕੇ ਬੈਠਦਾ ਸੀ, ਪਰ ਅਜਿਹੇ ਮੌਕਿਆਂ ਉੱਤੇ ਜਦੋਂ ਉਹਨੂੰ ਮੇਰੀਆਂ ਅੱਖਾਂ ਅੱਗੇ ਆਉਣਾ ਹੁੰਦਾ ਤਾਂ ਕਮੀਜ਼ ਪਾ ਕੇ ਤੇ ਕਫ ਦੇ ਬਟਨ ਬੰਦ ਕਰਕੇ ਹੀ ਆਉਂਦਾ ਸੀ। ਉਹਦੀ ਬੇਚਾਰਗੀ ਉੱਤੇ ਮੈਨੂੰ ਤਰਸ ਆਉਂਦਾ ਸੀ। ਕਦੇ-ਕਦੇ ਉਹ ਮੈਨੂੰ ਬਹਿਲਾਉਣ ਲਈ ਆਪਣੀ ਵਿਦਵਤਾ ਤੇ ਗਿਆਨ ਦਾ ਪ੍ਰਦਰਸ਼ਨ ਵੀ ਕਰਦਾ ਸੀ। ਐਲੋਪੈਥੀ ਦਾ ਡਾਕਟਰ ਹੁੰਦੇ ਹੋਏ ਵੀ ਉਹ ਆਯੁਰਵੈਦ ਤੇ ਭਾਸ਼ਣ ਦੇਣ ਲੱਗਦਾ। ਆਯੁਰਵੈਦ ਦੇ 8 ਅੰਗ ਹਨ: ਨਿਰਾਜੀ, ਸ਼ल्य, शाल्क्य, ਕਾਇ ਚਿਕਿਤਸਾ, ਕੁਮਾਰ ਭ੍ਰਤ ਭੂਤ ਵਿਦਿਆ, ਅਗਤੰਤਰ, ਬਾਜੀਕਰਨ ਤੇ ਰਸਾਇਣ ਤੰਤਰ। ਰਸਾਇਣ ਤੰਤਰ ਤੋਂ ਹੀ ਅੱਜ ਦੀ ਡਾਕਟਰੀ ਦੀ ਸਾਰੀ ਵਿਦਿਆ ਨਿਕਲੀ ਹੈ। ਤੇ ਸ਼ल्य ਤੋਂ ਸਰਜਰੀ। ਆਪਣੇ ਦੇਸ਼ 'ਚ ਕੀ ਨਹੀਂ ਸੀ ਸਮਝੀ? ਫਿਰ ਜਿਵੇਂ ਤੂੰ ਚਾਵੇਂ, ਉਹ ਅੱਗੇ ਕਹਿੰਦਾ। ਅਸਾਮ ਤੇ ਗਾਰੋ ਤੇ ਗਾਸੀ ਤਾਂ ਖਾਸ ਤੌਰ ਤੇ ਚੰਗੀ ਵੈਦਗੀ ਜਾਣਦੇ ਹਨ। ਜ਼ਖਮ, ਹੱਡੀ ਟੁੱਟਣਾ ਆਦਿ ਦਾ ਇਲਾਜ ਤਾਂ ਇਹ ਹੱਡ ਜੋੜ, ਪੋਜੋ ਤੇ ਕਕਰੋਂਦਾ ਨਾਲ ਕਰ ਲੈਂਦੇ ਹਨ। ਕਈ ਦਵਾਈਆਂ ਅਸੀਂ ਅਜੇ ਤੱਕ ਲੱਭ ਨਹੀਂ ਸਕੇ, ਪਰ ਇਹਨਾਂ ਆਦਮ ਜ਼ਾਤੀਆਂ ਨੇ ਕਈ ਜੜੀਆਂ ਬੂਟੀਆਂ ਨੂੰ ਪਹਿਲਾਂ ਹੀ ਲੱਭ ਲਿਆ ਹੋਇਆ ਹੈ। ਕੋਰਿਆ, ਅਨੰਤਮੂਲ, ਗਖੋਲਾ ਨਾਲ ਇਹ ਉਹਦਾ ਇਲਾਜ ਵੀ ਕਰ ਲੈਂਦੇ ਹਨ। ਬਸ ਹੁਣ ਜਿਵੇਂ ਤੇਰੀ ਮਰਜ਼ੀ। ਮੈਨੂੰ ਖਾਮੋਸ਼ੀ ਨਾਲ ਸੁਣਦੇ ਦੇਖ ਕੇ ਬੋਲਦਾ ਜਾਂਦਾ, ਜਿਹਨੂੰ ਅਸੀਂ ਮਾਨਸਿਕ ਬਿਮਾਰੀ ਯਾਨੀ ਭੂਤ ਪ੍ਰੇਤ ਕਹਿੰਦੇ ਹਾਂ, ਇਹਦਾ ਇਲਾਜ ਵੀ ਇਹਨਾਂ ਕੋਲ ਹੈ। ਤਾਂ ਫਿਰ ਇੱਥੇ ਆਉਣ ਦਾ ਫਾਇਦਾ? ਮੈਂ ਕਿਹਾ ਤੇ ਉਸ ਵੱਲ ਵੇਖਿਆ। ਉਹਦੇ ਮੂੰਹ ਦੇ ਕੋਨਿਆਂ 'ਚ ਝੱਗ ਭਰ ਰਹੀ ਸੀ। ਬਸ ਫਿਰ ਉਹਨੇ ਕੀ ਕਿਹਾ ਮੈਂ ਧਿਆਨ ਨਹੀਂ ਦਿੱਤਾ। ਉਹਦੀ ਆਤਮਾ ਪ੍ਰੇਮ ਨਾਲ ਵਿਆਕੁਲ ਹੋ ਰਹੀ ਸੀ। ਮੈਂ ਬਹੁਤ ਛਟਪਟਾਉਂਦੀ ਸੀ, ਪਰ ਮੇਰੇ ਲਈ ਕੋਈ ਰਾਹ ਨਹੀਂ ਸੀ। ਹੌਲੀ ਹੌਲੀ ਮੈਂ ਡਾਕਟਰ ਨੂੰ ਗੌਰ ਨਾਲ ਵੇਖਣ ਲੱਗੀ। ਸ਼ਾਇਦ ਉਸ 'ਚ ਕੁਛ ਅਜਿਹਾ ਹੋਵੇ ਜਿਹਨੂੰ ਮੈਂ ਪਿਆਰ ਕਰ ਸਕਾਂ। ਤਾਂ ਫਿਰ ਇਹ ਹਰ ਪਲ ਦੀ ਚਿੜ ਜਿਹੀ ਤਾਂ ਨਾ ਹੋਵੇ। ਅਖੀਰ ਹਾਰ ਕੇ ਇੱਕ ਦਿਨ ਮੈਂ ਵਿਆਹ ਲਈ ਹਾਮੀ ਭਰ ਦਿੱਤੀ। ਮੇਰੇ ਸਾਹਮਣੇ ਕੋਈ ਰਾਹ ਵੀ ਨਹੀਂ ਸੀ। ਜਦੋਂ ਦਲਦਲ 'ਚੋਂ ਨਿਕਲਣਾ ਹੀ ਸੰਭਵ ਨਹੀਂ ਹੋ ਸਕਦਾ ਸੀ ਤਾਂ ਬਿਹਤਰ ਸੀ ਕਿ ਇੱਕ ਵੱਡਾ ਜਿਹਾ ਪੱਥਰ ਆਪਣੇ ਉੱਤੇ ਪਾ ਲਵਾਂ ਤੇ ਉਸੇ ਵਿੱਚ ਪੂਰੀ ਤਰ੍ਹਾਂ ਡੁੱਬ ਜਾਵਾਂ। ਨਿਰਛਲ ਪਿਆਰ ਕਰ ਸਕਣ ਦੀ ਮੇਰੀ ਸਥਿਤੀ ਨਹੀਂ ਸੀ। ਡਾਕਟਰ ਨੂੰ ਪੈਸੇ ਦਾ ਸਹਾਰਾ ਸੀ ਤੇ ਸੱਚ ਪੁੱਛੋ ਤਾਂ ਮੈਨੂੰ ਵੀ ਉਹ ਸਹਾਰਾ ਉਸ ਵੇਲੇ ਛੋਟਾ ਨਹੀਂ ਲੱਗਾ ਸੀ। ਅੱਜ ਮੈਂ ਜੋ ਥੋੜੀ ਜਿਹੀ ਆਜ਼ਾਦ ਹਾਂ, ਉਹਦੇ ਬਲ ਤੇ ਹੀ ਹਾਂ, ਨਹੀਂ ਤਾਂ ਲੋਕ ਮੈਨੂੰ ਖਾ ਗਏ ਹੁੰਦੇ। ਨੈਕਸਟ। ਦੂਜੇ ਮਹੀਨੇ ਅਸੀਂ ਵਿਆਹ ਕਰ ਲਿਆ। ਜਦੋਂ ਤੱਕ ਅਸੀਂ ਵਿਆਹ ਨਹੀਂ ਕੀਤਾ ਸੀ, ਡਾਕਟਰ ਨੇ ਕਦੇ ਮੇਰੇ ਸਰੀਰ ਨੂੰ ਛੂਹਣ ਦੀ ਹਿੰਮਤ ਨਹੀਂ ਕੀਤੀ ਸੀ। ਅੰਦਰ ਹੀ ਅੰਦਰ ਉਹ ਭਾਰਤੀ ਸੰਸਕ੍ਰਿਤੀ ਦਾ ਅੰਨਾ ਪ੍ਰੇਮੀ, ਆਦਰਸ਼ਵਾਦੀ ਤੇ ਬੜਾ ਹੀ ਡਰਪੋਕ ਸੀ। ਡਰਪੋਕ ਉਹ ਵੀ ਹੈ ਜੋ ਆਪਣਾ ਹੱਕ ਜਮਾ ਨਾ ਸਕੇ। ਡਾਕਟਰ ਕਦੇ ਵੀ ਆਪਣਾ ਹੱਕ ਮੇਰੇ ਤੇ ਨਹੀਂ ਜਮਾ ਸਕਿਆ। ਜਿਸ ਰਾਤ ਅਸੀਂ ਸ਼ਿਲੌਂਗ ਤੋਂ ਸ਼ਾਦੀ ਕਰਕੇ ਮੁੜੇ, ਉਸੇ ਰਾਤ ਪਹਿਲੀ ਵਾਰ ਡਾਕਟਰ ਨੇ ਮੇਰੇ ਲੱਕ ਦੁਆਲੇ ਆਪਣਾ ਕੰਬਦਾ ਹੋਇਆ ਹੱਥ ਪਾਇਆ ਸੀ ਤੇ ਮੈਨੂੰ ਲੱਗਾ ਜਿਵੇਂ ਕੋਈ ਮਰਿਆ ਹੋਇਆ ਸੱਪ ਮੇਰੇ ਲੱਕ ਦੁਆਲੇ ਲਿਪਟ ਗਿਆ ਹੋਵੇ। ਉਹਨੇ ਜਦੋਂ ਮੈਨੂੰ ਪਹਿਲੀ ਵਾਰ ਪਿਆਰ ਕੀਤਾ ਤਾਂ ਮੈਂ ਗਿਜਗਿਜਾਹਟ ਨਾਲ ਭਰ ਗਈ ਸੀ, ਜਿਵੇਂ ਕਿਸੇ ਡੱਡੂ ਉੱਤੇ ਮੇਰੇ ਹੱਥ ਆ ਪਏ ਹੋਣ। ਹੁਣ ਕਲਪਨਾ ਕਰੋ ਮੇਰੇ ਸੁੱਖ ਦੀ। ਚਾਰੇ ਪਾਸਿਓਂ ਨਿਰਾਸ਼ ਹੋ ਕੇ ਮੈਂ ਆਪਣੇ ਆਪ ਨੂੰ ਮਾਰਨ ਲਈ ਤਿਆਰ ਹੋਈ ਸੀ। ਇੱਕ ਏਰਾ ਉਸੇ ਦਿਨ ਮਰ ਗਈ ਤਿਲਕ, ਇੱਕ ਏਰਾ ਉਸੇ ਦਿਨ ਜਿਉਂਦੀ ਦਫਨ ਹੋ ਗਈ। ਉਹ ਮੇਰੇ ਨਾਲ ਪੈਂਦਾ, ਉਹਦੀਆਂ ਲੱਤਾਂ ਡਰ ਨਾਲ ਕੰਬਦੀਆਂ ਰਹਿੰਦੀਆਂ। ਉਹ ਸਿਰਫ ਮੈਨੂੰ ਪਰੇਸ਼ਾਨ ਕਰਦਾ ਸੀ। ਮੈਨੂੰ ਛੇੜਛਾੜ ਕਰਕੇ ਡਰਿਆ ਜਿਹਾ ਚਿਪਕਿਆ ਰਹਿੰਦਾ, ਫਿਰ ਦੰਦ ਕੱਢ ਕੇ ਕੋਲ ਦੀ ਮੇਜ਼ ਤੇ ਰੱਖ ਦਿੰਦਾ, ਫਿਰ ਕਹਿੰਦਾ ਹੁਣ ਜਿਵੇਂ ਤੂੰ ਚਾਵੇਂ।
ਕਿੰਨਾ ਵੱਡਾ ਵਿਅੰਗ ਸੀ ਇਹ। ਹੁਣ ਜਿਵੇਂ ਤੂੰ ਚਾਹੇ। ਮੈਂ ਕੀ ਚਾਹ ਸਕਦੀ ਸੀ? ਚਾਹੁਣ ਲਈ ਰਹਿ ਕੀ ਗਿਆ ਸੀ? ਕਦੇ ਕਦੇ ਜਦੋਂ ਮੇਰਾ ਅੰਦਰ ਦਾ ਪਸ਼ੂ ਜਾਗਦਾ ਤਾਂ ਉਹਦਾ ਚਸ਼ਮਾ ਲਾ ਕੇ ਰੱਖ ਦਿੰਦੀ, ਤਾਂ ਜਿਵੇਂ ਹਨੇਰੇ 'ਚ ਛਟਪਟ ਆਉਂਦਾ ਸੀ। ਜੇ ਉਹ ਆਉਂਦਾ ਤਾਂ ਮੈਂ ਕਮਰੇ 'ਚੋਂ ਨਿਕਲ ਕੇ ਚਿਟਕਣੀ ਲਗਾ ਦਿੰਦੀ, ਆਪ ਬਾਹਰ ਵਾਲੇ ਕਮਰੇ 'ਚ ਜਾ ਕੇ ਲੰਮੀ ਪੈ ਜਾਂਦੀ। ਉਦੋਂ ਰੋਂਦਾ ਸੀ ਤੇ ਬੂਹੇ ਤੇ ਮੱਥਾ ਭੰਨਦਾ ਚੀਕਦਾ ਸੀ, ਇਰਾ ਮੈਨੂੰ ਕੱਢ ਦੇ, ਹੁਣ ਨਹੀਂ ਆਵਾਂਗਾ। ਉਹਨੂੰ ਸਤਾ ਕੇ ਵੀ ਚੈਨ ਮੈਨੂੰ ਨਹੀਂ ਆਉਂਦਾ ਸੀ। ਉਹ ਵੀ ਮੈਨੂੰ ਘੱਟ ਨਹੀਂ ਸਤਾ ਰਿਹਾ ਸੀ। ਮੇਰੇ ਲਈ ਉੱਥੇ ਰਹਿਣਾ ਮੁਸ਼ਕਿਲ ਹੁੰਦਾ ਜਾ ਰਿਹਾ ਸੀ। ਜਿਵੇਂ ਜਿਵੇਂ ਸ਼ਾਮ ਹੁੰਦੀ ਮੇਰਾ ਮਨ ਘਬਰਾਉਣ ਲੱਗਦਾ ਸੀ। ਇੱਕ ਦਿਨ ਜਦੋਂ ਉਹਨੇ ਮੈਨੂੰ ਛੇੜਿਆ, ਮੈਂ ਉਹਦੇ ਹੱਥ ਬੰਨ੍ਹ ਦਿੱਤੇ। ਉਹ ਨਕਲੀ ਦੰਦ ਵੀ ਕੱਢ ਕੇ ਰੱਖ ਚੁੱਕਾ ਸੀ, ਨਹੀਂ ਤਾਂ ਉਹਨਾਂ ਨਾਲ ਹੀ ਮੈਨੂੰ ਵੱਢਦਾ। ਉਹ ਮੈਨੂੰ ਲੱਤਾਂ ਨਾਲ ਮਾਰਦਾ ਰਿਹਾ ਤੇ ਆਪਣੇ ਆਪ ਨੂੰ ਕੋਸਦਾ ਰਿਹਾ। ਉਸ ਰਾਤ ਬਾਰਿਸ਼ ਹੋ ਰਹੀ ਸੀ ਤੇ ਹੱਥ ਬੰਨਣ ਦੇ ਬਾਵਜੂਦ ਉਹ ਮੰਨ ਹੀ ਨਹੀਂ ਰਿਹਾ ਸੀ। ਬਾਰ-ਬਾਰ ਕਹਿੰਦਾ ਸੀ, ਜੇ ਤੂੰ ਮੇਰੀ ਬੀਵੀ ਹੈ, ਤੂੰ ਮੇਰੀ ਬੀਵੀ ਹੈ, ਮੇਰਾ ਜੋ ਮਨ ਆਏਗਾ। ਆਪਣੇ ਮਨ ਨੂੰ ਬੇਸਹਾਰਾ ਵੇਖ ਕੇ ਰੋਣ ਲੱਗਾ। ਮੇਰੀ ਆਤਮਾ ਨੂੰ ਬੜਾ ਕਸ਼ਟ ਹੋ ਰਿਹਾ ਸੀ, ਪਰ ਮੈਂ ਝੁੰਝਲਾ ਰਹੀ ਸੀ। ਆਖਿਰ ਮੈਂ ਉਹਦੇ ਹੱਥ ਖੋਲ ਤੇ ਉਹ ਅੰਦਰ ਗਿਆ। ਸ਼ਰਾਬ ਦੇ ਕੁਝ ਘੁੱਟ ਪੀ ਕੇ ਫੇਰ ਆ ਗਿਆ। ਉਹਦੀਆਂ ਮਰੇ ਸੱਪ ਵਰਗੀਆਂ ਬਾਹਾਂ ਮੇਰੇ ਕੋਲ ਆ ਗਈਆਂ। ਮੈਂ ਪਲੰਗ ਤੋਂ ਉਤਰ ਗਈ। ਪਾਗਲਪਨ ਦੀ ਸੀਮਾ ਛੂੰਹਦੇ ਹੋਏ ਮੇਰੇ ਉੱਤੇ ਟੁੱਟ ਪਿਆ। ਜਿਵੇਂ ਮੈਂ ਕਹਾਂਗਾ ਉਵੇਂ ਤੂੰ ਕਰੇਂਗੀ, ਨਹੀਂ ਕਰੇਂਗੀ ਤਾਂ ਨਿਕਲ ਜਾ ਇੱਥੋਂ। ਛਿਪਕਲੀ ਵਾਂਗ ਜੀਭ ਕੱਢ ਕੇ ਬਾਰ-ਬਾਰ ਬੁੱਲਾਂ ਤੇ ਫੇਰਦਾ ਰਿਹਾ। ਮੈਂ ਬਰਦਾਸ਼ਤ ਕਰਦੀ ਰਹੀ। ਹੁਣ ਉਹਨੇ ਵੇਖਿਆ ਕਿ ਮੈਂ ਨਾ ਬਾਹਰ ਜਾ ਰਹੀ ਹਾਂ ਤੇ ਨਾ ਉਸ ਕੋਲ ਆ ਰਹੀ ਹਾਂ, ਤਾਂ ਮੇਰੇ ਕੋਲ ਆਇਆ। ਮੈਂ ਸਾਰੀ ਤਾਕਤ ਨਾਲ ਉਹਨੂੰ ਪਕੜਿਆ ਤੇ ਬਾਰਿਸ਼ ਵਿੱਚ ਵੀ ਉਹਨੂੰ ਬੂਹੇ ਤੋਂ ਬਾਹਰ ਕਰ ਦਿੱਤਾ। ਉਹ ਭਿੱਜਦਾ ਰਿਹਾ, ਚੀਖਦਾ ਰਿਹਾ। ਆਲੇ ਦੁਆਲੇ ਕੋਈ ਘਰ ਵੀ ਨਹੀਂ ਸੀ। ਬਾਂਸ ਦੇ ਦਰਖਤਾਂ ਉੱਤੇ ਪਾਣੀ ਸ਼ੋਰ ਵੀ ਜ਼ਿਆਦਾ ਕਰਦਾ, ਇਸ ਲਈ ਉਹਦੀ ਆਵਾਜ਼ ਕੁਝ ਅਸਰ ਨਹੀਂ ਕਰ ਰਹੀ ਸੀ। ਮੈਂ ਕਿੰਨੀ ਕਰੂਰ ਬਣਦੀ ਜਾ ਰਹੀ ਸੀ। ਕਦੋਂ ਤੱਕ ਸਹਿੰਦੀ? ਇਹ ਗੱਲ ਉਹਨੂੰ ਸਤਾਉਣ ਦੀ ਨਹੀਂ ਸੀ, ਸਗੋਂ ਆਪਣੇ ਆਪ ਨੂੰ ਸਜ਼ਾ ਦੇਣ ਦੀ ਗੱਲ ਸੀ। ਮੈਂ ਆਪਣੇ ਆਪ ਨੂੰ ਸਤਾਉਂਦੀ ਰਹੀ। ਆਖਿਰ ਮੈਂ ਬੂਹਾ ਖੋਲ੍ਹਿਆ। ਉਹ ਪੈਰ ਪਟਕਦਾ ਅੰਦਰ ਆਇਆ। ਸਾਰੀ ਰਾਤ ਕੰਬਲ ਲਪੇਟ ਕੇ ਉਹ ਇੱਕ ਪਾਸੇ ਸੁੱਤਾ ਰਿਹਾ। ਸਵੇਰੇ ਉੱਠਦੀ ਮੇਰੇ ਕੋਲ ਆਇਆ, ਬੋਲਿਆ, ਇਰਾ ਜੀ, ਮੇਰੇ ਤੋਂ ਬਾਰ-ਬਾਰ ਗਲਤੀ ਹੁੰਦੀ ਹੈ, ਮੈਨੂੰ ਮਾਫ਼ ਕਰ ਦਿਓ। ਹੁਣ ਮੈਂ ਕਦੇ ਨਹੀਂ ਕਰਾਂਗਾ, ਜਿਵੇਂ ਤੂੰ ਚਾਹੇ। ਮੈਨੂੰ ਬੜਾ ਰਹਿਮ ਆਉਂਦਾ ਸੀ ਉਸ ਉੱਤੇ। ਉਨਾ ਹੀ ਰਹਿਮ ਆਪਣੇ ਆਪ ਤੇ ਆਉਂਦਾ ਸੀ। ਮੇਰੇ ਅੰਦਰ ਦੀ ਇੱਕ ਇਰਾ ਆਪਣਾ ਪੂਰਾ ਵਿਅਕਤਿਤਵ ਲੈ ਕੇ ਅਲੱਗ ਖੜੀ ਹੋ ਗਈ ਸੀ ਤੇ ਉਹ ਸਾਨੂੰ ਦੋਹਾਂ ਨੂੰ ਵੇਖਿਆ ਕਰਦੀ ਸੀ। ਜਦੋਂ ਮੈਂ ਚਾਹ ਬਣਾਉਣ ਉੱਠੀ ਤਾਂ ਉਹਨੇ ਮੇਰਾ ਹੱਥ ਫੜ ਕੇ ਛੱਡ ਦਿੱਤਾ ਤੇ ਬੋਲਿਆ, ਮੈਂ ਹੁਣੇ ਨੌਕਰ ਤੋਂ ਬਣਵਾ ਕੇ ਲਿਆਉਣਾ। ਕਹਿੰਦੇ ਹੋਏ ਉਹਦੇ ਮੂੰਹ ਦੇ ਕੋਨਿਆਂ ਤੇ ਪਿਆਰ ਦਾ ਝੱਗ ਆ ਗਿਆ ਸੀ ਤੇ ਉਸ ਉੱਤੇ ਦਇਆ ਕਰਦੇ ਹੋਏ ਮੈਂ ਮੂੰਹ ਫੇਰ ਲਿਆ। ਨੈਕਸਟ। ਪਤਾ ਨਹੀਂ ਕਦੋਂ ਬਾਜ਼ਾਰ ਜਾ ਕੇ ਉਹ ਮੇਰੇ ਲਈ ਮੇਖਲਾ ਤੇ ਚੱਦਰ ਖਰੀਦ ਲਿਆਇਆ। ਬੜੀ ਖੂਬਸੂਰਤ ਸੀ ਮੇਖਲਾ, ਅਸਮੀਆਂ ਕਲਾ ਦਾ ਨਮੂਨਾ। ਔਰਤਾਂ ਦੀ ਇਹ ਪਹਿਰਾਵਾ ਹੈ ਉੱਥੇ। ਮੈਂ ਉਹਦੀ ਖੁਸ਼ੀ ਲਈ ਮੇਖਲਾ ਪਾਈ ਤੇ ਚੱਦਰ ਵੀ ਪਾ ਲਈ। ਵੇਖਦਿਆਂ ਉਹਦੇ ਝੱਗ ਨਿਕਲਣ ਲੱਗੀ, ਲੱਤਾਂ ਕੰਬਣ ਲੱਗੀਆਂ। ਐਨਕ ਲਾ ਕੇ ਉਹਨੇ ਮੂੰਹ ਨੀਵਾਂ ਕਰ ਲਿਆ। ਉਹ ਮੈਨੂੰ ਖੁਸ਼ ਕਰਨ ਦੀ ਹਰ ਕੋਸ਼ਿਸ਼ ਕਰਨ ਲੱਗਾ। ਇੱਕ ਦਿਨ ਹਸਪਤਾਲ ਤੋਂ ਆਇਆ ਤਾਂ ਕੁੱਤੇ ਦੇ 2 ਬੱਚੇ ਬੜੀ ਮੁਸ਼ਕਿਲ ਨਾਲ ਆਪਣੀ ਗੋਦੀ 'ਚ ਦਬਾ ਕੇ ਲਿਆਇਆ। ਬੋਲਿਆ, ਤੁਹਾਡੇ ਲਈ ਲਿਆਇਆ ਇਰਾ ਜੀ, ਇਹਨਾਂ ਨਾਲ ਤੁਹਾਡਾ ਮਨ ਬਹਿਲ ਜਾਏਗਾ। ਕਤੂਰੇ ਸੋਹਣੇ ਸੀ, ਪਰ ਮੇਰਾ ਜੀ ਖਰਾਬ ਹੋਣ ਲੱਗਾ। ਡਾਕਟਰ ਦੀ ਲਿਆਈ ਕਿਸੇ ਵੀ ਚੀਜ਼ ਤੋਂ ਮੇਰਾ ਮਨ ਘਬਰਾਉਣ ਲੱਗਦਾ। ਮੈਂ ਜਦੋਂ ਵੀ ਉਹਨਾਂ ਕਤੂਰਿਆਂ ਨੂੰ ਵੇਖਦੀ ਜਾਂ ਛੂੰਹਦੀ, ਉਹ ਮੈਨੂੰ ਡਾਕਟਰ ਵਾਂਗ ਹੀ ਲਿਜ਼ੇ ਭੈੜੇ ਜਿਹੇ ਲੱਗਦੇ। ਉਂਝ ਉਹ ਕਤੂਰੇ ਵੀ ਬੇਬਸੀ ਨਾਲ ਤੱਕਦੇ ਤੇ ਇੱਕ ਦੂਜੇ ਨਾਲ ਚਿਪਕ ਕੇ ਸੌਂਦੇ। ਮਨ ਵਿੱਚ ਘਿਰਨਾ ਉਬਲਣ ਲੱਗੀ ਤੇ ਮੈਂ ਦੂਜੇ ਹੀ ਦਿਨ ਉਹਨਾਂ ਨੂੰ ਭਜਾ ਦਿੱਤਾ। ਸ਼ਾਮ ਹੁੰਦੇ ਡਾਕਟਰ ਦੇ ਮੁੜਨ ਤੋਂ ਪਹਿਲਾਂ ਇੱਕ ਕਤੂਰਾ ਫਿਰ ਵਾਪਸ ਆ ਗਿਆ। ਮੇਰਾ ਦਿਲ ਘਬਰਾਉਣ ਲੱਗ ਪਿਆ। ਉਹਨੂੰ ਵੇਖਦੇ ਮੈਂ ਪਾਗਲ ਹੁੰਦੀ ਜਾ ਰਹੀ ਸੀ। ਉਹਨੂੰ ਬਾਹਰ ਪਟਕ ਕੇ ਮੈਂ ਬੂਹਾ ਬੰਦ ਕਰ ਲਿਆ। ਕੁਝ ਦੇਰ ਬਾਅਦ ਡਾਕਟਰ ਨੇ ਆਵਾਜ਼ ਦਿੱਤੀ। ਬੂਹਾ ਖੁੱਲ੍ਹਦੇ ਹੀ ਉਹ ਕਤੂਰਾ ਵੀ ਪੂਛ ਦਬਾ ਕੇ ਉਹਦੇ ਨਾਲ ਅੰਦਰ ਆ ਗਿਆ। ਮੈਂ ਸਾਰੀ ਰਾਤ ਸੌਂ ਨਾ ਸਕੀ। ਹਰ ਪਲ ਲੱਗਦਾ ਸੀ ਜਿਵੇਂ ਸਾਰੇ ਕਤੂਰੇ ਮੇਰੇ ਸਰੀਰ ਨਾਲ ਚਿਪਕੇ ਹੋਣ ਤੇ ਮੈਨੂੰ ਚੱਟ ਰਹੇ ਹੋਣ। ਅੱਧੀ ਰਾਤ ਨੂੰ ਮੈਂ ਉੱਠ ਕੇ ਬੜਾ ਨਹਾਤੀ। ਜਦੋਂ ਸਰਦੀ ਸਤਾਉਣ ਲੱਗੀ ਤਾਂ ਮੈਂ ਨਿਕਲ ਕੇ ਆਈ, ਪਰ ਉਸ ਰਾਤ ਮੈਨੂੰ ਬਿਲਕੁਲ ਨੀਂਦ ਨਹੀਂ ਆਈ। ਡਾਕਟਰ ਕਤੂਰੇ ਤੇ ਹੱਥ ਰੱਖ ਕੇ ਸੁੱਤਾ ਰਿਹਾ ਸੀ। ਸਵੇਰੇ ਮੇਰਾ ਸਿਰ ਬੜਾ ਭਾਰਾ ਸੀ। ਹਿਰਦੇ ਉੱਤੇ ਹਜ਼ਾਰਾਂ ਮਣ ਭਾਰੀ ਪੱਥਰ ਦਾ ਬੋਝ ਸੀ। ਮੈਂ ਡਾਕਟਰ ਨੂੰ ਬੁਲਾਇਆ ਤੇ ਹੁਕਮ ਦਿੱਤਾ, ਇਸ ਕਤੂਰੇ ਨੂੰ ਛੱਡ ਆਓ। ਮੈਂ ਇਹਨੂੰ ਨਹੀਂ ਛੱਡਾਂਗਾ, ਡਾਕਟਰ ਨੇ ਗੁੱਸੇ ਨਾਲ ਕਿਹਾ ਤਾਂ ਮੈਂ ਸਾਫ਼-ਸਾਫ਼ ਕਹਿਤਾ, ਇਹਨੂੰ ਨਹੀਂ ਛੱਡੋਗੇ ਤਾਂ ਸ਼ਾਮ ਨੂੰ ਘਰ ਆਉਣ ਦੀ ਲੋੜ ਨਹੀਂ। ਸ਼ਾਮ ਨੂੰ ਜਦੋਂ ਆਇਆ ਤਾਂ ਕਤੂਰਾ ਨਾਲ ਨਹੀਂ ਸੀ। ਮੈਂ ਸੁੱਖ ਦਾ ਸਾਹ ਲਿਆ, ਪਰ ਉਸ ਪਲ ਦੀ ਰਾਹਤ ਕਦੋਂ ਤੱਕ ਸਾਥ ਦਿੰਦੀ। ਮੇਰੀ ਜ਼ਿੰਦਗੀ ਦਾ ਰਾਗ ਰੰਗ ਹੀ ਗੁਆਚ ਗਿਆ ਸੀ। ਮੇਰੇ ਕੋਲ ਕੁਝ ਵੀ ਨਹੀਂ ਸੀ। ਨੈਕਸਟ। ਤੇ ਜਦੋਂ ਅਸਮੀਆਂ ਔਰਤਾਂ ਮੇਖਲਾ ਤੇ ਚੱਦਰ ਪਾ ਰਾਗ ਰੰਗ ਭਰੇ ਬੀਹੂ ਤਿਉਹਾਰ ਦਾ ਇੰਤਜ਼ਾਰ ਕਰਦੇ ਹੋਏ ਨੱਚਦੀਆਂ ਤੇ ਗਾਉਂਦੀਆਂ, ਬੀਹੂ ਲੋਈ ਕੋਈ ਦਿਨ ਆਸੇ ਸਾਮਾਨਿਆ, ਬੀਹੂ ਲੋਈ ਕੋਈ ਦਿਨ ਆਸੇ, ਉਜਾਨੀ ਨਾ ਮਾਨੀ ਮਾਰੋ ਕੇ ਵਖਾਨੀ, ਬੀਹੂ ਲੋਈ 12 ਦਿਨ ਆਸੇ।
ਕਿੰਨੇ ਦਿਨ ਬਾਕੀ ਹਨ ਬੀਹੂ ਦੇ ਆਉਣ 'ਚ ਸਖੀ? ਮੈਂ ਹਰ ਦਿਸ਼ਾ 'ਚ ਵੇਖਦੀ ਹਾਂ, ਉੱਤਰ ਤੇ ਦੱਖਣ ਵੇਖਦੀ ਹਾਂ। ਅਜੇ ਤਾਂ 12 ਦਿਨ ਬਾਕੀ ਹਨ। ਪਰ ਤਿਲਕ, ਮੇਰੇ ਜੀਵਨ ਦਾ ਬੀਹੂ ਤਾਂ ਹਮੇਸ਼ਾ ਲਈ ਚਲਾ ਗਿਆ ਸੀ। ਹੁਣ ਫੇਰ ਉਹ ਨਹੀਂ ਆਉਣ ਵਾਲਾ ਸੀ। ਮੇਰੀਆਂ ਸਾਰੀਆਂ ਦਿਸ਼ਾਵਾਂ ਬੰਦ ਸਨ। ਸੋਚਦੀ ਸਾਂ ਮੈਂ 12 ਜਨਮਾਂ ਤੱਕ ਇੰਤਜ਼ਾਰ ਕਰਾਂਗੀ, ਫਿਰ ਵੀ ਬੀਹੂ ਦਾ ਰਾਗ ਰੰਗ ਮੈਨੂੰ ਨਸੀਬ ਨਹੀਂ ਹੋਏਗਾ। ਤਿਲਕ, ਜਦੋਂ ਝੋਨਾ ਵੱਢਿਆ ਜਾਂਦਾ ਹੈ, ਪਾਗਲ ਬਣਾ ਦੇਣ ਵਾਲੀ ਹਵਾ ਚੱਲਦੀ ਸੀ ਤੇ ਜੰਗਲ 'ਚ ਨਵੀਆਂ ਕਰੁੰਬਲਾਂ ਫੁੱਟਦੀਆਂ ਸਨ, ਉਦੋਂ ਮੇਰਾ ਮਨ ਰੋਂਦਾ ਸੀ। ਅਸਾਮ 'ਚ ਬਾਂਸ ਵਰਗੇ ਲਚਕੀਲੇ ਮਰਦ ਤੇ ਨਾਰੀਆਂ ਜਦੋਂ ਝੂਮ ਕੇ ਗਾਉਂਦੇ ਤੇ ਨੱਚਦੇ ਸਨ ਤੇ ਨਵੇਂ ਘਰ ਵਸਾਏ ਜਾਂਦੇ ਸਨ ਤਾਂ ਮੈਂ ਬਾਰੀ ਉੱਤੇ ਸਿਰ ਰੱਖ ਕੇ ਰੋਇਆ ਕਰਦੀ ਸੀ। ਮੇਰੀਆਂ ਖੁਸ਼ੀਆਂ ਕਿੱਥੇ ਚਲੀਆਂ ਗਈਆਂ ਸਨ? ਕਿ ਇਹ ਸਭ ਮੇਰੀ ਕਿਸਮਤ 'ਚ ਨਹੀਂ ਸੀ? ਮੈਂ ਕਿਹੜਾ ਅਜਿਹਾ ਪਾਪ ਕੀਤਾ ਸੀ ਜੋ ਜੀਵਨ ਦੇ ਸਾਰੇ ਸਹਾਰੇ ਗਵਾ ਬੈਠੀ ਸੀ? ਕਿ ਮੈਂ ਘਰ ਨਹੀਂ ਵਸਾ ਸਕਦੀ ਸੀ? ਇੱਕ ਨਵੀਂ ਜ਼ਿੰਦਗੀ ਸ਼ੁਰੂ ਨਹੀਂ ਕਰ ਸਕਦੀ ਸੀ? ਇੱਕ ਆਵਾਜ਼ ਉੱਤੇ ਮੇਰਾ ਮਨ ਰੋਂਦਾ ਸੀ। ਅੰਗ ਅੰਗ ਤੋਂ ਦੁੱਖ ਦੇ ਸਵਰ ਫੁੱਟਦੇ ਸਨ। ਮੈਂ ਤਪਦੀ ਰੇਤ ਦੇ ਦਲਦਲ 'ਚ ਫਸੀ ਹੋਈ ਸੀ, ਬਾਵਜੂਦ ਆਪਣੀਆਂ ਹਾਰਾਂ ਤੇ ਨਿਰਾਸ਼ਾਵਾਂ ਦੇ। ਜੋ ਮੈਂ ਕੁਝ ਨਹੀਂ ਸੀ ਉਹੀ ਬਣਦੀ ਜਾ ਰਹੀ ਸੀ। ਮੈਂ ਜਾਨਵਰ ਹੁੰਦੀ ਜਾ ਰਹੀ ਸੀ। ਭਾਵਨਾਵਾਂ ਦੀਆਂ ਕੋਮਲ ਸੁਰ ਲਹਿਰੀਆਂ ਹੁਣ ਮਨ ਦੇ ਕਿਸੇ ਅੰਦਰੂਨੀ ਕੋਨੇ 'ਚ ਵੀ ਨਹੀਂ ਗੂੰਜਦੀਆਂ ਸੀ। ਮੇਰੇ ਸਰੀਰ ਉੱਤੇ ਨਕਲੀ ਦੰਦਾਂ ਦੇ ਦੰਸ਼ ਸਨ। ਮੈਂ ਪਹਾੜਾਂ ਵਾਂਗ ਜੜ ਤੇ ਨੀਲੀ ਪੈਂਦੀ ਜਾ ਰਹੀ ਸੀ। ਬਾਂਸ ਜੰਗਲਾਂ ਤੋਂ ਜਿਵੇਂ ਖੋਖਲੀ ਹਵਾ ਵੀਰਾਨ ਸੀਟੀਆਂ ਵਜਾਉਂਦੀ ਗੁਜ਼ਰਦੀ ਹੈ, ਉਂਝ ਹੀ ਮੈਂ ਅਰਮਾਨਾਂ ਦੇ ਸਾਹਾਂ ਦੀਆਂ ਸੀਟੀਆਂ ਵਜਾਉਂਦੀ ਗੁਜ਼ਰਦੀ ਜਾਂਦੀ ਸੀ ਤੇ ਵੀਰਾਨਾਂ 'ਚ ਗੁਆਚ ਜਾਂਦੀ ਸੀ। ਮੈਂ ਅੱਗ ਦੇ ਦਰਿਆ 'ਚ ਵਹਿ ਰਹੀ ਸੀ ਤੇ ਮਨ ਦੀਆਂ ਚੰਗਿਆਈਆਂ ਲਪਟਾਂ ਵਿੱਚ ਚਟਕ ਕੇ ਦਮ ਤੋੜ ਰਹੀਆਂ ਸਨ। ਨੈਕਸਟ। ਅਖੀਰ ਮੈਂ ਡਾਕਟਰ ਨੂੰ ਕਹਿ ਕੇ ਇੱਕ ਦਿਨ ਡਿਬਰੂਗੜ੍ਹ ਤੋਂ ਵਾਪਸ ਆ ਗਈ ਤੇ ਆਪਣੀ ਸਹੇਲੀ ਕੋਲ ਨਾਗਪੁਰ ਪਹੁੰਚ ਗਈ। ਮੈਂ ਡਾਕਟਰ ਨੂੰ ਇੱਕਦਮ ਭੁੱਲ ਜਾਣਾ ਚਾਹੁੰਦੀ ਸੀ, ਪਰ ਜ਼ਿੰਦਗੀ ਦੀ ਚੱਟਾਨ ਉੱਤੇ ਪਏ ਹੋਏ ਨਿਸ਼ਾਨ ਛੇਤੀ ਨਹੀਂ ਮਿਟਦੇ। ਉਧਰ ਅਸਾਮ 'ਚ ਵਿਦਰੋਹੀਆਂ ਦੇ ਬਲਵੇ ਤੇ ਹਮਲਿਆਂ ਦੀਆਂ ਵੀ ਖਬਰਾਂ ਆ ਰਹੀਆਂ ਸਨ। ਨਾਗਪੁਰ ਪਹੁੰਚ ਕੇ ਇੱਕ ਵਾਰ ਮਨ ਕੀਤਾ ਕਿ ਮੁੰਬਈ ਹੋ ਆਵਾਂ। ਪਤਾ ਨਹੀਂ ਮਨ 'ਚ ਇਹ ਗੱਲ ਕਿਉਂ ਆਈ ਸੀ। ਸ਼ਾਇਦ ਕਿਧਰੇ ਵਿਮਲ ਮਿਲ ਜਾਏ, ਸ਼ਾਇਦ ਉਹ ਮਿਲ ਹੀ ਜਾਏ। ਮੈਨੂੰ ਦਮਯੰਤੀ ਕੋਲ ਪਹੁੰਚੇ 7-8 ਦਿਨ ਹੀ ਹੋਏ ਸੀ ਕਿ ਇੱਕ ਰਾਤ ਕੰਪਾਊਂਡਰ ਦਾ ਭੇਜਿਆ ਤਾਰ ਮਿਲਿਆ। ਡਾਕਟਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਹਨ, ਫੌਰਨ ਆਓ। ਕਿਰਨਾਂ ਦੇ ਬਾਵਜੂਦ ਮੈਂ ਰੁਕ ਨਾ ਸਕੀ। ਆਖਰ ਉੱਥੇ ਪ੍ਰਦੇਸ਼ 'ਚ ਉਸਦਾ ਕੌਣ ਸੀ? 3 ਦਿਨ ਬਾਅਦ ਜਦੋਂ ਮੈਂ ਡਿਬਰੂਗੜ੍ਹ ਪਹੁੰਚੀ ਤਾਂ ਪਤਾ ਲੱਗਾ ਉਹ ਹਸਪਤਾਲ 'ਚ ਪਿਆ ਹੈ। ਮੇਰੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਸ਼ਿਲੌਂਗ ਤੋਂ ਉਹਦੀ ਭੈਣ ਆ ਚੁੱਕੀ ਸੀ। ਡਾਕਟਰ ਨੂੰ ਅਜਿਹੀ ਹਾਲਤ 'ਚ ਦੇਖ ਕੇ ਮੇਰੀਆਂ ਅੱਖਾਂ 'ਚ ਹੰਝੂ ਆ ਗਏ। ਗੋਲੀ ਲੱਗਣ ਨਾਲ ਜਿਵੇਂ ਉਹਦੇ ਅੰਦਰ ਦਾ ਲਿਜ਼ਾ ਤੇ ਕਾਇਰ ਆਦਮੀ ਮਰ ਗਿਆ ਸੀ। ਸੱਜੇ ਫੇਫੜੇ ਤੋਂ ਗੋਲੀ ਪਾਰ ਹੋ ਗਈ ਸੀ। ਉਹ ਫੇਫੜਾ ਚੀਥੜੇ ਹੋ ਗਿਆ ਸੀ। ਦੂਜੇ ਡਾਕਟਰ ਲੋਕ ਉਹਦੀ ਜੀਵਨ ਸ਼ਕਤੀ ਦੀ ਤਾਰੀਫ ਕਰ ਰਹੇ ਸਨ। ਉਹਨੂੰ ਕਦੇ ਹੋਸ਼ ਆਉਂਦਾ ਸੀ। ਹੋਸ਼ ਆਉਂਦੇ ਹੀ ਉਹਨੇ ਮੈਨੂੰ ਪਛਾਣਿਆ। ਉਹਦੇ ਬੁੱਲ ਹਿੱਲੇ ਸਨ, ਨਕਲੀ ਦੰਦ ਪਰੇ ਪਏ ਸਨ, ਐਨਕ ਉਤਰੀ ਪਈ ਸੀ, ਜਿਸ ਕਾਰਨ ਉਹ ਇੱਕਦਮ ਬਦਲਿਆ ਜਿਹਾ ਲੱਗ ਰਿਹਾ ਸੀ। ਅਸਾਮ ਦੇ ਨੁਕੀਲੇ ਨੀਲੇ ਪਹਾੜਾਂ ਵਾਂਗ ਉਹਦੇ ਨਹੁੰ ਸੋਹਣੇ ਲੱਗ ਰਹੇ ਸਨ। ਮੇਰਾ ਮਨ ਉਹਨੂੰ ਵੇਖ ਕੇ ਭਰ ਆਉਂਦਾ ਸੀ। ਜੋ ਕੁਝ ਵੀ ਹੋਏ, ਉਹਦਾ ਮਰਨਾ ਮੇਰੇ ਤੋਂ ਸਹਿਆ ਨਹੀਂ ਜਾ ਰਿਹਾ ਸੀ। ਮੈਨੂੰ ਵੇਖ ਕੇ ਉਹਨੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਤਾਂ ਉਹੀ ਝੱਗ ਮੂੰਹ ਦੇ ਕੋਨਿਆਂ ਤੇ ਆ ਗਈ। ਹੁਣ ਮੈਨੂੰ ਲੱਗ ਰਿਹਾ ਸੀ ਜਿਵੇਂ ਉਹ ਬੁੱਲਾਂ 'ਚ ਬੁੜਬੁੜ ਕਰ ਰਿਹਾ ਹੋਵੇ, ਹੁਣ ਜਿਵੇਂ ਤੂੰ ਚਾਹਵੇਂ, ਹੁਣ ਜਿਵੇਂ ਤੂੰ ਚਾਹਵੇਂ। ਉਹਦੀ ਖਾਮੋਸ਼ ਆਵਾਜ਼ ਬਾਰ-ਬਾਰ ਮਨ 'ਚ ਘੁੰਮੜ ਕੇ ਗੂੰਜਦੀ ਸੀ। ਹੁਣ ਜਿਵੇਂ ਤੂੰ ਚਾਹਵੇਂ ਤੇ ਮੂੰਹ ਦੇ ਕੋਨਿਆਂ 'ਚ ਪਿਆਰ ਦਾ ਝੱਗ ਜਮਾ ਸੀ, ਜਿਵੇਂ ਉਹ ਝੱਗ ਕਹਿੰਦਾ ਹੋਵੇ ਹੁਣ ਜਿਵੇਂ ਤੂੰ ਚਾਹਵੇਂ। ਤੇ ਮੇਰੀ ਆਤਮਾ ਨੇ ਚੀਖ ਕੇ ਕਿਹਾ ਸੀ, ਮੈਂ ਚਾਹੁੰਦੀ ਹਾਂ ਕਿ ਤੂੰ ਜੀ ਜਾਵੇਂ। ਮੈਂ ਇਹੀ ਚਾਹੁੰਦੀ ਸੀ ਤੇ ਉਸ ਝੱਗ ਨੂੰ ਮੈਂ ਪਹਿਲੀ ਵਾਰ ਹਲਕੇ ਜਿਹੇ ਪੂੰਝਿਆ ਸੀ। ਮਨ ਚਾਹੁੰਦਾ ਸੀ ਜੇ ਡਾਕਟਰ ਨੇ ਸੀਨੇ ਦਾ ਜ਼ਖਮ ਮੇਰਾ ਉਹਨੂੰ ਚੀਥੜ ਜਾਣ ਨਾਲ ਭਰ ਜਾਏ ਤੇ ਮੈਂ 12 ਜਨਮਾਂ ਤੱਕ ਉਂਝ ਹੀ ਉਸ ਨਾਲ ਚੰਬੜੀ ਰਹਾਂ, ਮਰੇ ਹੋਏ ਸੱਪਾਂ ਵਰਗੀਆਂ ਬਾਹਾਂ ਵੀ ਸਵੀਕਾਰ ਕਰਦੀ ਰਹਾਂ। ਪਰ ਫਿਰ ਡਾਕਟਰ ਨੂੰ ਹੋਸ਼ ਨਾ ਆਇਆ। 5ਵੇਂ ਦਿਨ ਬਹੁਤ ਸਾਰੀ ਝੱਗ ਉਹਦੇ ਮੂੰਹ 'ਚੋਂ ਨਿਕਲੀ ਤੇ ਜਾਨ ਨਿਕਲ ਗਈ। ਉਸ ਵੇਲੇ ਉਹਦੇ ਹੱਥ ਮੇਰੇ ਹੱਥਾਂ 'ਚ ਅਕੜ ਰਹੇ ਸਨ। ਅੰਨੀਆਂ ਅੱਖਾਂ ਦੀਆਂ ਪੁਤਲੀਆਂ ਪਲਟਾ ਖਾ ਰਹੀਆਂ ਸਨ। ਮੈਂ ਢਾਹ ਮਾਰ ਕੇ ਰੋ ਪਈ ਸੀ। ਤਿਲਕ, ਮੈਂ ਜਿਸ ਤੋਂ ਮੁਕਤੀ ਪਾਉਣਾ ਚਾਹੁੰਦੀ ਸੀ ਉਹੀ ਮਿਲ ਜਾਣ ਬਾਅਦ ਆਤਮਾ ਉੱਤੇ ਬੋਝ ਹੋਰ ਵੀ ਡੂੰਘਾ ਹੋ ਗਿਆ ਸੀ। ਮਰਦੇ ਹੋਏ ਆਦਮੀ ਨੂੰ ਵੇਖਣ ਤੋਂ ਵੱਧ ਕੋਈ ਪੀੜਾ ਵੱਡੀ ਨਹੀਂ ਹੁੰਦੀ। ਅੱਜ ਵੀ ਡਾਕਟਰ ਦਾ ਅਬੋਲ ਸੁਰ ਸੁਣਾਈ ਦਿੰਦਾ ਹੈ, ਹੁਣ ਜਿਵੇਂ ਤੂੰ ਚਾਹਵੇਂ। ਪਰ ਚਾਹੁੰਦੇ ਹੋਏ ਵੀ ਮੈਂ ਉਹਨੂੰ ਬਚਾ ਨਹੀਂ ਸਕੀ ਸੀ। ਪਰ ਇੰਨਾ ਕਹਿ ਦੇਣ ਨਾਲ ਮੈਂ ਰਿਣ ਤੋਂ ਮੁਕਤ ਨਹੀਂ ਹੋ ਸਕਦੀ। ਇਹ ਰਿਣ ਮੈਂ ਕਦੇ ਵੀ ਲਾਹ ਨਹੀਂ ਸਕਦੀ। ਮੇਰੇ ਕੋਲ ਇਹਦਾ ਕੋਈ ਜਵਾਬ ਨਹੀਂ ਜੋ ਮੈਂ ਡਾਕਟਰ ਦੀ ਆਤਮਾ ਨੂੰ ਦੇ ਸਕਾਂ। ਹੁਣ ਜਿਵੇਂ ਤੂੰ ਚਾਹੇ, ਹੁਣ ਤੂੰ ਜਿਵੇਂ ਚਾਹੇ, ਇਹ ਪ੍ਰਸ਼ਨ ਹਮੇਸ਼ਾ ਮੇਰੇ ਨਾਲ ਲਿਪਟਿਆ ਰਹੇਗਾ। ਇਹਨੂੰ ਛੱਡ ਕੇ ਤੇ ਬਾਹਰ ਧਕੇਲ ਕੇ ਚਿਟਕਣੀ ਬੰਦ ਕਰਨ ਨਾਲ ਕੰਮ ਨਹੀਂ ਚੱਲੇਗਾ, ਕਿਉਂਕਿ ਆਤਮਾ ਵਿੱਚ ਚਿਟਕਣੀ ਨਹੀਂ ਹੁੰਦੀ। ਅਸਾਮ 'ਚ ਹੁਣ ਵੀ ਬਿਹੂ ਮਨਾਇਆ ਜਾਂਦਾ ਹੋਵੇਗਾ।
ਬਾਸ ਜੰਗਲਾਂ 'ਚ ਅੱਗ ਲੱਗਦੀ ਹੋਏਗੀ, ਝੋਨਾ ਵੱਢਣ ਉੱਤੇ ਨਸ਼ੀਲੀ ਹਵਾ ਵਹਿੰਦੀ ਹੋਏਗੀ ਤੇ ਘਰ ਵਸਾਏ ਜਾਂਦੇ ਹੋਣਗੇ। ਘਰਾਂ 'ਚ ਚਰਖੇ ਚੱਲਦੇ ਹੋਣਗੇ ਤੇ ਧਰਤੀ ਕਰੂੰਬਲਾਂ ਨਾਲ ਭਰਦੀ ਹੋਏਗੀ। ਮੁਟਿਆਰਾਂ ਮੇਖਲਾ ਪਾ ਕੇ ਮਸਤੀ 'ਚ ਗਾਉਂਦੀਆਂ ਤੇ ਨੱਚਦੀਆਂ ਹੋਣਗੀਆਂ ਤੇ ਨੀਲੇ ਪਹਾੜਾਂ ਨੂੰ ਘੁੰਘਰਾਲੇ ਬੱਦਲ ਚੁੰਮਦੇ ਹੋਣਗੇ। ਪਰ ਮੇਰੇ ਲਈ ਅਸਾਮ ਵਿੱਚ ਸਿਰਫ ਇੱਕ ਆਵਾਜ਼ ਗੂੰਜਦੀ ਹੈ, ਹੁਣ ਜਿਵੇਂ ਤੂੰ ਚਾਹੇ। ਧੰਨਵਾਦ।